हर हर सिमरो अगमा पारा, जिस सिमरत दुख मिटै हमारा। सो महाराज तो बार बार गुरबाणी पढ़न वास्ते हदायत करते हैं, बार बार ਉਹਦੇ ਗੁਣ ਗਾਉਣ ਦੀ ਹਦਾਇਤ ਕਰਦੇ ਨੇ, ਬਾਰ ਬਾਰ ਵਾਹਿਗੁਰੂ ਦਾ ਸਿਮਰਨ ਕਰਨ ਦੀ ਹਦਾਇਤ ਕਰਦੇ ਨੇ। ਉਹਦੀ ਸੇਵਾ ਦਾ ਹੁਕਮ ਹੁੰਦਾ ਆਪਾਂ ਨੂੰ, ਮਨੁੱਖਾਂ ਦੇ ਹੀ ਸੇਵਾ ਵਾਸਤੇ ਮਿਲੇ। ਮੱਝ ਗਾਂ ਜਾਂ ਕੋਈ ਵੀ ਜਾਨਵਰ ਹੈ, ਇਹਨਾਂ ਨੂੰ ਹੱਥ ਨਹੀਂ ਦਿੱਤੇ। ਅਸੀਂ ਕਿਸੇ ਜਾਨਵਰ ਨੂੰ ਨਹੀਂ ਕਹਿ ਸਕਦੇ ਕਿ ਤੂੰ ਜੋੜੇ ਝਾੜ ਭਾਂਡੇ ਮਾਂਜ, ਉਹ ਕਹਿੰਦਾ ਮੇਰੇ ਤਾਂ ਹੱਥ ਹੀ ਨਹੀਂ ਹੈ। ਜੇ ਉਹਨੂੰ ਕਹਿੰਦੇ ਤੂੰ ਪਾਠ ਕਰ, ਉਹ ਕਹਿੰਦਾ ਮੇਰੇ ਉਹ ਜੀਭ ਹੀ ਨਹੀਂ ਲਾਈ ਹੈ। ਜਿਹੜੀ ਬਾਣੀ ਪੜ੍ਹਨ ਵਾਲੀ ਜੀਭ ਹੈ ਉਹ ਤਾਂ ਮਨੁੱਖਾਂ ਨੂੰ ਹੀ ਦਿੱਤੀ ਆ, ਅੱਖਾਂ ਨਹੀਂ ਦਿੱਤੀਆਂ ਉਹਨਾਂ ਨੂੰ। ਜਿਹੜੀ ਹੁਣ ਆਪਾਂ ਨੂੰ ਆ ਸਾਰੇ ਰੰਗ ਦਿਖਦੇ ਨੇ, ਇਹ ਆਪਾਂ ਨੂੰ ਹੀ ਦਿਖਦੇ ਆ। ਜਾਨਵਰਾਂ ਨੂੰ ਹਰੇਕ ਚੀਜ਼ ਕਾਲੀ ਬਲੈਕ ਐਂਡ ਵਾਈਟ 'ਚ ਨਜ਼ਰ ਆਉਂਦੀ ਹੈ, ਕਿਉਂਕਿ ਆਪੋ ਆਪਣੀ ਮਨੁੱਖਾ ਦੇਹੀ ਨੂੰ ਬਹੁਤ ਸੁਪਰ ਫਾਸਟ ਔਰ ਬਹੁਤ ਸੁਪਰ ਚੀਜ਼ ਬਣਾਈ ਹੈ। ਪਰ ਆਪਾਂ ਇਹ ਚੀਜ਼ ਦੀ ਜਿੰਨੀ ਕੁ ਚੀਜ਼ ਮਿਲ ਜਾਂਦੀ ਹੈ, ਉਹ ਬੰਦਾ ਉਨੀ ਉਹਦੀ ਕਦਰ ਵੀ ਨਹੀਂ ਕਰਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮਨੁੱਖਾ ਦੇਹੀ ਸਿਰਫ ਫੇਰ ਸਮਝੋ ਬਈ ਆਪਾਂ ਰੋਜ਼ ਪੜ੍ਹਦੇ ਵੀ ਅਮਲ ਕਰੋ। ਮਹਾਰਾਜ ਜੀ ਕਹਿੰਦੇ ਨੇ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਇਹ ਮਨੁੱਖ ਨੂੰ ਕਿਹਾ। ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠੋਰ। ਹੁਣ ਆਪਣੀ ਜਿਹੜੀ ਭੱਜ ਦੌੜ ਸਾਰਿਆਂ ਦੀ ਰੋਜ਼ ਦੀ ਹੈ, ਵੀ ਮੈਂ ਸਵੇਰੇ ਜਾਣਾ ਕੰਮ ਤੇ, ਸ਼ਾਮ ਨੂੰ ਮੁੜਨਾ ਕੰਮ ਤੋਂ, ਮੈਂ ਪੈਸੇ ਕਮਾਉਣ ਚੱਲਿਆ, ਮੈਂ ਆਹ ਕੰਮ ਕਰਨ ਚੱਲਿਆ। ਇਹ ਤਾਂ ਚੀਜ਼ਾਂ ਜਿਹੜੀਆਂ ਸੀ ਬਹੁਤ ਥੱਲੇ ਦੀਆਂ ਸੀ। ਇਹ ਤਾਂ ਬੰਦਗੀ ਦੇ ਨਾਲ ਸਹਿਜੇ ਹੀ ਕਿਰਪਾ ਹੋ ਜਾਂਦੀ। ਜੇ ਕੋਈ ਬੰਦਗੀ ਕਰੇ ਉਹਨੂੰ ਕੁਛ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਪਰ ਆਪਣਾ ਉੱਥੇ ਵਿਸ਼ਵਾਸ ਨਹੀਂ ਹੈ। ਇੱਕ ਇਸੇ ਕਰਕੇ ਕਿਹਾ ਨਾ ਮਰਦ ਅਗੰਮੜਾ, ਵੈ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਰਿਆਮ ਵੀ ਆਓ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਰਦ ਬਣੋ। ਮਰਦ ਕੌਣ ਹੈ? ਜੋ ਆਪਣਾ ਦਾਈਆ ਲੈ ਕੇ ਚੱਲਦਾ ਪਰਮੇਸ਼ਰ ਦੀ ਪ੍ਰਾਪਤੀ ਦਾ, ਆਤਮਾ ਦੀ ਪ੍ਰਾਪਤੀ ਦਾ। ਆਪਾਂ ਮਾੜੇ ਮਾੜੇ ਦੁੱਖ ਸੁੱਖ ਵਿੱਚ ਉਲਝ ਜਾਂਦੇ ਹਾਂ। ਇਹ ਕਿਹੜਾ ਸਮਝਾਵੇ ਤੁਹਾਨੂੰ? ਆਪਾਂ ਹਮੇਸ਼ਾ ਆਪਣੇ, ਸਾਨੂੰ ਵੀ ਸਾਰੀ ਦੁਨੀਆ ਵਿੱਚ ਜਾਣ ਦਾ ਮੌਕਾ ਮਿਲਿਆ, ਬਚਪਨ ਤੋਂ ਲੈ ਕੇ ਕਈ ਥਾਵਾਂ 'ਤੇ ਗਏ, ਸੰਤਾਂ ਮਹਾਤਮਾ ਨਾਲ ਵੀ। ਹਰ ਇੱਕ ਬੰਦੇ ਕੋਲ 4-5 ਗੱਲਾਂ ਹੁੰਦੀਆਂ, ਜਾਂ ਉਹ ਬੱਚਿਆਂ ਬਾਰੇ ਜ਼ਿਕਰ ਕਰਦਾ, ਜਾਂ ਪੈਸੇ ਦਾ ਕਰਦਾ, ਨੌਕਰੀ ਦਾ ਕਰਦਾ। ਅੱਜ ਦੇ ਯੁੱਗ ਵਿੱਚ ਬਾਹਲੇ ਸਾਨੂੰ ਕਹਿੰਦੇ ਨੇ ਇਹ ਕਾਕੇ ਨੇ ਆਇਲਸ ਕਰਨਾ, ਇਹਨੂੰ ਬਾਹਲੇ ਬੈਂਡ ਮਿਲ ਜਾਣ, ਉਹ ਸ਼ਬਦ ਦੱਸੋ। ਇਹ ਬਾਹਰ ਦਾ ਵੀਜ਼ਾ ਲੱਗ ਜੇ, ਰਹਿਣਾ ਉੱਥੇ ਹੀ ਆ ਕੰਮ। ਇਹ ਇੱਕ ਭੁਲੇਖਾ ਹੀ ਆ, ਰਹਿਣਾ ਸਭ ਕੁਛ ਉੱਥੇ ਹੀ ਆ। ਕਿਉਂ? ਪੁਰਾਣੇ ਵੇਲੇ ਜਦੋਂ ਬਰਮਾ ਨੂੰ ਜਾਂਦੇ ਸੀਗੇ, ਮਲਾਇਆ ਨੂੰ, ਮਲੇਸ਼ੀਆ ਨੂੰ, ਸਾਰਾ ਪਿੰਡ ਤੋਰਨ ਆਉਂਦਾ ਹੁੰਦਾ ਸੀ। ਰਾਤ ਰੁੱਤ ਹੁੰਦੇ ਜਾਂ ਗੱਡੇ ਟਾਂਗੇ ਚੜਾਉਣ ਵੇਲੇ ਮਾਈਆਂ 50-60-100 ਬੰਦੇ ਇਕੱਠੇ ਹੋ ਕੇ ਤੋਰਦੇ ਵੀ ਚੱਲਿਆ ਬਰਮਾ ਨੂੰ, ਪਤਾ ਨਹੀਂ ਮੁੜਨਾ ਕਿ ਨਹੀਂ ਮੁੜਨਾ। ਫਿਰ ਉਹਨਾਂ ਨੇ ਸਾਰਿਆਂ ਰਲ ਕੇ ਪੜ੍ਹਨਾ। ਮਾਈਆਂ ਨੇ ਨਾ ਜਾਈ ਬਰਮਾ ਨੂੰ, ਲੇਖ ਜਾਣਗੇ ਨਾਲੇ, ਨਾ ਜਾਈ ਬਰਮਾ, ਲੇਖ ਜਾਣਗੇ ਨਾਲੇ। ਤੋ ਇਸ ਕਰਕੇ ਜਿਹੜੇ ਮੱਥੇ ਦੇ ਲੇਖ ਨੇ, ਇਹ ਲੇਖ ਜਿਵੇਂ ਲਿਖੇ ਹੋਏ ਨੇ ਉਵੇਂ ਹੀ ਸਭ ਕੁਝ ਮਿਲਦਾ ਜਾਂਦਾ। ਇਹ ਨਹੀਂ ਮੈਂ ਕਹਿੰਦਾ ਕਿ ਬਾਹਰ ਨਾ ਜਾਓ ਨਾ ਕਮਾਓ, ਇਹ ਤਾਂ ਸੁਤੇ ਸਿੱਧ ਹੋ ਜੇ ਵੱਖਰੀ ਗੱਲ ਹੈ। ਸਾਡੀ ਜਿਹੜੀ ਤਾਰ ਹੈ, ਜਿਹੜੀ ਸੂਈ ਆਪਣੀ, ਉਹ ਇਹਨਾਂ ਗੱਲਾਂ ਵਿੱਚ ਜ਼ੋਰ ਲਾਉਣ ਕਰਕੇ ਪਰਮਾਤਮਾ ਵਾਲੇ ਪਾਸਿਓਂ ਤਾਂ ਆਪਾਂ ਟੁੱਟ ਜਾਂਦੇ ਹਾਂ, ਅਤੇ ਸਾਰਾ ਦਿਨ ਇੱਕੋ ਹੀ ਲਿਲ ਲੱਗੀ ਰਹਿੰਦੀ ਆ। ਰੋਜ਼ ਇਹੀ ਪੈਸਾ ਵੱਧ ਆ ਜਾਏ, ਪੈਸਾ ਵੱਧ ਆ ਜਾਏ, ਕਿਵੇਂ ਕਮਾਈ ਵੱਧ ਜਾਏ ਸਾਡੀ।
ਇਹ ਜਿਹੜੀ ਚੀਜ਼ ਆ ਇਹ ਭਗਤਾਂ ਵਿੱਚ ਨਹੀਂ ਆਉਂਦੀ। ਮੈਂ ਇਹ ਗੱਲ ਰਾਤ ਵੀ ਵਿਚਾਰਦਾ ਸੀ ਜਾਂ ਸਵੇਰੇ ਵੀ ਸ਼ਾਇਦ ਵਿਚਾਰ ਆਈ, ਮੈਂ ਕਿਹਾ ਇਹ ਸਤਿਗੁਰਾਂ ਨੇ ਬਚਨ ਲਿਖੇ ਜਿਹੜੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇਹ ਸੰਸਾਰੀ ਲੋਕਾਂ ਦੀਆਂ ਜਿਹੜੀਆਂ ਗੱਲਾਂ ਨੇ ਇਹ ਅਲੱਗ ਹੀ ਕਿਸਮ ਦੀਆਂ ਗੱਲਾਂ ਨੇ। ਇਹ ਤਾਂ ਗੁਰੂ ਸਾਹਿਬ ਵੇਲੇ ਵੀ ਸੰਸਾਰੀ ਲੋਕ ਆਈ ਰਹੇ ਨੇ। ਸੰਤਾਂ ਮਹਾਤਮਾ ਨਾਲ ਵੀ ਇਹ ਸੰਸਾਰੀ ਤਰੀਕੇ ਨਾਲ ਹੀ ਵਰਤਦੇ ਨੇ, ਕਿਉਂ ਸੋਚ ਨਹੀਂ ਹੈ ਇੰਨੀ ਉੱਚੀ। ਸੋਚ ਨੀਵੀਂ ਹੋਣ ਕਰਕੇ ਹੀ ਇਹ ਜੀਵ ਜਿਹੜੇ ਨੇ ਸਤਿਗੁਰਾਂ ਤੋਂ ਲਾਹਾ ਨਹੀਂ ਲੈ ਸਕਦੇ। ਮਹਾਰਾਜ ਜੀ ਤੋਂ ਹਰੇਕ ਗ੍ਰਸਤੀ ਆ ਕੇ ਕੰਮਕਾਰ ਦੀ ਅਰਦਾਸ ਕਰਦਾ, ਮਾਇਆ ਦੀ ਅਰਦਾਸ ਕਰਦਾ, ਮੇਰਾ ਦੁੱਖ ਦਰਦ ਹਟ ਜੇ। ਸਤਿਗੁਰੂ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੀ ਮੰਨ ਲਓ ਵੀ ਪਹਿਲੀ ਤੇ ਦੂਜੀ ਅਸ਼ਟਪਦੀ ਵਿੱਚ ਇਹ ਸਾਰਾ ਪ੍ਰਭੂ ਦੇ ਸਿਮਰਨ ਤੇ ਕਲੀਅਰ ਕੀਤਾ ਵੀ ਜੇ ਸਿਮਰਨ ਕਰੋਗੇ, ਹੁਣ ਸਿਮਰਨ ਵੀ ਉਹਨਾਂ ਨੇ ਕੋਈ ਗ੍ਰਸਤੀ ਕਰਦਾ, ਚਲੋ ਬਾਹਲਾ ਨਹੀਂ ਤਾਂ 2 ਘੰਟੇ 2.5 ਘੰਟੇ ਇਹ ਕਰਕੇ ਦੇਖੋ। ਕੋਈ ਜਾਣਾ ਵੀ ਆਪਣੇ ਜਾਂ ਇੰਨੇ ਜਾਣੇ ਬੈਠੇ ਆ, ਪਿੰਡ ਨਗਰ ਦੇ ਨਿਵਾਸੀ ਬੈਠੇ ਆ, ਕਿਸੇ ਕੋਲ ਤਾਂ ਟਾਈਮ ਹੋਊਗਾ ਹੀ ਵੀ 2 ਘੰਟੇ ਮੈਂ ਸਵੇਰੇ ਵਾਹਿਗੁਰੂ ਵਾਹਿਗੁਰੂ ਕਰਨਾ, 2 ਸ਼ਾਮ ਨੂੰ ਕਰਨਾ। ਜੇ ਆਪਾਂ 4 ਘੰਟੇ ਰੋਜ਼ ਸਿਮਰਨ ਵਾਲੇ ਪਾਸੇ ਲਾਈਏ, ਇਹ ਤਾਂ ਨਹੀਂ ਹੈ ਖੈਰ ਵੀ ਹੁਣ ਇਹ ਹਫ਼ਤੇ 'ਚ ਹੀ ਕੰਮ ਹੋਣ ਵਾਲਾ। ਇਹ ਟਾਈਮ ਤਾਂ ਲੱਗਦਾ ਹੈ, 2 ਸਾਲ ਲੱਗ ਜਾਣ, 3 ਲੱਗ ਜਾਣ, ਪਰ ਇਹ ਆ ਇਹ ਉਹ ਨਹੀਂ ਵੀ ਹੁਣ ਝੋਨਾ ਲਾਇਆ ਹੋਇਆ ਤੇ ਅੜੀਕ ਦੇ 6 ਮਹੀਨੇ ਬਾਅਦ ਵੇਚਦਾ, ਪੈਸੇ ਆ ਗਏ ਤੇ ਪੈਸੇ ਆ ਗਏ, ਪੈਸੇ ਚਲੇ ਵੀ ਗਏ, ਬਸ ਖਤਮ ਹੋ ਗਏ ਨਾਲ ਦੇ ਨਾਲ ਹੀ। 6 ਮਹੀਨੇ ਫਿਰ ਕਣਕ ਨੂੰ ਉਡੀਕੀ ਜਾਓ, ਫਿਰ ਪੈਸੇ ਆ ਗਏ, ਫਿਰ ਚਲੇ ਗਏ, ਫਿਰ ਝੋਨਾ ਲਾ ਦਿਓ, ਫਿਰ ਕਣਕ ਲਾ ਦਿਓ। ਮਾਇਆ ਦੀ ਕੋਈ ਵੀ ਪ੍ਰਾਪਤੀ ਜਦੋਂ ਹੁੰਦੀ ਆ ਤਾਂ ਉਹ ਜਾਣ ਵਾਲੀ ਹੋਈ ਹੁੰਦੀ, ਬਸ ਕਦੇ ਠਹਿਰੂਗੀ ਨਹੀਂ ਤੁਹਾਡੇ ਕੋਲੇ। ਪਰ ਜਿਹੜੀ ਪ੍ਰਮਾਤਮਾ ਦੀ ਬੰਦਗੀ ਹੈ, ਇਹ ਜਿਹੜਾ ਨਾਮ ਧਨ ਹੈ, ਜਦੋਂ 2-3 ਸਾਲਾਂ ਬਾਅਦ ਇਹ ਨਾਮ ਧਨ ਇਕੱਠਾ ਹੋ ਗਿਆ, ਇਹ ਜਾਂਦਾ ਨਹੀਂ। ਬਸ ਇਹਦੀ ਇਹੀ ਸਿਫਤ ਹੈ, ਇਹੋ ਧਨ ਅਗਨੀ ਤਸਕਰੈ ਪਾਣੀਆਂ ਜਮਦੂਤੈ ਕਿਸੇ ਕਾ ਗਵਾਇਆ ਨਾ ਜਾਏ। ਇਸ ਧਨ ਕੋ ਚੱਕਾ ਨੇੜ ਨਾ ਆਵੇ, ਜਮਦੂਤੀ ਡੰਡ ਨਾ ਲਗਾਈ। ਇਹ ਜਿਹੜਾ ਨਾਮ ਧਨ ਹੈ ਜੋੜਨ ਵੇਲੇ ਹੀ ਥੋੜ੍ਹਾ ਜਿਹਾ ਟਾਈਮ ਲੱਗਦਾ। ਬਸ ਉਧਰ ਕਣਕ ਚੌਲ ਨੂੰ 6-6 ਮਹੀਨੇ ਲੱਗਦੇ ਨੇ। ਆ ਕਈ ਦਰਖਤਾਂ ਨੂੰ ਜਿਵੇਂ ਪਾਪੂਲਰ ਵਾਲੇ ਆ, ਇਹ ਕਹਿੰਦੇ 5 ਸਾਲਾਂ 'ਚ ਵਧੀਆ ਰੇਟ ਦੇ ਜਾਂਦਾ। ਚਲੋ ਇੰਨਾ ਕੁ ਲਾ ਲਓ ਵੀ ਪਾਪੂਲਰ ਦੇ ਬੂਟੇ ਲਾ ਲਓ, ਇਹ ਕਣਕ ਚੌਲ ਵਾਲਾ ਹਿਸਾਬ ਨਹੀਂ ਹੈਗਾ। 5 ਸਾਲ ਡਟ ਕੇ ਬੰਦਗੀ ਹੋ ਜੇ ਨਾ, ਚਲ 3 ਹੀ ਹੋ ਜੇ, ਇਹ ਵੀ ਨਹੀਂ ਹੈ। ਕਈ ਵਾਰ ਪਿਛਲੀ ਕਮਾਈ ਜਮ੍ਹਾਂ ਪਈ ਹੁੰਦੀ ਆ, ਮਹੀਨੇ 'ਚ ਹੀ ਕਿਰਪਾ ਹੋ ਜਾਂਦੀ ਹੈ, ਕਈ ਵਾਰ 2 ਮਹੀਨੇ 'ਚ ਹੀ ਹੋ ਜਾਂਦੀ ਕਈਆਂ ਤੇ, ਕਿਉਂਕਿ ਪਿਛਲੀ ਕਮਾਈ ਜਮ੍ਹਾਂ ਪਈ ਆ ਉਹਨਾਂ ਦੀ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ 'ਤੇ ਬਖਸ਼ਿਸ਼ ਕਰ ਰਹੇ ਨੇ, ਸ਼ਬਦ ਦੇ ਰਾਹੀਂ ਉਪਦੇਸ਼ ਕਰ ਰਹੇ ਨੇ। ਉਹ ਸੰਗਤ ਤੋਂ ਦਰਵਾਜ਼ਾ ਨਹੀਂ ਖੁੱਲ੍ਹ ਰਿਹਾ, ਉਹ ਖੋਲ੍ਹੋ ਇੱਕ ਜਣਾ, ਖੋਲ੍ਹ ਲੈ ਚਲੋ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਚੌਥੇ ਪਾਤਸ਼ਾਹ ਦਾ ਉਪਦੇਸ਼ 540 ਅੰਗ ਦੇ ਬਿਆਗੜਾ ਰਾਗ 'ਚ ਪ੍ਰਾਪਤ ਹੋਇਆ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸੋਢੀ ਸੁਲਤਾਨ, ਧੰਨ ਬੀਬੀ ਭਾਨੀ ਜੀ, ਜਿਨ੍ਹਾਂ ਨੇ ਤੀਜੇ ਪਾਤਸ਼ਾਹ ਤੋਂ ਇਹ ਮੰਗਿਆ ਸੀ ਕਿ ਸੋਢ ਬੰਸ ਵਿੱਚ ਗੁਰਤਾ ਗੱਦੀ ਹੀ ਰਹੇ। ਸਤਿਗੁਰਾਂ ਨੇ ਬਚਨ ਕੀਤਾ ਸੀ ਗੱਦੀ ਤਾਂ ਰਹਿ ਜੂਗੀ, ਪਰ ਕੁਰਬਾਨੀਆਂ ਬਹੁਤ ਕਰਨੀਆਂ ਪੈਣੀਆਂ। ਇਹ ਦੇਖ ਲਓ, ਕਹਿੰਦੇ ਕੋਈ ਨਹੀਂ ਮਹਾਰਾਜ ਕੁਰਬਾਨੀਆਂ ਵੀ ਕਰ ਲਾਂਗੇ, ਪਰ ਗੱਦੀ ਇੱਥੇ ਹੀ ਰਹੇ। ਸੋ ਉਹ ਬੀਬੀ ਭਾਨੀ ਜੀ ਜਿਨ੍ਹਾਂ ਨੇ ਸਤਿਗੁਰਾਂ ਦੀ ਬੜੀ ਭਾਰੀ ਸੇਵਾ ਕੀਤੀ, ਇੰਨੀ ਲੰਬੀ ਉਮਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ, ਬਹੁਤ ਬਿਰਧ ਅਵਸਥਾ। ਹੁਣ ਜੇ ਬੀਬੀ ਭਾਨੀ ਜੀ ਨੇ ਜਿਹਨੂੰ ਸੇਵਾ ਕੀਤੀ ਹੈ, ਚਲੋ 60-70 ਸਾਲ 80 ਤੱਕ ਤਾਂ ਬੰਦਾ ਉਹਦੀ ਕਿਰਿਆ ਸੰਭਾਲ ਲੈਂਦਾ, ਫਿਰ ਵੀ ਸਰੀਰ ਬਿਰਧ 100 ਸਾਲ ਦੀ ਉਮਰ ਦੇ ਵਿੱਚ ਜਾ ਕੇ ਸਰੀਰ ਫਿਰ ਵੀ ਸਰੀਰ ਹੀ ਹੁੰਦਾ। ਠੀਕ ਆ, ਤਕੜੇ ਸੀ ਮਹਾਰਾਜ, ਪਰ ਅੱਜ ਦਾ ਤੇ ਉਸ ਸਮੇਂ ਦੀ ਸ਼ਰਧਾ ਦਾ ਬਹੁਤ ਫਰਕ ਹੈ, ਵਿਚਾਰ ਦਾ ਫਰਕ ਹੈ, ਸੋਚ ਦਾ ਫਰਕ ਹੈ। ਆਪਾਂ ਨੂੰ ਕੀ ਪਤਾ ਉਹ ਕੌਣ ਨੇ,
ਬੀਬੀ ਭਾਨੀ ਜੀ ਬਾਰੇ ਕਿਸੇ ਨੂੰ ਕੀ ਪਤਾ ਉਹ ਕੌਣ ਨੇ, ਵੀ ਕਿੰਨੇ ਕੁ ਵੱਡੇ ਮਹਾਂਪੁਰਖ ਸੀਗੇ ਉਹ, ਕਿੰਨਿਆਂ ਯੁੱਗਾਂ ਦੀ ਕਮਾਈ ਸੀ। ਜਿਹੜੇ ਬੀਬੀ ਭਾਨੀ ਜੀ ਜਿਹੜੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਮਹਿਲ ਹੋਏ ਨੇ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਨੇ, 6ਵੇਂ ਪਾਤਸ਼ਾਹ ਜੀ ਦੇ ਅੱਗੇ 7ਵੇਂ 8ਵੇਂ 9ਵੇਂ 10ਵੇਂ ਪਾਤਸ਼ਾਹ ਦੇ ਵੱਡੇ ਬਜ਼ੁਰਗ ਬਣੇ ਨੇ। ਉਹ ਬੀਬੀ ਭਾਨੀ ਜੀ ਦੀ ਬਹੁਤ ਭਾਰੀ ਕਮਾਈ। ਲੋਕ ਬੜਾ ਕੁਝ ਬੋਲ ਦਿੰਦੇ ਨੇ, ਕਿੰਤੂ ਪਰੰਤੂ ਕਰ ਦਿੰਦੇ ਨੇ, ਪਰ ਕਰੀਏ ਕਿ ਸਮਾਂ ਹੀ ਐਸਾ ਆ ਗਿਆ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸੋ ਆਪਾਂ ਉਹਨਾਂ ਨੂੰ ਤਾਂ ਯਾਦ ਕਰਦੇ ਹਾਂ ਕਿ 10ਵੇਂ ਪਾਤਸ਼ਾਹ ਕਹਿੰਦੇ ਨੇ ਜਿੰਨਾ ਅਹਿਸਾਨ ਸਾਡੇ ਤੇ ਬੀਬੀ ਭਾਨੀ ਦਾ ਨਾ, ਕਿਉਂਕਿ ਅਕਿਰਤ ਘਣ ਹੋ ਜਾਣਾ ਠੀਕ ਨਹੀਂ ਹੈ। ਜੇ ਅੱਜ ਆਪਾਂ ਸਾਰੇ ਬੈਠੇ ਹਾਂ ਤਾਂ ਕਿਰਪਾ ਤਾਂ ਕਲਗੀਧਰ ਸਾਡੇ ਪਿਤਾ ਜੀ ਨੇ ਅੰਮ੍ਰਿਤ ਛਕਿਆ ਹੋਇਆ, ਤਾਂ ਆਪਾਂ ਵੀ ਸੋਢ ਬੰਸ ਵਿੱਚ ਹੀ ਹੋਏ ਖਾਲਸਾ। ਤਾਂ ਸਾਡੇ ਵੱਡੇ ਵਡੇਰੇ ਸਾਡੇ ਲਈ ਜਿਨ੍ਹਾਂ ਨੇ ਪਰਉਪਕਾਰ ਕੀਤਾ ਉਹ ਬੀਬੀ ਭਾਨੀ ਜੀ ਨੇ। ਮਹਾਰਾਜ ਜੀ ਕਹਿੰਦੇ ਅਸੀਂ ਬੀਬੀ ਭਾਨੀ ਜੀ ਦਾ ਗੁਣ ਭੁਲਾ ਨਹੀਂ ਸਕਦੇ, ਸਾਡੇ ਵਰਗੇ ਨਹੀਂ ਹੈ ਸਤਿਗੁਰੂ ਵੀ। ਚੱਲ ਠੀਕ ਆ, ਅੱਜ ਕੱਲ੍ਹ ਤਾਂ ਲੋਕ ਪੁਰਾਣੇ ਜ਼ਮਾਨੇ ਜੇ ਕਿਸੇ ਨੂੰ ਕੋਈ 10 ਰੁਪਏ ਦਿੰਦਾ ਸੀ ਤਾਂ ਉਹਦਾ ਅਹਿਸਾਨਮੰਦ ਹੁੰਦਾ ਸੀ। ਹੁਣ ਅਹਿਸਾਨ ਫਰਾਮੋਸ਼ ਹੋ ਗਏ ਲੋਕ, ਭਾਵੇਂ ਕਰੋੜਾਂ ਦੇ ਦੇ ਕੋਈ ਤਾਂ ਵੀ ਉਹਦਾ ਗੁਣ ਭੁਲਾ। ਮਹਾਰਾਜ ਨੇ ਸਾਡੇ ਤੇ ਸਰਬੰਸ ਸਾਰਾ ਆਪਣਾ ਵਾਰ ਦਿੱਤਾ, ਸਭ ਕੁਝ ਬਖਸ਼ਿਸ਼ ਵੀ ਕੀਤਾ। ਅਮੋਲਕ ਦਾਤਾਂ, ਅੰਮ੍ਰਿਤ ਬਾਣੀ, ਅੰਮ੍ਰਿਤ ਖੰਡੇ ਬਾਟੇ ਦਾ ਅੰਮ੍ਰਿਤ ਵੇਲਾ, ਅੰਮ੍ਰਿਤ ਪ੍ਰਸ਼ਾਦ, ਅੰਮ੍ਰਿਤ ਬਖਸ਼ਿਸ਼ ਕੀਤੀ ਬਹੁਤ। ਪਰ ਫਿਰ ਵੀ ਆਪਾਂ ਭੁਲਾਇਆ। ਆਓ ਸ਼ਰਧਾ ਦੇ ਘਰ 'ਚ ਆ ਜਾਓ। ਗੁਰੂ ਰਾਮਦਾਸ ਮਹਾਰਾਜ ਦੀ ਸ਼ਰਧਾ। ਸਤਿਗੁਰੂ ਜੀ ਜਦੋਂ ਬਾਣੀ ਉਚਾਰਨ ਕਰਦੇ ਸੀ, ਕਹਿੰਦੇ ਨੇ ਵੀ ਨੇਤਰਾਂ 'ਚੋਂ ਇੰਨਾ ਜਲ ਜਾਂਦਾ ਸੀ ਗੁਰਾਂ ਦੇ ਕਿ ਚੋਗਾ ਭਿੱਜ ਜਾਂਦਾ ਸੀ ਸਾਰਾ। ਜੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਜੇ 2 ਕਟੋਰੇ ਰੱਖ ਦਈਏ ਦੋਨਾਂ ਅੱਖਾਂ ਥੱਲੇ, ਉਹ ਜਲ ਦੇ ਨਾਲ ਕਟੋਰੇ ਭਰ ਜਾਣ, ਇੰਨਾ ਨੇਤਰਾਂ 'ਚੋਂ ਜਲ ਜਾਂਦਾ ਸੀ ਕਿ ਬਰਾਗ ਦੇ ਵਿੱਚ ਮੈਂ ਨੀਰ ਵਹੇ ਵਹਿ ਚੱਲੈ ਜੀਓ। ਉਹ ਅੱਜ ਕੱਲ੍ਹ ਕਿਸੇ ਨੂੰ ਕੀ ਪਤਾ ਕਿ ਬਰਾਗ ਕੀ ਹੁੰਦਾ, ਤਿਆਗ ਕੀ ਹੁੰਦਾ, ਜਤ ਸਤ ਕੀ ਹੁੰਦਾ। ਸਮਾਂ ਬਹੁਤ ਹੋਰ ਤਰ੍ਹਾਂ ਦਾ ਭਿਆਨਕ ਹੈ। ਆਓ ਗੁਰੂ ਰਾਮਦਾਸ ਮਹਾਰਾਜ ਜੀ, ਸਾਡੇ ਵੱਡੇ ਪਿਤਾ ਜੀ, ਗੁਰੂ ਪਿਤਾ ਜੀ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹੇ ਗੁਰੂ ਪਿਤਾ ਜੀ ਨੇ। ਸੋ ਇਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਸਾਡੇ ਦਾਦਾ ਗੁਰੂ ਜੀ ਨੇ, ਉਹ ਦਾਦਾ ਜੀ ਨੇ ਸਾਡੇ। ਇਸ ਕਰਕੇ ਉਹ ਸਭ ਤੋਂ ਵੱਡੇ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢ ਬੰਸ ਦੇ ਮੋਢੀ, ਉਹ ਬਖਸ਼ਿਸ਼ ਕਰ ਰਹੇ ਨੇ ਸ੍ਰੀ ਦਰਬਾਰ ਸਾਹਿਬ ਤੋਂ, ਜਾਂ ਕਹਿ ਲਓ ਵੀ ਸ੍ਰੀ ਗੋਇੰਦਵਾਲ ਸਾਹਿਬ ਬੈਠ ਕੇ ਸੋਹਣੀ ਬਾਣੀ ਉਚਾਰਨ ਕੀਤੀ ਬਿਆਗੜਾ ਰਾਗ ਦੇ ਵਿੱਚ। ਸਤਿਗੁਰੂ ਜੀ ਸਾਨੂੰ ਗੁਰਸਿੱਖਾਂ ਨੂੰ, ਪੂਰੀ ਦੁਨੀਆ ਨੂੰ ਇਹ ਉਪਦੇਸ਼ ਕਰਦੇ ਨੇ, ਜਿਨ ਹਰ ਹਰ ਨਾਮ ਨਾ ਚੇਤਿਓ ਮੇਰੀ ਜਿੰਦੜੀਏ। ਇਹ ਮੇਰੀ ਜਿੰਦੇ, ਇਹ ਮੇਰੀ ਜੀਵਾਤਮਾ, ਵੀ ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਚੇਤਾ ਹੀ ਨਹੀਂ ਕੀਤਾ, ਕਦੇ ਯਾਦ ਹੀ ਨਹੀਂ ਕੀਤਾ। ਕਦੇ ਤਾਂ ਯਾਦ ਆਉਣਾ ਚਾਹੀਦਾ। ਉਹ ਜਿਨ੍ਹਾਂ ਨੇ ਇੰਨਾ ਕੁਝ ਬਖਸ਼ਿਸ਼ ਕੀਤਾ ਆਪਾਂ ਨੂੰ। ਜੇ ਪ੍ਰਸਾਦ ਛਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰਖ ਮਨ ਮਾਹੇ। ਜੇ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕਉ ਸਿਮਰਤ ਪਰਮਗਤ ਪਾਵੈ। ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ। ਇਹ ਅਸ਼ਟਪਦੀ ਸਾਰੀ ਪੜ੍ਹੋ। ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ। ਜੇ ਪ੍ਰਸਾਦ ਭੋਗੈ ਸਭ ਰਸਾ। ਇਹ ਸਾਰੀਆਂ ਚੀਜ਼ਾਂ ਪੜ੍ਹੋ ਨਾ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ। ਸਤਿਗੁਰੂ ਕਹਿੰਦੇ ਜਿਹਨੇ ਕਦੇ ਚੇਤਾ ਹੀ ਨਹੀਂ ਕੀਤਾ, ਚੇਤਾ ਹੀ ਨਹੀਂ ਆਇਆ। 9ਵੇਂ ਪਾਤਸ਼ਾਹ ਵੀ ਸੁਚੇਤ ਕਰਕੇ ਕਹਿੰਦੇ ਨੇ, ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ। ਛਿਨ ਛਿਨ ਔਧ ਬਿਹਾਤ ਹੈ ਫੂਟੈ ਘਟ ਜਿਉ ਪਾਣੀ। ਹਰ ਗੁਣ ਕਾਹੇ ਨ ਗਾਵਹੀ ਮੂਰਖ ਅਗਿਆਨਾ। ਝੂਠੈ ਲਾਲਚ ਲਾਗ ਕੈ ਨਹਿ ਮਰਨ ਪਛਾਨਾ। ਅਜ ਹੋ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ।
ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਚੇਤਨਾ ਹੈ ਤਾਂ ਚੇਤ ਲੈ, ਯਾਦ ਕਰਨਾ ਕਰ ਲੈ। ਚੇਤਾਈ ਤਾਂ ਚੇਤ, ਸਤਿਗੁਰੂ ਕਹਿੰਦੇ ਚੇਤਾ ਕਰ, ਚੇਤਾ ਕਰ, ਭੁਲਾ ਨਾ। ਕਿਵੇਂ ਮਾਤਾ ਦੇ ਉਦਰ ਵਿੱਚ ਤੇਰੀ ਰੱਖਿਆ ਕੀਤੀ, ਚੇਤਾ ਕਰ। ਕਿਵੇਂ ਤੇਰੇ ਲਈ ਬਚਪਨ ਤੋਂ ਲੈ ਕੇ ਇੰਤਜ਼ਾਮ ਕੀਤੇ ਨੇ ਦੁੱਧ ਦੇ, ਰੋਟੀ ਦੇ। ਰੋਜ਼ ਹਰੇਕ ਨੂੰ ਰੋਜੀ ਰੋਟੀ ਦੀ ਪ੍ਰਾਪਤੀ ਮਿਲਦੀ ਹੈ, ਯਾਦ ਕਰ। ਅਕਿਰਤ ਘਣ ਨਾ ਹੋ, ਇੰਨਾ ਕੁਝ ਲੈ ਕੇ ਮੁੱਕਰ ਨਾ ਹੁਣ। ਸਤਿਗੁਰੂ ਕਹਿੰਦੇ ਜਿੰਨਾ ਚੇਤੇ ਨਹੀਂ ਮੇਰੀ ਜਿੰਦੜੀਏ, ਉਹ ਮਹਾਰਾਜ ਜੀ ਕਈ ਬੰਦੇ ਜਿਹੜੇ ਚੇਤੇ ਹੀ ਨਹੀਂ ਕਰਦੇ ਹੈ। ਤੇ ਮਨਮੁਖ ਮਨ ਦੇ ਮਗਰ ਲੱਗੇ, ਗੁਰੂ ਨੂੰ ਛੱਡ ਕੇ ਇੱਕ ਗੁਰੂ ਦੇ ਮਗਰ ਲੱਗਦੇ, ਉਹ ਗੁਰਮੁਖ ਨੇ। ਇਹ ਮਨ ਦੇ ਮਗਰ ਲੱਗੇ ਆ, ਇਹ ਕਰਕੇ ਮਨ ਮੁਖ ਮੂੜ ਇਹ ਆਣੇ ਰਾਮ। ਮੂਰਖ, ਮੂੜ ਨੂੰ ਮੂਰਖ ਕਹਿੰਦੇ ਨੇ। ਇਹ ਆਣੇ ਬਿਲਕੁਲ ਹੀ ਨਿਆਣੇ ਵਾਲੀਆਂ ਗੱਲਾਂ ਕਰਦੇ ਨੇ। ਅਕਿਰਤ ਘਣ ਹੋ ਗਏ ਸਾਰੇ ਲੋਕ। ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਰਾਮ ਹੈ ਭਾਈ। ਉਹ ਮਹਾਰਾਜ ਜੀ ਮਨਮੁਖ ਕੌਣ ਨੇ? ਉਹਨਾਂ ਦਾ ਧਿਆਨ ਕਿਉਂ ਨਹੀਂ ਜਾਂਦਾ ਪਰਮਾਤਮਾ 'ਚ? ਉਹ ਚੇਤੇ ਕਿਉਂ ਨਹੀਂ ਕਰ ਸਕਦੇ? ਇਹ ਕਾਰਨ ਕੀ ਹੈ? ਸਤਿਗੁਰੂ ਕਹਿੰਦੇ ਉਹਨਾਂ ਦਾ ਮਨ ਇੱਕ ਹੋਰ ਪਾਸੇ ਖਿੱਚਿਆ ਗਿਆ, ਸਾਡੇ ਵੱਲੋਂ ਹਟ ਕੇ ਕਿਸੇ ਹੋਰ ਪਾਸੇ ਲੱਗ ਗਿਆ ਮਨ ਉਹਨਾਂ ਦਾ। ਜਿਵੇਂ ਇੱਕ ਸੰਸਾਰੀ ਉਦਾਹਰਨ ਦੇ ਲੈਂਦੇ, ਕਹਿੰਦੇ ਨੋਟ ਤੁੜਾਇਆ ਤੇ ਗਿਆ, ਮੁੰਡਾ ਵਿਆਹਿਆ ਤੇ ਗਿਆ। ਜਾਂ ਮੁੰਡੇ ਵਿਆਹੇ ਜਾਂਦੇ ਨੇ, ਫਿਰ ਮਾਂ-ਬਾਪ ਜ਼ਹਿਰ ਵਰਗੇ ਲੱਗਦੇ, ਫਿਰ ਕੌੜੇ ਲੱਗਣ ਲੱਗ ਜਾਂਦੇ ਵੀ ਹੁਣ ਤਾਂ ਇਹ। ਮਹਾਰਾਜ ਜੀ ਕਹਿੰਦੇ ਇਹ ਜਿਹੜੀ ਨਾਕੋਂ ਕਾਟੀ ਕਾਨੋਂ ਕਾਟੀ ਸੀ, ਉਹ ਉਹਨਾਂ ਨੂੰ ਖਿੱਚ ਕੇ ਲੈ ਗਈ ਆਪਦੇ ਵੱਲ, ਮਾਂ-ਬਾਪ ਨੂੰ ਛੱਡਤਾ। ਆਪਾਂ ਵੀ ਜਦੋਂ ਸੰਸਾਰ ਦੇ ਵਿੱਚ ਆਉਂਦੇ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਦਾ ਸੁਭਾਅ ਹੀ ਹੈ, ਬੰਦੇ ਦੇ ਅੰਦਰ ਨਫ਼ਰਤ ਪੈਦਾ ਕਰਦੀ ਹੈ। ਸਾਧੂ ਸੰਤ ਜਿਹੜੇ ਪੂਰਨ ਗੁਰਮੁਖ ਨੇ, ਮਾਇਆ ਤੋਂ ਮੁਕਤ ਨੇ, ਉਹਨਾਂ ਅੰਦਰ ਕਿਸੇ ਪ੍ਰਤੀ ਵੈਰ ਨਹੀਂ। ਹੁਣ ਆਪਾਂ ਕਹਿੰਦੇ ਰੱਬ ਕਿਸੇ ਨੂੰ ਕੁਝ ਕਹਿੰਦਾ ਨਹੀਂ, ਮਹਾਰਾਜ ਦੀ ਬੇਅਦਬੀ ਤੱਕ ਲੋਕ ਕਰਨੇ ਮਹਾਰਾਜ ਕੀ, ਕਿਉਂਕਿ ਨਿਰਵੈਰ ਹੈ ਉਹ, ਉਹਦੇ ਅੰਦਰ ਵੈਰ ਨਹੀਂ। ਉਹ ਕਹਿੰਦੇ ਹਾਂ ਫਲ ਪਾਊਗਾ ਆਪਣੀ ਕਰਨੀ ਦਾ ਆਪੇ ਹੀ ਸਮਾਂ ਆਉਣ 'ਤੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋ ਮੋਹ ਮਾਇਆ ਚਿੱਤ ਲਾਹੇਂਦੇ ਮੇਰੀ ਜਿੰਦੜੀਏ। ਇਹ ਮੇਰੀ ਜੀਵ ਆਤਮਾ, ਮੇਰੇ ਜਿੰਦੇ ਜਿਹੜੇ ਮਾਇਆ ਦੇ ਮੋਹ ਦੇ ਵਿੱਚ ਚਿੱਤ ਲਾਉਂਦੇ ਨੇ, ਮਾਇਆ ਵੱਲ ਅਟਰੈਕਟਿਵ ਹੋ ਗਏ, ਖਿੱਚੇ ਗਏ, ਮਾਇਆ ਨੇ ਆਪਣੇ ਵੱਲ ਨੂੰ ਖਿੱਚ ਲਏ। ਬਈ ਬੜੀ ਜ਼ਬਰਦਸਤ ਹੈ। ਕਿੰਨੀ ਉੱਚੀ ਅਵਸਥਾ ਹੋ ਜੇ ਨਾ। ਭਾਈ ਰਘਬੀਰ ਸਿੰਘ ਜੀ ਵੀਰ ਕਲਕੱਤੇ ਮਹਾਂਪੁਰਖ ਕਹਿ ਲਓ ਵੀ ਬੜੀ ਉੱਚੀ ਅਵਸਥਾ ਦੇ ਮਾਲਕ, 10ਵੇਂ ਦੁਆਰ ਤੱਕ ਚਲੇ ਗਏ। ਉਹਨਾਂ ਦੀਆਂ ਪੁਸਤਕਾਂ ਨੇ ਬੰਦਗੀ ਨਾਮਾ, ਅਰਦਾਸ ਸ਼ਕਤੀ, ਹੁਣ ਬਹੁਤ ਸਾਰੀਆਂ ਬੰਦਗੀ ਨਾਮਾ ਉਹਨਾਂ ਦੀ ਕਾਫੀ ਮਸ਼ਹੂਰ ਹੈ, ਮੈਂ ਪੜ੍ਹੀ ਹੋਈ ਹੈ, ਤੁਸੀਂ ਵੀ ਲੈ ਕੇ ਪੜ੍ਹ ਲਿਓ। ਜੇ ਇਹ ਬੰਦਗੀ ਨਾਮਾ ਅੰਮ੍ਰਿਤਸਰ ਜਾਓਗੇ ਤਾਂ ਉੱਥੇ ਸ਼ਾਇਦ ਮਿਲ ਜੇ। ਜਾਂ ਇੱਕ ਭਜਨ ਬੰਦਗੀ ਦਾ ਪ੍ਰਤਾਪ ਮੇਜਰ ਹਰਭਜਨ ਸਿੰਘ ਜੀ ਚੰਡੀਗੜ੍ਹ ਵਾਲਿਆਂ ਦੀ ਪੁਸਤਕ ਜੇ ਲੱਭ ਜੇ ਤੁਹਾਨੂੰ, ਅੰਮ੍ਰਿਤਸਰ ਸਾਹਿਬ, ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਬਾਹਰ ਕਾਫੀ ਦੁਕਾਨਾਂ। ਇਸ ਕਰਕੇ ਉਹਨਾਂ ਨੇ ਲਿਖਿਆ, ਦੇਖੋ ਸੱਚਾ ਬੰਦਾ ਸੱਚਾ ਹੀ ਹੁੰਦਾ। ਉਹਨਾਂ ਨੇ ਲਿਖਿਆ ਵੀ 6ਵੀਂ ਭੂਮਿਕਾ ਤੱਕ ਮੈਂ ਚਲਿਆ ਗਿਆ ਬੰਦਗੀ ਦੇ ਵਿੱਚ, ਸਾਰੀਆਂ ਭੂਮਿਕਾਵਾਂ ਲਿਖੀਆਂ। ਸੁਵਿਛਾ, ਸੁਵਿਚਾਰਨਾ, ਤਨੂ ਮਾਨਸਾ, ਅੰਸ ਸਖਤ, ਸਤਵਾ ਪਦ, ਪਦਾਰਥਾ ਭਾਵਨੀ, ਤੁਰਿਆ ਪਦ, ਇਹ 6-7 ਭੂਮਿਕਾ ਹੈ। ਕਹਿੰਦੇ ਮੈਂ 10ਵੇਂ ਦੁਆਰ ਤੱਕ ਮੇਰੀ ਚਲਿਆ ਗਿਆ, ਇੱਕ ਚੀਜ਼ ਤੋਂ ਨਹੀਂ ਖਹਿੜਾ ਛੁੱਟ ਹੋਇਆ, ਇੱਕ ਚੀਜ਼ ਮੇਰਾ ਖਹਿੜਾ ਨਹੀਂ ਛੱਡਦੀ। ਕਹਿੰਦੇ ਉਹ ਕੀ ਆ? ਕਹਿੰਦੇ ਜਿਹੜਾ ਇਸਤਰੀਆਂ ਦੇ ਸੁੰਦਰ ਰੂਪ ਨੇ ਨਾ, ਇਹਨਾਂ ਤੋਂ ਹਾਲੇ ਤੱਕ ਮੇਰਾ ਪਿੱਛਾ ਨਹੀਂ ਛੁੱਟਿਆ। ਬਾਰ-ਬਾਰ ਮੇਰਾ ਰੂਪ ਦੇਖਣ ਨੂੰ ਜੀ ਕਰਿਆ ਆਉਂਦਾ। ਕਹਿੰਦੇ ਮੈਂ ਝੂਠ ਨਹੀਂ ਕਹਿੰਦਾ, ਇਹ ਮੇਰਾ ਔਗਣ ਸੰਗਤ ਦੂਰ ਕਰੇ, ਮੇਰੀ ਅਰਦਾਸ ਕਰੇ। ਇਹ ਮੈਨੂੰ ਆਪਣੇ ਵੱਲ ਨੂੰ ਖਿੱਚਦੀ ਹੈ ਬੜਾ ਮਾਇਆ। ਸਭ ਤੋਂ ਦੋ ਹੀ ਮਾਇਆ ਨੇ, ਜਾਂ ਜੜ ਜਾਂ ਚੇਤਨ। ਜੜ ਮਾਇਆ ਤਾਂ ਰੁਪਈਏ ਨੇ, ਇਹਨਾਂ ਤੋਂ ਤਾਂ ਹਾਲੇ ਥੋੜ੍ਹਾ ਜਿਹਾ ਭਾਵੇਂ ਕੋਈ ਛੁਟਕਾਰਾ ਕਰ ਲਵੇ, ਪਰ ਚੇਤਨ ਮਾਇਆ ਨਹੀਂ ਛੱਡਦੀ।
ਕਈ ਲੋਕ ਜਾ ਕੇ ਜੰਗਲਾਂ ਵਿੱਚ ਚਲੇ ਗਏ ਵੀ ਸੰਸਾਰ ਵਿੱਚ ਕੋਈ ਇਸਤਰੀ ਦਿਖਦੀ ਹੈ ਤਾਂ ਮਨ ਡੋਲ ਹੋ ਜਾਂਦਾ, ਉੱਥੇ ਰਿੱਧੀਆਂ ਸਿੱਧੀਆਂ ਪਹੁੰਚ ਜਾਂਦੀਆਂ। ਇਹ ਵੀ ਇਸਤਰੀਆਂ ਹੀ ਹੁੰਦੀਆਂ, ਇਹ ਉਸ ਤੋਂ ਵੀ ਸੋਹਣੀਆਂ ਹੁੰਦੀਆਂ, ਰਿੱਧੀਆਂ ਸਿੱਧੀਆਂ ਦੇਵੀਆਂ, ਤਾਕਤਾਂ, ਬਹੁਤ ਕੁਛ ਹੈ। ਮੋਹਣੀਆਂ ਗਾਵਤੁਨ ਮੋਹਣੀਆਂ ਮਨ ਮੋਹਨ, ਰੋਜ਼ ਪੜ੍ਹਦੇ ਹੋ ਤੁਸੀਂ ਸੋਦਰ ਦੇ ਵਿੱਚ, ਗਾਵਤੁਨ ਮੋਹਣੀਆਂ ਮਨ ਮੋਹਨ, ਕਿੱਥੋਂ ਕਿੱਥੋਂ ਦੀਆਂ ਨੇ, ਕਿੱਥੇ ਕਿੱਥੇ ਲੁਕਾਂਗੇ ਇਹਨਾਂ ਤੋਂ। ਸਵਰਗਾਂ ਦੀਆਂ ਮੋਹਣੀਆਂ, ਮੱਛ ਧਰਤੀ ਦੀਆਂ ਮੋਹਣੀਆਂ, ਪਿਆਲੇ ਪਤਾਲ ਦੀਆਂ ਵੀ ਮੋਹਣੀਆਂ ਹੈਗੀਆਂ। ਇਹਨਾਂ ਤੋਂ ਬੰਦੇ ਦਾ ਪਿੱਛਾ ਨਹੀਂ ਛੁੱਟਦਾ। ਮਹਾਰਾਜ ਕਹਿੰਦੇ ਜਿਉਂ-ਜਿਉਂ ਅਵਸਥਾ ਉੱਚੀ ਹੁੰਦੀ ਹੈ, ਆਮ ਮਾੜੇ ਮੋਟੇ ਬੰਦੇ ਨੂੰ ਤਾਂ ਕੌਣ ਕੁਛ ਕਹਿੰਦਾ, ਜਿਹਦੇ ਕੋਲ ਪੈਸਾ, ਰਾਜ ਭਾਗ ਹੈ, ਬੜਾ ਕੁਛ ਆ, ਉਹਦੇ ਮਗਰ ਹੀ ਪੈ ਜਾਂਦੀਆਂ ਇਸਤਰੀਆਂ। ਸਾਧੂ ਮਹਾਤਮਾ ਜੇ ਉੱਚੀ ਅਵਸਥਾ 'ਚ ਹੈ ਤਾਂ ਉਹਦੇ ਮਗਰ ਰਿੱਧੀਆਂ ਸਿੱਧੀਆਂ ਰੂਪ ਹੋ ਕੇ ਪੈ ਜਾਂਦੀਆਂ। ਤੇ ਬੜਾ ਕੁਛ ਹੈ। ਬਹੁ ਰੰਗੀ ਮਾਇਆ ਬਹੁ ਵਿਧ ਪੇਖੀ, ਮਹਾਰਾਜ ਕਹਿੰਦੇ ਬਹੁ ਰੰਗੀ ਮਾਇਆ ਹੈ, ਜਿਹਾ ਜਿਹਾ ਅਵਸਥਾ ਹੁੰਦੀ ਉਹੋ ਜਿਹੇ ਰੂਪ ਧਾਰਨ ਕਰਕੇ ਪਹੁੰਚ ਜਾਂਦੀ ਹੈ। ਸ੍ਰਿੰਗੀ ਲਿਖੀ ਅੱਗ ਡਲਾ ਕੇ ਸਿੱਟਦੇ ਨੇ। ਬ੍ਰਹਮਾ ਵਿਸ਼ਨ ਮਹਾਦੇਵ ਛਲਿਆ, ਸਰਪਣੀ ਤੇ ਉੱਪਰ ਨਹੀਂ ਬਲਿਆ। ਇਹ ਮਾਇਆ ਰੂਪ ਸਪਣੀ ਤੋਂ ਉੱਤੇ ਕੋਈ ਤਾਕਤਵਰ ਨਹੀਂ ਹੈ। ਇੱਕ ਚੀਜ਼ ਹੈ, ਜਦ ਭਗਤ ਕਬੀਰ ਜੀ ਨੇ ਇਹ ਉਚਾਰਨ ਕੀਤਾ ਸੀ ਨਾ ਕਿ ਸਰਪਣੀ ਦੇ ਉੱਪਰ ਨਹੀਂ ਬਲਿਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਬ੍ਰਹਮਾ ਵਿਸ਼ਨੂੰ ਮਹਾਦੇਵ ਛਾੜ ਲਿਆ ਸੀ ਮਾਇਆ ਨੇ। ਸੰਗਤ ਕਥਾ ਸੁਣਦੀ ਸੀ ਜਿਹੜੀ ਇਹ ਸ਼ਬਦ ਹੈ, ਉਹ ਡਰ ਗਈ। ਕਬੀਰ ਜੀ ਫਿਰ ਤਾਂ ਮਾਇਆ ਤੋਂ ਅਸੀਂ ਬਚ ਨਹੀਂ ਸਕਦੇ ਹਾਂ। ਭਗਤ ਕਬੀਰ ਜੀ ਕਹਿੰਦੇ ਨਹੀਂ, ਐ ਨਹੀਂ ਹੈ ਗੱਲ। ਜੇ ਤੁਸੀਂ ਰਾਮ ਦਾ ਨਾਮ ਲਈ ਜਾਓਗੇ ਫਿਰ ਮਾਇਆ ਨਹੀਂ ਕੁਛ ਕਹਿੰਦੀ, ਨਾਮ ਤੋਂ ਡਰਦੀ ਹੈ ਬਸ। ਨਾਮ ਜਪੋ। ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਨਾਮ ਜਪਣ ਤੋਂ ਔਰ ਇੱਛਾ ਵੀ ਰੱਖੇ, ਹੈ ਪ੍ਰਭੂ ਮੇਰੀ ਰੱਖਿਆ ਕਰੋ, ਆਪਣੀ ਮਾਇਆ ਨੂੰ ਰੋਕ ਲਓ। ਬਾਣੀ 'ਚ ਪੰਗਤੀਆਂ ਆਉਂਦੀਆਂ, ਆਪੇ ਦੁਰਮਤ ਮਨਹਿ ਕਰੇ, ਰੱਬ ਦੁਰਮਤ ਨੂੰ ਆਪ ਹੀ ਮਨਾ ਕਰਕੇ ਪਰੇ, ਬਸ ਇਹ ਬੰਦੇ ਨੂੰ ਛੱਡ ਦੇ। ਹੁਣ ਆਪੇ ਮਾਇਆ ਮਨਹਿ ਕਰੇ, ਮਾਇਆ ਨੂੰ ਹੀ ਕਹਦੇ ਬਸ ਹੁਣ ਨਹੀਂ ਪਰਖ ਲੈਣੀ ਇਹਦੀ, ਹੁਣ ਸਾਡਾ ਹੁਣ ਨਾ ਦੇਖੀਏ ਇਹਨੂੰ, ਉਹ ਬਚਾ ਲੈਂਦੇ ਨੇ। ਸਤਿਗੁਰੂ ਕਹਿੰਦੇ ਇਹ ਮੋਹ ਮਾਇਆ ਵਿੱਚ ਐਸਾ ਚਿੱਤ ਜਿਨ੍ਹਾਂ ਲਾਇਆ ਹੈ, ਸਾਰੀ ਜ਼ਿੰਦਗੀ ਮਾਇਆ ਵਿੱਚ ਫਸੇ ਰਹੇ 90 ਸਾਲ ਦੇ ਹੋ ਕੇ 100 ਸਾਲ ਦੇ ਹੋ ਕੇ, ਅੱਜ ਕੱਲ੍ਹ ਤਾਂ 70-65 ਦੀ ਉਮਰ ਹੋ ਗਈ, ਬਸ 65 ਸਾਲ ਦੀ ਉਮਰ 'ਚ ਬਲੌਕੇਜ ਹੋ ਜਾਂਦੀ ਨਾੜਾਂ ਦੀ। ਖਾਣੇ ਪੀਣੇ ਗਲਤ ਹੋ ਗਏ ਨਾ ਬਾਲੇ, ਸਾਫ ਸੁਥਰਾ ਤਾਂ ਹੈ ਹੀ ਨਹੀਂ ਕੁਛ। ਔਰ ਜਦੋਂ ਅੰਤਮ ਸਮਾਂ ਆਇਆ ਫਿਰ ਕੀ ਹੋਇਆ, ਸੇ ਅੰਤ ਗਏ ਪਛਤਾਣੇ ਰਾਮ ਰਾਮ ਹੈ ਭਾਈ। ਉਹ ਫਿਰ ਅੰਤ ਨੂੰ ਸੰਸਾਰ ਵਿੱਚੋਂ ਪਛਤਾਉਂਦੇ ਹੀ ਜਾਂਦੇ ਨੇ। ਉਦੋਂ ਕਿ ਜਾ ਕੇ ਸੁਰਤ ਜੀ ਆਉਂਦੀ ਹੈ, ਸੋਝੀ ਆਉਂਦੀ ਹੈ, ਸੰਭਾਲੂ ਆਉਂਦਾ। ਓਹੋ ਅਸੀਂ ਤਾਂ ਸਾਰੀ ਜ਼ਿੰਦਗੀ ਨਾਮ ਤਾਂ ਜਪਿਆ ਹੀ ਨਹੀਂ ਹੈ, ਅੰਮ੍ਰਿਤ ਛਕਣਾ ਸੀ ਉਹ ਨਹੀਂ ਛਕਿਆ ਹੈ। ਤਾਈਓ ਨੌਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਈ। ਮੌਤ ਆ ਗਈ, ਪਤਾ ਹੀ ਨਹੀਂ ਲੱਗਦਾ। ਵੈਸੇ ਦੇਖਿਆ ਜਾਵੇ ਆਪਣੀ ਜ਼ਿੰਦਗੀ ਜਿਹੜੀ ਆ ਉਦੋਂ 20 ਸਾਲ ਹੀ ਠੀਕ ਹੁੰਦੀ, ਕਿਉਂਕਿ ਬਚਪਨ ਹੈ ਉਹ ਇਹਦਾ ਪਤਾ ਨਹੀਂ ਲੱਗਦਾ। ਕਿਸ਼ੋਰ ਅਵਸਥਾ ਉਹ 'ਚ ਊਣੀ ਅਕਲ ਆਉਂਦੀ, ਜਦ ਨੂੰ ਅਕਲ ਆਉਂਦੀ ਹੈ ਉਦੋਂ ਨੂੰ ਜੰਜਾਲ ਪੈ ਜਾਂਦੇ ਨੇ। ਜਦ ਜੰਜਾਲਾਂ ਤੋਂ ਮਾੜਾ ਛੁੱਟਦੇ ਆ ਉਦੋਂ ਨੂੰ ਉਮਰ 60-70 ਸਾਲ ਹੋ ਜਾਂਦੀ। ਇਸ ਕਰਕੇ ਆਪਣਾ ਕਿਹੜਾ ਟਾਈਮ ਹੈ ਜਾਂ ਵੀ ਨਾਮ ਜਪਣ ਦਾ ਕੋਈ ਟਾਈਮ ਕੱਢੋ ਨਾ। ਜੇ ਤੁਸੀਂ ਕਹੋ ਵੀ ਅਸੀਂ ਵਿਹਲੇ ਹੋ ਕੇ ਜਪਾਂਗੇ, ਕੋਈ ਕਹਿੰਦਾ ਨਿਆਣੇ ਵਿਆਹ ਲਈਏ, ਫਿਰ ਇਹ ਨਹੀਂ, ਇਹ ਤਾਂ ਬਹੁਤ ਵੱਡਾ ਧੋਖਾ ਹੈ। ਇਹ ਤਾਂ ਐਵੇਂ ਹੀ ਮਨ ਦੀਆਂ ਗੱਲਾਂ ਨੇ ਵੀ ਨਾਮ ਤਾਂ ਜਪਣ ਹੀ ਨਹੀਂ ਦੇਣਾ ਮਾਇਆ ਨੇ ਆਪਾਂ ਨੂੰ। ਆਪਣੇ ਵੱਲ ਹਮੇਸ਼ਾ ਚਿੱਤ ਇਹਦੇ ਵੱਲ ਖਿੱਚਿਆ ਜਾਂਦਾ। ਉਹ ਲੋਕ ਜਿਹੜੇ ਜਿਨ੍ਹਾਂ ਦਾ ਹੁਣ ਪ੍ਰਸੰਗ ਪਹਿਲਾਂ ਚੱਲ ਰਿਹਾ, ਅੱਗੇ ਜਾ ਕੇ ਦੂਜਾ ਵੀ ਚਲਾਉਣਗੇ। ਪਹਿਲਾਂ ਮਨਮੁਖ ਦੀ ਦਸ਼ਾ ਕਥਨ ਕੀਤੀ, ਮਨ ਦੇ ਮਗਰ ਹੈ ਉਹੀ ਬੰਦੇ ਆ, ਬੰਦੇ ਹੀ ਨੇ, ਉਹ ਵੀ ਬੰਦੇ ਹੀ ਨੇ, ਸਾਡੇ 'ਚੋਂ ਹੀ ਨੇ ਉਹ ਵੀ।
चित्त उधर खिंचा गया। चित्त जिनका हिर लिया माया, बोलन पए रवाणी। औल जलूल बोलते रहते जिन्होंने चित्त माया ने अपने वाल खिंचा, उन्होंने भावना, राल कहे ना भावना, उन्होंने भावना माया ते बनी हुई है। एक दी भावना गुरु ते है, एक दी भावना माया ते बनी हुई है। इस करके सतगुरु महाराज जी आपां नूं देखो सिक्ख्या बख्शिश करते हैं। हुण गुरु ग्रंथ साहिब जिहड़ा बचन लिखिया वो झूठ नहीं हो सकता। बाबा मगर सिंह जी रामगढ़ वाले ब्रह्म ਗਿਆਨੀ महापुरख होए ने, उन्होंने दी बरसी ते मैं हर साल जाना। ददेहड़ पिंड पैंदा इधर जगरावां वल है। वो बाबा जी ने एक बार भरे दीवान संगत च कहा सी, कहते भाई एक चीज़ जिहड़ी आसमान च नहीं हैगी, एक धरती ते नहीं हैगी, एक गुरु ग्रंथ साहिब दे विच नहीं हैगी। कईयां नूं गुस्सा जिहा लग्या, खड़े हो गए नौजवान, बाबा जी ये नहीं गल कहनी भी गुरु ग्रंथ साहिब तो सारा कुछ। कहने भाई थोड़ी तसल्ली कराने, बह जाओ। कहने संगत सारी दसो आसमान दे विच कोई दरख्त नज़र आउंदा धरती वाला? कहने ना जी। कहने धरती ते कोई तारा नज़र आउंदा आसमान वाला? कहने ना जी। एक ओंकार तो 18 10 20 तक गुरु ग्रंथ साहिब झूठ नज़र आउंदा किते? कहने ना जी। कहने मैं तो यही कह भी एक चीज़ गुरु ग्रंथ साहिब च है नहीं, झूठ। गुरु ग्रंथ साहिब च जिहड़ी पंक्ति लिखी है वो सत 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 कर ही मननी है। इत्थे सत लिए लिखिया है, ਜਿਹੜੇ ਬੰਦਿਆਂ ਨੂੰ ਮਾਇਆ ਨੇ ਆਪਣੇ ਵੱਲ ਖਿੱਚ ਲਿਆ, ਨਾਮ ਨੂੰ ਚੇਤੇ ਨਹੀਂ ਕਰਦੇ, ਮਨਮੁਖ ਮੂੜ ਇਆਣੇ ਸਰੀਰ ਛੱਡਣ ਤੋਂ ਬਾਅਦ। ਇੱਥੇ ਹੀ ਨਹੀਂ, ਉੱਪਰ ਵੀ ਹੈਗਾ ਸਭ ਕੁਝ, ਉੱਥੇ ਸੂਖਮ ਰੂਪ ਵਿੱਚ ਹੈ। ਜਦੋਂ ਉੱਤੇ ਜਾਂਦੇ ਆ, ਇੱਕ ਤਾਂ ਉਹ ਨੇ ਜਿਹੜੇ ਮਹਾਂਪੁਰਖ ਨੇ, ਨਾਮ ਜਪਣ ਵਾਲੇ ਗੁਰਮੁਖ ਪਿਆਰੇ, ਜਿਨ੍ਹਾਂ ਦੀ ਜ਼ਿੰਦਗੀ ਸਾਰੀ ਬਾਣੀ ਪੜ੍ਹਦਿਆਂ ਗੁਜ਼ਰੀ, ਗ੍ਰਸਤੀਆਂ ਵਿੱਚ ਵੀ ਨੇ ਸਾਰੇ ਵਧੀਆ। ਇੱਕ ਤਾਂ ਉਹ ਨੇ ਜਿਨ੍ਹਾਂ ਨੂੰ ਰੇ ਰੇ ਦਰਗਾਹ ਕਹੈ ਨਾ ਕੋ, ਦਰਗਾਹ ਵਿੱਚ ਉਹਨਾਂ ਨੂੰ ਓਏ ਓਏ ਕਰਕੇ ਨਹੀਂ ਬੁਲਾਉਂਦੇ। ਆਓ ਬੈਠ ਆਦਰ ਸੁਭ ਦਿਓ, ਸਾਰੇ ਕਹਿੰਦੇ ਨੇ ਆਓ ਜੀ, ਜੀ ਆਇਆਂ ਨੂੰ, ਬੈਠੋ ਜੀ। ਇੱਥੋਂ ਤੱਕ ਧਰਮਰਾਜ ਵੀ ਕਹਿੰਦਾ ਆਓ ਜੀ ਮਹਾਰਾਜ, ਸਾਡੇ ਚਰਨ ਪਾਏ ਨੇ। ਸਤਿਗੁਰੂ ਕਹਿੰਦੇ ਨੇ ਫਿਰ ਉਹ ਹਰੀ ਦੀ ਜਦੋਂ ਦਰਗਾਹ ਵਿੱਚ ਜਾਂਦਾ ਕੋਈ ਜੀਵ ਇਹੋ ਜਿਹਾ ਮਨਮੁਖ ਮਾਇਆ ਮਗਰ ਲੱਗਿਆ, ਹਰ ਦਰਗਾਹ ਢੋਈ ਨਾਲ ਹਨ ਮੇਰੀ ਜਿੰਦੜੀਏ, ਇਹ ਮੇਰੀ ਜਿੰਦੇ, ਉਹ ਫਿਰ ਹਰੀ ਦੀ ਦਰਗਾਹ ਵਿੱਚ ਢੋਈ ਆਸਰਾ ਨਹੀਂ ਮਿਲਦਾ। ਆਵਾ ਗਾਉਣੀ ਐਵੇਂ ਹੀ ਤੁਰੇ ਫਿਰਦੇ ਨੇ, ਨਾ ਇੱਧਰ ਦੇ ਨਾ ਉੱਧਰ ਦੇ, ਗੁਰੂ ਵਾਲੇ ਨਹੀਂ ਬਣੇ। ਬੜੇ ਲੋਕ ਕਹਿੰਦੇ ਅਸੀਂ ਗੁਰਦੁਆਰੇ ਕੀ ਲੈਣ ਜਾਣਾ, ਸਾਡੇ ਕੋਲ ਤਾਂ ਸਾਰਾ ਕੁਝ ਹੈਗਾ। ਨਹੀਂ, ਜਾਣਾ ਪੈਂਦਾ, ਗੁਰੂ ਦੇ ਸ਼ਰਨ ਵਿੱਚ ਆਉਣਾ, ਗੁਰਾਂ ਦੇ ਨਾਲ ਜੁੜਨਾ, ਅੰਮ੍ਰਿਤ ਛਕਣਾ, ਬਾਣੀ ਪੜ੍ਹਨੀ ਹੈ। ਚੱਲ ਇੱਥੇ ਤਾਂ ਸਾਰਾ ਕੁਝ ਹੈ, ਸਰੀਰ ਛੱਡਣ। ਦੇਖੋ ਜਿਹਦੇ ਕੋਲ ਕੋਠੀ ਕਾਰ, ਕੋਠੀਆਂ ਵੀ ਹੋਣਗੀਆਂ, ਬਹੁਤ ਕਾਰਾਂ, ਬਹੁਤ ਪੈਸਾ, ਚੱਲ ਹੈਲੀਕਾਪਟਰ, ਜਹਾਜ਼ ਹੈ, ਬਹੁਤ ਕੁਝ ਹੈ। ਇਹਦਾ ਸੰਬੰਧ ਸਾਡੇ ਘਰ ਦਾ ਸੰਬੰਧ ਸਾਡੇ ਸਰੀਰ ਨਾਲ ਹੈ, ਸਾਡੀ ਮਾਇਆ ਦਾ ਬੈਂਕ ਦੀ ਕਾਪੀ ਹੈ, ਉਹ 'ਚ ਕਰੋੜ ਰੁਪਈਆ ਵੀ ਹੈ ਨਾ, ਉਹ ਸਾਡੇ ਸਰੀਰ ਨਾਲ ਸੰਬੰਧ ਹੈ। ਜਦ ਆਤਮਾ ਵਿੱਚੋਂ ਨਿਕਲ ਕੇ ਇੱਧਰ ਖੜ ਗਈ, ਸਰੀਰ ਨੂੰ ਸੰਸਕਾਰ ਕਰਤਾ, ਆਤਮਾ ਤਾਂ ਹੁਣ ਸਾਈਨ ਕਰਕੇ ਪੈਸੇ ਕਢਾਉਣ ਰਹੀ ਉੱਥੋਂ। ਉਹ ਕਹੋ ਤਾਂ ਇੱਕ ਹਵਾ ਹੀ ਆ ਬਸ, ਉਹ ਤਾਂ ਇੰਨਾ ਕੁ ਚਾਨਣ ਜਿਹਾ ਹੁੰਦਾ। ਉਹਨੇ ਕੀ ਕਰਨਾ, ਜਿਉਂਦੇ ਜੀ ਜਿਹੜਾ ਕਹਿੰਦਾ ਮੈਂ ਅਮੀਰ ਆ, ਮਰ ਕੇ ਉਹ ਕੰਗਾਲ ਹੋ ਜਾਂਦਾ। ਮਰਨ ਤੋਂ ਬਾਅਦ ਕੰਗਾਲੀ ਛਾ ਜਾਂਦੀ ਹੈ। ਜਿਹੜੇ ਪੈਸੇ ਉੱਥੇ ਚੱਲਣੇ ਨੇ, ਹੁਣ ਜੇ ਤੁਸੀਂ 10-10 ਰੁਪਈਏ ਇੰਗਲੈਂਡ ਲੈ ਜਾਓ, 100-100 ਦੇ ਨੋਟ ਉੱਥੇ ਕਿਸੇ ਦੁਕਾਨਦਾਰ ਨੂੰ ਦਿਓ, 2000 ਵਾਲਾ ਕਹਿੰਦੇ ਇਹ ਨਹੀਂ ਚੱਲਦਾ, ਇਹ ਤਾਂ ਪਾਉਂਡ ਚੱਲਣਗੇ ਉਹਦੇ। ਉੱਥੇ ਵਾਲੇ ਉੱਥੇ ਭਾਈ, ਇੱਥੇ ਵਾਲੇ ਇੱਥੇ ਆ। ਹਰੇਕ ਮੁਲਕ ਦਾ ਨੋਟ ਉੱਥੇ ਜਿਹੜਾ ਹੈ, ਉੱਥੋਂ ਦੀ ਕਰੰਸੀ ਚੱਲਦੀ, ਪਰਲੋਕ ਦੀ ਕਰੰਸੀ ਹੈ ਸਤਨਾਮ ਸ੍ਰੀ ਅਕਾਲ। ਉਹ ਜਿੰਨਾ ਜਪਿਆ ਹੋਊਗਾ, ਜਿੰਨਾ ਜਮ੍ਹਾਂ ਕੀਤਾ ਹੋਊਗਾ, ਉਹ ਤੁਸੀਂ, ਤੁਹਾਡਾ ਮੂੰਹ ਵੀ ਬੰਦ ਹੋ ਜਾਂਦਾ। ਕਿਤੇ ਧੱਕੇ ਧੁੱਕੇ ਨਾਲ ਅਸੀਂ ਆ ਕਥਾ 'ਚ ਕਹਾ ਦਿੰਦੇ ਹਾਂ। ਚੱਲ ਇਹਦੀ ਜਦ ਉੱਤੇ ਜਾ ਕੇ ਕਦਰ ਪਊਗੀ, ਇਹਨੇ ਕਿੰਨਾ ਕੁ ਨਾਮ ਜਪਿਆ ਵਾ ਜੀ, ਕਿਤੇ ਧੱਕੇ ਨਾਲ ਸੰਗਤ 'ਚ ਕਿਸੇ ਨੇ ਕਹਾ ਤਾਂ
ਫਿਰ ਤਾਂ ਕਹਿ ਲਿਆ, ਨਹੀਂ ਤਾਂ ਵੈਸੇ ਹੈ ਹੀ ਨਹੀਂ ਕੰਮ ਦਾ ਬੰਦਾ ਇਹ ਗਲੀ 'ਚ ਤੁਰਿਆ ਜਾਂਦੇ ਗੱਲਾਂ, ਇੱਧਰ ਗਾਣੇ, ਇੱਧਰ TV ਆ, ਸਭ ਜ਼ਿੰਦਗੀ ਖਰਾਬ ਕਰਕੇ, ਆਪਣੀ ਸਵਾਸ ਖਰਾਬ ਕਰਕੇ ਹੀ ਪਰਲੋਕ ਨੂੰ ਚਲੇ। ਉੱਥੇ ਹੁਣ ਜਾ ਕੇ ਕਦਰ ਨਹੀਂ ਹੁੰਦੀ, ਕਿਉਂ? ਨਾਮ ਧਨ ਨਹੀਂ ਹੈ ਇਹਦੇ ਕੋਲ। ਨਾਮ ਧਨ ਤੋਂ ਬਿਨਾਂ ਕੋਈ ਪੁੱਛਦਾ ਨਹੀਂ ਹੈ ਅੱਗੇ। ਹਰ ਦਰਗਹਿ ਢੋਈ ਨਾ ਲਹਿਨ ਮੇਰੀ ਜਿੰਦੜੀਏ, ਜੋ ਮਨਮੁਖ ਪਾਪ ਲੁਭਾਣੇ ਰਾਮ। ਜਿਹੜੇ ਮਨ ਦੇ ਮੰਗਰ ਲੱਗੇ ਮਨਮੁਖ ਲੋਕ ਪਾਪਾਂ ਵਿੱਚ ਲੁਭਾਏਮਾਨ ਹੋਏ ਪਏ ਨੇ। ਪੁੰਨ ਪਾਪ ਦੋ ਚੀਜ਼ਾਂ, ਕੋਈ ਕਹਿੰਦਾ ਪੁੰਨ ਨਹੀਂ ਨਾ ਕੋਈ ਪਾਪ ਨਹੀਂ, ਪੁਰਾਣਾ ਅੱਖਰ ਹੋਣ ਕਰਕੇ ਉਹ ਥੋੜੀ ਜਿਹੀ ਸਮਝ ਨਹੀਂ ਲੱਗਦੀ। ਪੁੰਨ ਪਾਪ ਤਾਂ ਹੁਣ ਆਇਆ, ਹੁਣ ਪੜ੍ਹੇ ਲਿਖੇ ਨੇ, ਕਹਿੰਦਾ ਇਹ ਲੀਗਲੀ ਹੈ ਅਨਲੀਗਲੀ ਹੈ, ਇਹੀ ਪੁੰਨ ਪਾਪ ਆ, ਹੋਰ ਕੀ ਹੈ? ਲੀਗਲ ਤੇ ਅਨਲੀਗਲ ਹੀ ਆ। ਲੈ ਇੱਕੋ ਹੀ ਸੜਕ ਆ, ਸੜਕ ਦੇ ਉੱਤੇ ਤੁਸੀਂ ਜਾਓ, ਵੱਡੇ ਸ਼ਹਿਰ ਚਲੇ ਜਾਓ, ਤੁਸੀਂ ਆਪਣੀ ਗੱਡੀ ਸੱਜੇ ਲੈ ਕੇ ਦਿਖਾਓ ਤਾਂ, ਸੱਜੇ ਪਾ ਤੋਰੋ ਤਾਂ ਜਦ ਹੀ ਪੁਲਿਸ ਫੜ ਲਓਗੇ। ਕਹਿੰਦੇ ਜੀ ਸੜਕ ਤਾਂ ਉਹੀ ਹੈ, ਕਹਿੰਦੇ ਖੱਬੇ ਚੱਲਣ ਦਾ ਸਰਕਾਰ ਵੱਲੋਂ ਰੂਲ ਹੈ, ਆਪਾਂ ਖੱਬੇ ਹੀ ਚੱਲਣਾ ਹੈ। ਅਮਰੀਕਾ ਜਾ ਕੇ ਤੁਸੀਂ ਜੇ ਖੱਬੇ ਗੱਡੀ ਚਲਾਓਗੇ ਉੱਥੇ ਤੁਹਾਨੂੰ ਫੜ ਲੈਣਗੇ। ਕਹਿੰਦੇ ਸਾਡੇ ਉਰੇ ਸੱਜੇ ਦਾ ਰੂਲ ਹੈ, ਸੜਕ ਉਹੀ ਹੈ। ਪਾਪ ਕਿਹਨੂੰ ਕਹਿੰਦੇ ਨੇ? ਜਿਹੜੀ ਹੁਣ ਇੱਕ ਬੰਦਾ ਆਪਣੀ ਪਤਨੀ ਨਾਲ ਪਿੰਡ 'ਚ ਤੁਰਿਆ ਜਾਂਦਾ, ਸਾਰੇ ਕਹਿੰਦੇ ਉਹਨਾਂ ਦਾ ਪ੍ਰਾਹੁਣਾ ਆਇਆ, ਸਾਰੇ ਕਹਿੰਦੇ ਵੀ ਇਹ ਸਤਿਕਾਰਯੋਗ ਆ ਭਾਈ। ਉਹੀ ਕੋਈ ਬੰਦਾ ਵੈਸੇ ਹੀ ਕਿਸੇ ਕੁੜੀ ਨਾਲ ਤੁਰਿਆ ਜਾਂਦਾ, ਉਹੀ ਪਾਪ ਹੋ ਜਾਂਦਾ। ਕਿਸੇ ਦੇ ਬੱਚਾ ਹੋਇਆ, ਮੁੰਡਾ ਹੋਇਆ, ਧੂਮ ਧੜੱਕੇ, ਢੋਲ ਢਮੱਕੇ ਮਾਰ, ਲਾਈਟਾਂ ਲਾ ਵੀ ਸਾਡੇ ਲੜਕਾ ਹੋਇਆ, ਤੇ ਲੜਕਾ ਹੋ ਜਾਏ ਕਿਸੇ ਦੇ, ਉਹੀ ਪਾਪ ਹੈ। ਚੀਜ਼ ਉਹੀ ਹੈ, ਪਰ ਜਿਹੜੀ ਇੱਕ ਸਮਾਜਿਕ ਕਾਨੂੰਨ ਨੇ, ਇੱਕ ਕੁਦਰਤ ਦੇ ਕਾਨੂੰਨ ਨੇ, ਗੁਰਾਂ ਦੇ ਬਣਾਏ ਹੋਏ ਕਾਨੂੰਨ ਨੇ, ਉਹ ਕਾਨੂੰਨਾਂ ਵਿੱਚ ਰਹਿ ਕੇ ਜਿਹੜਾ ਕਾਰਜ ਕਰਨਾ, ਕਾਨੂੰਨ ਅਨੁਸਾਰ ਹੀ ਪੁੰਨ ਹੈ, ਤੇ ਕਾਨੂੰਨ ਤੋਂ ਬਾਹਰ ਹੋਣਾ ਹੀ ਪਾਪ ਹੈ। ਇਹੀ ਪੁੰਨ ਤੇ ਪਾਪ ਹੈ ਬਸ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਪਾਪ ਵਿੱਚ ਲੁਭਾਏ ਮਾਨ ਹੋਏ ਪਏ ਨੇ। ਇਹਨੇ ਬੱਕਰਾ ਮਾਰਨ ਤੋਂ ਡਰਦੇ ਨਹੀਂ, ਮੁਰਗਾ ਮਾਰਨ ਤੋਂ ਡਰਦੇ ਨਹੀਂ। ਅੱਜ ਸਿੰਘੋ ਮੇਰੇ ਨਾਲ ਆਇਆ ਨਹੀਂ, ਉਹਨਾਂ ਦੇ ਪੰਜੋਖਰਾ ਸਾਹਿਬ ਹੈ, ਇੱਕ ਪਾਠੀ ਆ, ਹੁਣ ਵੀ ਹੈਗਾ। ਅਸੀਂ ਹੁਣ ਹਫ਼ਤਾ ਪਹਿਲਾਂ ਉੱਧਰ ਕਥਾ ਕਰਕੇ ਆਏ ਹਾਂ। ਉਹ ਉੱਥੇ ਜਿਹੜਾ ਹੈੱਡ ਗ੍ਰੰਥੀ ਆ ਉਹ ਮਿਸ਼ਨਰੀ ਆ, ਤੇ ਉਹ ਉਹਦੀਆਂ ਗੱਲਾਂ ਦੇ ਪ੍ਰਭਾਵ 'ਚ ਆਇਆ ਹੋਇਆ ਸੀ। ਉਹ ਹੈ ਕੋਈ ਪਿਛਲੀ ਕਿਰਪਾ ਵਾਲਾ ਸਿੰਘ। ਰਾਤ ਨੂੰ ਉਹ ਪਾਠੀ ਹੈ 12 ਤੋਂ 2 ਰੌਲ ਲਾ ਕੇ ਸਰੋਵਰ ਤੇ ਜਲ ਲੈਣ ਵਾਸਤੇ ਜਾਂ ਝੁਕਿਆ, ਐਂ ਜੀ ਪ੍ਰਤੀਤ ਹੋਇਆ ਇੱਧਰ ਕੋਈ ਬਰਛੇ ਵਾਲਾ ਸਿੰਘ ਖੜਾ, ਇੱਧਰ ਵੀ ਖੜਾ। ਜਦ ਚੂੜਾ ਲਿਆ ਤਾਂ ਫਿਰ ਦਿਖਿਆ ਹੀ ਨਹੀਂ ਕੁਛ। ਫਿਰ ਕਹਿੰਦਾ ਐਸਾ ਹੋਇਆ, ਉਹ ਉੱਥੇ ਪਿੰਡ ਤਸਿੰਬਲੀ ਪੈਂਦਾ ਜਿੱਥੇ ਕਥਾ ਕੀਤੀ ਅਸੀਂ, ਤਾਂ ਉਹ ਤਸਿੰਬਲੀ ਪਿੰਡ ਆਰਾ ਲੱਗਿਆ ਹੋਇਆ, ਮੱਝਾਂ ਮੁੱਝਾਂ ਜਿਹੇ ਕੱਟਦੇ ਜਿਹੜੇ ਉੱਥੇ ਲੋਕ ਬਿਮਾਰ ਡੰਗਰ ਮੱਝਾਂ ਮੁੱਝਾਂ ਵੇਚਦੇ, ਉਹ ਕੱਟ ਦਿੰਦੇ। ਉਹ ਕਿਸੇ ਬੰਦੇ ਦੀ ਮੱਝ ਇਹੋ ਜਿਹੀ ਹੋ ਗਈ ਵੀ ਅਗਲਾ ਕਹਿੰਦਾ ਚੱਲ ਕੱਢੋ ਪਰੇ, ਵੇਚ ਦਿੰਦੇ ਆ, ਉਹੀ ਛੱਡ ਦਿਓ ਤੁਸੀਂ। ਉਹ ਉਹਨਾਂ ਨੇ ਆਰੇ ਵਾਲਿਆਂ ਨੇ ਕੱਟਤੀ ਤਾਂ ਉਹਨਾਂ ਨੂੰ ਬਾਅਦ 'ਚ ਪ੍ਰਤੀਤ ਜਿਹਾ ਹੋਇਆ ਵੀ ਆਪਾਂ ਪਾਪ ਕੀਤਾ ਹੈ, ਕਿਉਂਕਿ ਪਾਪ ਆਤਮਾ ਬੋਲ ਜਾਂਦੀ ਹੈ। ਹੁਣ ਕਈ ਜਿਹੜੇ ਨੇ ਆ ਕੇ ਮੈਨੂੰ ਪੁੱਛਣਗੇ ਜਾਂ ਕਿਸੇ ਹੋਰ ਨੂੰ, ਇਹ ਮੀਟ ਖਾਣਾ ਚਾਹੀਦਾ? ਕਿਉਂ ਪੁੱਛਦੇ? ਕਿਉਂ? ਆਤਮਾ ਨਹੀਂ ਅੰਦਰੋਂ ਮੰਨਦੀ, ਆਤਮਾ ਨਿਰਮਲ ਹੁੰਦੀ ਆ। ਜੇ ਕਲਗੀਧਰ ਜੀ ਵੱਲੋਂ ਇਜਾਜ਼ਤ ਹੁੰਦੀ ਫੇਰ ਤਾਂ ਆਤਮਾ ਕਹਿੰਦੀ ਹਾਂ ਤਾਂ ਆਗਿਆ, ਫੇਰ ਨਹੀਂ ਸੀ ਡਰ ਹੋਣਾ ਕੋਈ। ਇਹ ਜਦੋਂ ਆਪਾਂ ਗਲਤ ਕੰਮ ਕਰਦੇ ਹਾਂ ਉਦੋਂ ਹੀ ਕੰਬਦੇ ਹਾਂ, ਆਪਾਂ ਉਦੋਂ ਹੀ ਆਤਮਾ ਕੰਬਦੀ ਆਪਣੀ। ਉਹ ਕੰਬ ਗਏ। ਉਹ ਕੁਦਰਤੀ ਇਹ ਪਾਠੀ ਨੂੰ ਜਾਣਦੇ ਸੀ, ਕਹਿੰਦੇ ਵੀ ਐਂ ਗਲਤੀ ਹੋ ਗਈ। ਇਹ ਕਈ ਹੁਣ ਕੋਲੋਂ ਹੀ ਸ਼ੋਸ਼ਾ ਛੱਡ ਦਿੰਦੇ ਆ, ਜਿਵੇਂ ਤੁਸੀਂ ਵੀ ਵਿੱਚ ਹੈਗੇ। ਚੱਲ ਉਹ ਕਈ ਇਹ ਸਾਰੇ ਥਾਂ ਹੀ ਸਿੱਖਾਂ ਨੂੰ ਆਦਤ ਹੈ, ਤੂੰ ਆਹ ਸ਼ਬਦ ਕਰ ਲਈ ਤੇਰਾ ਕੰਮ ਹੋ ਜਾਊ, ਆਪਦਾ ਬੇੜਾ ਬਹਿ ਜਾਂਦਾ। ਕਹਿਣਾ ਨਹੀਂ ਚਾਹੀਦਾ ਵੀ ਤੂੰ ਆਹ ਸ਼ਬਦ ਕਰ ਲਈ ਤੇਰਾ ਕੰਮ ਹੋ ਜਾਊ, ਨਾ ਆਪਣੀ ਅਥਾਰਟੀ ਨਹੀਂ ਹੈ। ਇਹ ਵੀ ਪਾਪ ਹੀ ਹੈ ਤੁਹਾਡਾ। ਇਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ, 5 ਪਿਆਰੇ ਜਾਂ ਕੋਈ ਗ੍ਰੰਥੀ ਸਿੰਘ ਜਿਹਦੀ ਡਿਊਟੀ ਆ ਜਿਹੜੇ ਕੰਮ ਲਈ ਉਹੀ ਕਹੇ। ਕੋਈ ਮਹਾਤਮਾ ਕਹੇ, ਆਪਾਂ ਕਿਵੇਂ ਕਹਿ ਸਕਦੇ? ਸ਼ਬਦ ਦੇਣ ਲੱਗ ਜਾਂਦੇ ਆਪਾਂ ਕੋਲੋਂ ਹੀ, ਨਹੀਂ ਕਹਿ ਸਕਦੇ ਆਪਾਂ। ਹੋਰ ਬਹੁਤ ਸਾਰੀਆਂ ਗੱਲਾਂ ਆਪਣੀਆਂ। ਕਈ ਕਹਿਣਗੇ ਅਰਦਾਸ ਹੀ ਕਰ ਦੇ, ਲੈ ਤੇਰੀ ਅਰਦਾਸ ਕਰ ਦਿੰਦਾ, ਅਗਲੇ ਦਾ ਕੰਮ ਠੀਕ ਹੋ ਜੂ, ਤੁਹਾਡਾ ਖਰਾਬ ਹੋ ਜੂਗਾ।
ਐ ਅਰਦਾਸ ਵੀ ਨਹੀਂ ਕਰੀਦੀ ਹੁੰਦੀ ਕਿਸੇ ਦੀ। ਗ੍ਰੰਥੀ ਸਿੰਘ ਕਾਹਦੇ ਲਈ ਨੇ? ਇਹਨਾਂ ਦੀ ਡਿਊਟੀ ਆ। ਇਹਨਾਂ ਨੂੰ ਆ ਕੇ ਕਹੋ ਭਾਈ ਸਾਹਿਬ ਆ ਬੇਨਤੀ ਕਰਨੀ, ਦੇਗ ਬਣਾਓ, ਦੇਗ ਬਣਾ ਕੇ ਅਰਦਾਸ ਕਰੋ। ਉਹਨੇ ਕਹਿਤਾ ਜੀ ਮੱਝ ਤੁਸੀਂ ਉੱਥੇ ਦੇ ਦਿਓ, ਉਹ ਮੱਝ ਦੇਤੀ, ਉਹ ਮੱਝ ਦਾ ਪਾਠ ਕਰਾਤਾ, ਅਖੰਡ ਪਾਠ ਸਾਹਿਬ ਪੰਜੋਖਰਾ ਸਾਹਿਬ ਕਰਾਤਾ, ਅਰਦਾਸ ਕਰਤੀ। ਜਦ ਮੋਟਰਸਾਈਕਲ ਤੇ ਚੜ੍ਹ ਕੇ ਬਾਹਰਲੇ ਗੇਟ ਨੂੰ ਆਇਆ, ਬਾਹਰ ਬਰਥੇ ਵਾਲਾ ਸਿੰਘ ਗੇਟ ਤੇ ਖੜਾ ਪਹਿਰੇ ਤੇ, ਉਹ ਪੱਕੇ ਹੀ ਖੜਦੇ, ਉੱਦਾਂ ਤਾਂ ਸ਼ਹੀਦ ਫੌਜਾਂ ਨੇ ਉਹ ਨਹੀਂ ਇਹ ਵੱਖਰੀ ਗੱਲ ਹੈ। ਉਹਨੇ ਸਿੰਘ ਨੂੰ ਹੱਥ ਦੇ ਕੇ ਰੋਕ ਕੇ ਮੋਟਰਸਾਈਕਲ ਦੀ ਚਾਬੀ ਕੱਢ ਲਈ, ਕਹਿੰਦਾ ਵੀ ਸਿੰਘਾ ਤੂੰ ਆਹ ਬਹੁਤ ਮਾੜਾ ਕੀਤਾ। ਇਹਨਾਂ ਨੇ ਹੁਣ ਉਹ ਮੱਝ ਦਿੱਤੀ, ਉਹਨਾਂ ਨੇ ਵੱਢੀ ਹੈ, ਇਹਨਾਂ ਨੂੰ ਵੀ ਬਹੁਤ ਸਜ਼ਾ ਦੇਣੀ ਸੀ ਮਹਾਰਾਜ ਨੇ, ਤੇ ਤੂੰ ਅਖੰਡ ਪਾਠ ਕਰਾ ਕੇ ਅਰਦਾਸਾਂ ਕਰੀ ਜਾਂਦਾ ਉਹਨਾਂ ਦੀਆਂ। ਕਹਿੰਦਾ ਮੈਂ ਡਰ ਗਿਆ ਵੀ ਮਹਾਰਾਜ ਮੇਰੇ ਤੋਂ ਗਲਤੀ ਹੋ ਗਈ, ਮਾਫੀ ਦੇ ਦਿਓ ਮੈਨੂੰ। ਕਹਿੰਦਾ ਜਦ ਉਹਨੇ ਚਾਬੀ ਪਾਤੀ, ਮੋਟਰਸਾਈਕਲ ਸਟਾਰਟ ਕੀਤਾ, ਜਦ ਸਿੰਘ ਦਿਖਿਆ ਹੀ ਨਹੀਂ ਮੁੜ ਕੇ। ਮੈਂ ਉਹਨੂੰ ਹੁਣ ਸੱਦਿਆ, ਮੈਂ ਉਹ ਸਿੰਘ ਨੂੰ ਕਿਹਾ ਤੂੰ ਬੁਲਾ ਕੇ ਲਿਆਈ, ਉਹਨੂੰ ਮੈਂ ਸਮਝਾ ਦਿਆਂ ਮਾੜਾ ਜਿਹਾ ਵੀ ਕਈਆਂ ਤੇ ਕਿਰਪਾ ਹੋ ਜਾਂਦੇ, ਉਹਨੂੰ ਸਾਂਭਣੀ ਨਹੀਂ ਆਉਂਦੀ, ਉਹ ਪਿਛਲਾ ਕਰਮ ਜਾਗ ਪਿਆ ਉਹਦਾ। ਜਿੰਨੇ ਵੀ ਆਪਣੇ ਇਤਿਹਾਸੀ ਥਾਂ ਹੁੰਦੇ ਨੇ, ਇੱਥੇ ਫੌਜਾਂ ਦੇ ਪਹਿਰੇ ਜ਼ਿਆਦਾ ਹੁੰਦੇ ਆ। ਇਹ ਤੁਹਾਡੇ ਇਲਾਕੇ 'ਚ ਵੀ ਵਰਤਿਆ। ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਸੰਬੰਧਿਤ ਇੱਕ ਥਾਂ ਇੱਧਰ ਭਾਈ ਉਦੈ ਸਿੰਘ ਦੇ ਸਥਾਨ 'ਤੇ, ਉਹ ਉੱਥੋਂ ਅੰਦਰ ਜੰਗਲ 'ਚ ਜਾ ਕੇ ਇੱਕ ਜਗ੍ਹਾ ਜਿਹਦੇ 305 ਸ਼ਹੀਦਾਂ ਦਾ ਸੰਸਕਾਰ ਹੋਇਆ ਹੈ, ਉੱਥੇ ਇੱਕ ਥੜਾ ਬਣਿਆ ਹੋਇਆ, ਗੇਟ ਲੱਗਿਆ ਹੋਇਆ। ਉਹ ਕਹਿੰਦੇ ਵੀ ਉਹ ਐਵੇਂ ਹੀ ਜ਼ਮੀਨ 'ਤੇ ਥੜਾ ਬਣਾਇਆ, ਲੋਕ ਐਵੇਂ ਉੱਥੇ ਜਾ ਕੇ ਜੋਤਾਂ ਜਗਾਈ ਜਾਂਦੇ ਆ, ਉੱਥੇ ਆਹ ਕਰੀ ਜਾਂਦੇ ਆ। ਉਹ ਸ਼੍ਰੋਮਣੀ ਕਮੇਟੀ ਦੇ 40-50 ਮੁਲਾਜ਼ਮ ਗਿਣਤੀਆਂ ਕਈਆਂ ਲੈ ਲੋ ਕੇ ਪਹੁੰਚ ਕੇ ਵੀ ਉਹ ਢਾਹ ਦਿੰਦੇ ਆ ਉਹਨੂੰ ਪਰੇ, ਐਵੇਂ ਕੀ ਫਾਇਦਾ ਉਹਦਾ। ਉਹ ਜ਼ਿਆਦਾ ਲੈ ਗੇਟ ਹੀ ਖੋਲ੍ਹਿਆ ਤਾਂ ਕਿੰਨੇ ਹੀ ਸਿੰਘ ਖੜੇ ਉੱਥੇ, ਉਹ ਸਾਰੇ ਕਈਆਂ ਸਿੱਟ ਕੇ ਦੌੜੇ ਆਏ। ਮੈਨੇਜਰ ਨੂੰ ਕਹਿੰਦੇ, ਮੈਨੇਜਰ ਕਹਿੰਦਾ ਢਾਹ ਕੇ ਆਏ ਕਿ ਨਹੀਂ? ਕਹਿੰਦਾ ਤੂੰ ਢਾਹ ਲੈ ਜਾ ਕੇ, ਤੂੰ ਢਾਹ ਲੈ, ਸਾਨੂੰ ਜੋ ਭੇਜਦਾ। ਉਹ ਏਡੇ ਉੱਥੇ ਖੜੇ ਸੀ, ਸਾਨੂੰ ਅੱਖਾਂ ਜਦ ਕੱਢੀਆਂ ਉਹਨਾਂ ਨੇ ਪਤਾ ਲੱਗ ਗਿਆ ਵੀ ਇਹ ਤਾਂ ਫੌਜਾਂ ਦਾ ਥਾਂ, ਇਹਨੂੰ ਕਿਵੇਂ ਢਾਹ ਸਕਦਾ? ਸ਼ਹੀਦ ਦਾ ਸਥਾਨ ਹੈ ਜੀ, ਸ਼ਹੀਦੀ ਦਿੱਤੀ, ਜਿੱਥੇ ਉਹਦਾ ਖੂਨ ਡੁੱਲਿਆ, ਜਿੱਥੇ ਉਹਦਾ ਸੰਸਕਾਰ, ਐਵੇਂ ਢਾਹ ਦੋਗੇ ਤੁਸੀਂ ਉਹਨੂੰ ਜਾ ਕੇ? ਆਹ ਦੋ ਆਪਣੇ ਬਾਰਡਰ ਤੇ ਪਹਿਰਾ ਦਿੰਦੇ ਨੇ, ਦੋ ਫੌਜੀ ਸਿੰਘ ਨੇ, ਆਹ ਹੁਣ ਵੀ ਨੇ, ਦੇਖ ਲਓ। ਪੂਰੀ ਫੌਜ ਮੰਨਦੀ ਆ, ਬਕਾਇਦਾ ਉਹਨਾਂ ਨੂੰ ਰੈਂਕ ਮਿਲਦੇ ਨੇ ਹਰ ਸਾਲ, ਅੱਗੇ ਤੋਂ ਅੱਗੇ ਉਹਨਾਂ ਨੂੰ ਪ੍ਰਮੋਸ਼ਨ ਹੁੰਦੀ ਹੈ, ਉਹਨਾਂ ਦੀ ਸੀਟ ਰੱਖੀ ਜਾਂਦੀ ਹੈ। ਜੇ ਨਹੀਂ ਰੱਖਦੇ ਤਾਂ ਸਾਰਾ ਕੁਝ ਪਲਟਾ ਮਾਰਦੇ ਨੇ। ਘੋੜੇ ਤੇ ਰਾਤ ਨੂੰ ਚੈਨ ਵਾਲਿਆਂ ਨੂੰ ਨਜ਼ਰ ਵੀ ਆਉਂਦਾ ਸਿੰਘ, ਉਹ ਬਾਬਾ ਹਰਭਜਨ ਸਿੰਘ, ਉਹ ਆਪਣੀ ਫੌਜ ਦੇ ਫੌਜੀਆਂ ਨੂੰ ਮਿਲਦਾ ਵੀ ਹੈ। ਜੇ ਕੋਈ ਸੌਂ ਜਾਏ ਤਾਂ ਥੱਪੜ ਵੀ ਮਾਰਦਾ ਆ ਕੇ, ਉਠੋ ਪਹਿਰੇ ਤੇ ਸੁੱਤਾ ਪਿਆ। ਉਹਨੇ ਆਪਣੀ ਫੌਜ ਨੂੰ ਕਿਹਾ ਜਦੋਂ ਚਾਈਨਾ ਨੇ ਅਟੈਕ ਕਰਨਾ, ਉਹ ਮੈਂ 70 ਘੰਟੇ ਪਹਿਲਾਂ ਦੱਸ ਦੂੰਗਾ ਤੁਹਾਨੂੰ ਵੀ 70 ਘੰਟੇ ਪਹਿਲਾਂ ਤੁਸੀਂ ਅਲਰਟ ਹੋ ਜਾਓ ਆਪਣਾ। ਉਹ ਬਾਬਾ ਹਰਭਜਨ ਸਿੰਘ ਹੈ, ਇੱਕ ਹੋਰ ਸਿੰਘ ਹੈ, ਇਹ ਬਰਫ਼ ਦੇ ਥੱਲੇ ਆ ਕੇ ਚੜ੍ਹਾਈ ਕਰ ਗਏ ਸੀ, ਪਰ ਉਹ ਦੇਸ਼ ਲਈ ਸ਼ਹੀਦ ਹੋਏ, ਚਾਹੇ ਕਿਵੇਂ ਵੀ ਹੋਏ, ਪਰ ਉਹ ਹਲੇ ਪਹਿਰੇ ਤੇ ਰਹਿੰਦੇ ਨੇ। ਇਹ ਹੁੰਦੀਆਂ ਸਾਰੀਆਂ ਚੀਜ਼ਾਂ। ਸ੍ਰੀ ਅਨੰਦਪੁਰ ਸਾਹਿਬ ਤਾਂ ਛਾਉਣੀ ਹੋਈਆਂ, ਭਰੇ ਹੀ ਪਿਆ। ਭਾਵਨਾ ਦੀ ਮੈਂ ਰਾਤ ਗੱਲ ਕੀਤੀ ਸੀ, ਭਾਵਨਾ ਕਰੋ ਤਾਂ ਫਿਰ ਸਾਰਾ ਕੁਝ ਹੀ ਹੈ। ਭਾਵਨਾ ਨਾਲ ਯਾਦ ਕਰੋਗੇ, ਉਹ ਭਾਵਨਾ ਦੇ ਗੋਬਿੰਦ ਕੀ ਕਹਿੰਦੀ ਬਾਣੀ, ਗੋਬਿੰਦ ਭਾਉ ਭਗਤ ਦਾ ਭੁੱਖਾ। ਗੋਬਿੰਦ ਨੂੰ ਕਾਹਦੀ ਭੁੱਖ ਲੱਗਦੀ ਹੈ? ਕਿਸੇ ਚੀਜ਼ ਦੀ ਲੋੜ ਹੈ ਗੋਬਿੰਦ ਜੀ ਨੂੰ? ਕਹਿ ਰਹੇ ਮੈਨੂੰ ਪ੍ਰੇਮ ਨਹੀਂ ਕੋਈ ਕਰਦਾ, ਮੇਰੇ ਪਦਾਰਥਾਂ ਨੂੰ ਪ੍ਰੇਮ ਕਰਦੇ ਸਾਰੇ ਜਾਣੇ, ਇਹ ਮੇਰੇ ਨਾਲ ਤਾਂ ਕੋਈ ਪਿਆਰ ਹੀ ਨਹੀਂ ਕਰਦਾ। ਪ੍ਰੇਮ ਕਰੋ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸ ਕਰਕੇ ਸਤਿਗੁਰੂ ਕਹਿੰਦੇ ਪਾਪਾਂ ਦੇ ਵਿੱਚ ਲੁਭਾਏ ਮਾਨ ਹੋ ਗਏ ਨੇ, ਪਰ ਇਸਤਰੀ ਗਮਨ ਕਰਦੇ ਨੇ, ਚਾਰ ਕੁਰੇਤਾਂ ਕਰਦੇ ਨੇ। ਤੰਬਾਕੂ ਦੀ ਵਰਤੋਂ ਕਲਗੀਧਰ ਜੀ ਨੇ ਮਨਾ ਕੀਤੀ ਹੈ। ਇਹ ਮਹਾ ਬੱਜਰ ਕੁਰੈਤ ਪਾਪ ਹੈ। ਜੇ ਤੰਬਾਕੂ ਦੀ ਕੋਈ ਵਰਤੋਂ ਕਰਦਾ ਤਾਂ ਪਾਪ ਕਰਦਾ। ਹਜਾਮਤ, ਕੇਸਾਂ ਦਾ ਘਸਾਉਣਾ, ਮਨਾਉਣਾ, ਪਟਾਉਣਾ, ਦਵਾਈਆਂ ਸਾਬਣ ਲਾ ਕੇ ਨਾਸ਼ ਕਰਨਾ ਵੀ ਪਾਪ ਕਿਹਾ। ਇਹ ਗੁਰੂ ਘਰ 'ਚ ਪਾਪ ਨੇ, ਪੰਥ ਵਿੱਚ ਇਹ ਪਾਪ ਬੰਦੇ ਨੇ। ਉਹ ਤਾਂ ਸਾਰੀ ਦੁਨੀਆ ਘਟਾਈ, ਕਿਸੇ ਹਿੰਦੂ ਨੂੰ ਜਾ ਕੇ ਥੋੜੀ ਕਹਿ ਸਕਦੇ ਵੀ ਤੂੰ ਪਾਪ ਕੀਤਾ। ਉਹਦਾ ਧਰਮ ਹੈ, ਉਹਦੇ ਗੁਰੂ ਜਾਣਨ। ਸਾਡਾ ਗੁਰੂ ਕਹਿੰਦਾ ਨਹੀਂ ਕਿ
ਰੋਮ ਦੀ ਬੇਅਦਬੀ ਹੋ ਜੇ ਤਾਂ ਵੀ ਤੁਸੀਂ ਜਾ ਕੇ ਪੰਜਾਂ ਪਿਆਰਿਆਂ ਕੋ ਪੇਸ਼ ਹੋ। ਮੀਟ ਆਂਡਾ ਸ਼ਰਾਬ ਤੋਂ ਮਨਾਹੀ ਹੈ, ਇੱਦਾਂ ਨਹੀਂ ਜਾਣਾ ਭਾਈ। ਇਹ ਇੱਕ ਚੀਜ਼ ਹੁੰਦੀ ਹੈ, ਜੇ ਤਾਂ ਤੁਸੀਂ ਬੰਦਗੀ ਕਰਨੀ ਆ ਫਿਰ ਤਾਂ ਤੁਹਾਨੂੰ ਇਹ ਦੱਸੀਆਂ ਚੀਜ਼ਾਂ ਤੇ ਚੱਲਣਾ ਪਊਗਾ। ਜੇ ਤੁਸੀਂ ਇੱਕ ਬੰਦਗੀ ਹੋਈ ਨਹੀਂ ਕਰਨੀ ਫਿਰ ਜੋ ਮਰਜ਼ੀ ਖਾਓ ਪੀਓ, ਫਿਰ ਸਾਨੂੰ ਕੀ ਹੈ, ਬੰਦਗੀ ਤਾਂ ਕਰਨੀ ਹੋਈ ਨਹੀਂ। ਜਿਹੜੇ ਸਕੂਲ ਦਾ ਵਿਦਿਆਰਥੀ ਆ ਉਹਨੂੰ ਉੱਥੋਂ ਦੇ ਰੂਲਾਂ 'ਚ ਰਹਿਣਾ ਪੈਂਦਾ। ਉਹ ਜਦ ਤੂੰ ਸਾਡੇ ਸਕੂਲ 'ਚ ਹੀ ਨਹੀਂ ਪੜ੍ਹਦਾ, ਸਾਡੇ ਵੱਲੋਂ ਭਾਵੇਂ ਤੂੰ ਜੋ ਮਰਜ਼ੀ ਖੇ ਖਾਈ ਜਾ। 39 ਵਾਲੇ ਬਾਬਾ ਜੀ ਕੋਲ ਬੈਠੇ ਸੀ, ਬਾਬਾ ਜੀ ਨੇ ਮੇਰੇ ਸ਼ੁਰੂ 'ਚ ਕਾਫੀ ਪਰਖ ਲਈ ਸੀ ਵੀ ਦੇਖੀਏ ਕਿੱਥੇ ਕੁ ਤੱਕ ਖੜਦਾ ਹੈ। ਕਈ ਗੱਲਾਂ 'ਚ ਪਰਖਾਂ ਲਈਆਂ। ਇੱਕ ਗੱਲ ਦੱਸ ਦਿੰਦਾ ਵੀ ਚਲੋ ਬਾਕੀ ਦੀਆਂ ਗੱਲਾਂ ਲੰਬੀਆਂ। ਇੱਕ ਵਾਰ ਬਾਬਾ ਜੀ ਕਹਿੰਦੇ ਸਹਿਜ ਪਾਠ ਕਰਨਾ, ਇੱਥੋਂ ਉੱਥੇ ਇੱਕ ਸਿੰਘ ਆ ਗਿਆਨੀ ਅਮਰ ਸਿੰਘ ਵੀ ਉਹਦੇ ਘਰੇ ਪਾਠ ਕਰਨਾ 7 ਵਜੇ। ਉਧਰ ਸਰਦੀਆਂ ਦੇ ਦਿਨ ਪਹਿਲੇ ਦਿਨ ਹੀ ਮੀਂਹ ਪੈ ਗਿਆ। ਪਟਿਆਲਿਓਂ ਰੋਜ਼ ਸਕੂਟਰ ਤੇ ਆਉਣਾ ਹੁੰਦਾ ਸੀ ਮੈਂ 40 ਕਿਲੋਮੀਟਰ। ਭਾਈ ਹੁਣ ਉਧਰ ਤਾਂ ਠੰਡ ਦੇ ਦਿਨ, ਉਧਰੋਂ ਮੀਂਹ ਪੈ ਗਿਆ ਤਾਂ ਬੁਰਾ ਹਾਲ ਹੋ ਗਿਆ ਸਰੀਰ ਦਾ। 7 ਦਿਨ ਰੋਜ਼ ਹੀ ਐ ਹੋ ਗਏ। ਕਹਿੰਦੇ ਇੱਥੇ ਰੱਖ ਲੈ ਇੱਕ ਕੱਪੜੇ, ਗਿੱਲੇ ਹੋ ਜਾਣਗੇ, ਆ ਕੇ ਉਰੇ ਬਦਲ ਲਿਆ ਕਰੀ। ਹਫ਼ਤੇ 'ਚ ਅਸੀਂ ਭੋਗ ਪਾਇਆ 2 ਸਿੰਘਾਂ ਨੇ। ਗਿਆਨੀ ਅਮਰ ਸਿੰਘ ਜੀ ਉਹਨਾਂ ਜਿਨ੍ਹਾਂ ਦੇ ਘਰੇ ਬਾਬਾ ਜੀ ਰਹੇ ਗਏ, ਕਹਿੰਦੇ ਮਹਾਰਾਜ ਜੀ ਤੁਸੀਂ ਗਿਆਨੀ ਜੀ ਨੂੰ ਕਿਉਂ ਤੰਗ ਕਰਦੇ? ਮੈਂ ਵੀ ਵਿਚਾਰੇ ਰੋਜ਼ ਭਿੱਜ ਕੇ ਆਉਂਦੇ ਆ। ਕਹਿੰਦੇ ਅਮਰ ਸਿੰਘ ਮੈਂ ਦੇਖਦਾ ਹੈ ਇਹ ਕਿੰਨੇ ਕੁ ਪਾਣੀ 'ਚ, ਇਹ ਕਿੰਨੀ ਕੁ ਗੱਲ ਮੰਨਦਾ ਸਾਡੀ। ਜੇ ਮਹਾਤਮਾ ਨੇ ਕੁਝ ਦੇਣਾ ਹੁੰਦਾ ਤਾਂ ਪਰਖਦੇ ਹੁੰਦੇ। ਜਦੋਂ ਭੋਗ ਪੈ ਕੇ ਅਸੀਂ ਆ ਗਏ ਬਾਬਾ ਜੀ ਕੋਲ, ਅਸਮਾਨ ਹੈ ਨੀਲਾ ਸਾਫ਼, ਕੋਈ ਬੱਦਲ ਨਹੀਂ ਹੈ। ਫਿਰ ਇੱਕ ਬੰਦਾ ਲਾਗੇ ਬੈਠਾ ਸੀ, ਕਹਿੰਦਾ ਬਾਬਾ ਜੀ ਸਾਡੀ ਪਰਖ ਨਾ ਲਿਓ। ਬਾਬਾ ਜੀ ਹੱਸਣ ਲੱਗੇ, ਕਹਿੰਦੇ ਜਿਹਨੇ ਦਾਖਲਾ ਨਹੀਂ ਲਿਆ ਭਾਈ ਸਕੂਲ 'ਚ ਉਹਦੇ ਕਾਹਦੇ ਪੇਪਰ, ਤੂੰ ਤਾਂ ਲੈ ਅੰਮ੍ਰਿਤ ਵੀ ਨਹੀਂ ਛਕਿਆ। ਉਹ ਗੱਲ ਹੈ ਵੀ ਜੇ ਨੇ ਇਸ ਮਾਰਗ ਤੇ ਚੱਲਣਾ, ਭਗਤੀ ਕਰਨੀ ਹੈ, ਅਵਸਥਾ ਕੋਈ ਬਣਾਉਣੀ ਹੈ, ਅਵਸਥਾ ਬਣਦੀ ਆ। ਹੁਣ ਕਈ ਪ੍ਰਚਾਰਕ ਐ ਕਹਿੰਦੇ ਵੀ ਅਵਸਥਾਵਾਂ ਹੁੰਦੀਆਂ ਨਹੀਂ ਐ। ਉਹ ਕਿਤੇ ਐ ਨਾ ਕਹਿ ਦਿਓ ਕੱਲ੍ਹ ਨੂੰ ਵੀ ਪਹਿਲੀ ਕਲਾਸ ਤੋਂ ਬਾਅਦ ਤਾਂ ਕਲਾਸ ਹੀ ਨਹੀਂ ਹੁੰਦੀ ਹੈ। ਨਹੀਂ, ਦੂਜੀ ਤੀਜੀ ਚੌਥੀ ਪੰਜਵੀਂ PhD ਤੱਕ, ਗਾਹਾਂ ਤੱਕ ਬਹੁਤ ਕੁਛ। ਇਹ ਨਹੀਂ ਕਿ ਅਵਸਥਾ ਨਹੀਂ ਹੁੰਦੀ ਕਿਸੇ ਦੀ। ਹਾਂ, ਜਿਹੜੇ ਪ੍ਰਚਾਰਕ ਕਹਿੰਦੇ ਨੇ ਗਲਤੀਆਂ ਵਾਲੇ, ਉਹਨਾਂ ਦੀ ਵੀ ਅਵਸਥਾ ਹੈ, ਉਹਨਾਂ ਦੀ ਇਹੀ ਅਵਸਥਾ ਹੈ। ਅਵਸਥਾ ਆਪੋ ਆਪਣੀ ਹੈ, ਬੱਚੇ ਦੀ ਆਪਣੀ ਅਵਸਥਾ ਹੈ, ਉਹਨਾਂ ਦੀ ਉਸ ਤਰ੍ਹਾਂ ਦੀ ਹੈ ਅੰਦਰਲੀ ਹਾਲਤ। ਇਸ ਕਰਕੇ ਸਤਿਗੁਰੂ ਕਹਿੰਦੇ ਪਾਪਾਂ ਵੱਲ ਮਨ ਖਿੱਚਿਆ ਗਿਆ, ਚੌਥੀ ਗ੍ਰਹਿ ਤਾਂ ਪਰ ਇਸਤਰੀ ਦੀ ਸੰਗਤ ਕਰਨੀ, ਪਰ ਮਰਦ ਦੀ ਸੰਗਤ ਕਰਨੀ, ਇਹ ਚੌਥੀ ਗ੍ਰਹਿ ਤੇ ਇਹ ਗੁਨਾਹ ਮੰਨਿਆ। ਮਹਾਰਾਜ ਕਹਿੰਦੇ ਇਹ ਪਾਪ ਹੈ। ਇੱਕ ਪਾਸੇ 2 ਚੀਜ਼ਾਂ, ਇੱਕ ਪੁੰਨ ਹੈ, ਇੱਕ ਪਾਪ ਹੈ। ਜੇ ਆਪਾਂ ਜ਼ਿੰਦਗੀ ਵਿੱਚ ਗੁਰੂ ਦੀ ਆਗਿਆ ਅਨੁਸਾਰ ਹੀ ਤੁਰੇ ਜਾਈਏ, ਕੇਵਲ ਪੁੰਨ ਕਰੀਏ ਤਾਂ ਗੁਰੂ ਦੀਆਂ ਖੁਸ਼ੀਆਂ, ਜੇ ਪਾਪ ਹੀ ਕਰੀ ਜਾਈਏ ਤਾਂ ਪਾਪ ਨਿਭਾਣੇ ਹੋ ਗਏ। ਆਪਾਂ ਤਾਂ ਪਾਪਾਂ ਦੇ ਵਿੱਚ ਹੀ ਫਸ ਗਏ ਫਿਰ ਤਾਂ ਆਪਾਂ। ਤਾਂ ਸਤਿਗੁਰੂ ਸਾਨੂੰ ਸਮਝਾਉਂਦੇ ਨੇ, ਜਨ ਨਾਨਕ ਗੁਰ ਮਿਲੇ ਉਬਰੇ ਮੇਰੀ ਜਿੰਦੜੀ। ਕਹਿੰਦੇ ਮਹਾਰਾਜ ਇਹਨਾਂ ਦਾ ਉਧਾਰ ਹੋ ਸਕਦਾ, ਮੇਰੀ ਜਿੰਦੜੀ, ਮੇਰੀ ਜਿੰਦੇ। ਉਹ ਸਤਿਗੁਰੂ ਰਾਮਦਾਸ ਜੀ ਕਹਿੰਦੇ ਇਹ ਜਿਹੜੇ ਜਨ ਨੇ ਨਾ, ਇਹ ਗੁਰੂ ਨੂੰ ਜੇ ਮਿਲ ਪੈਣ, ਪਾਪੀ ਵੀ ਮਿਲ ਪੈਣ, ਗਲਤ ਬੰਦੇ ਵੀ ਮਿਲ ਪੈਣ, ਬੇਅਮਰਤੀਏ ਵੀ ਮਿਲ ਪੈਣ, ਕਿਤੇ ਭੁੱਲ ਭੁਲੇਖੇ ਆ ਹੀ ਜਾਣ, ਮਹਾਰਾਜ ਸਾਨੂੰ ਵੀ ਬਖਸ਼ ਲਓ, ਸਾਨੂੰ ਵੀ ਕਿਰਪਾ ਕਰ ਦਿਓ, ਅਸੀਂ ਤਾਂ ਬਾਹਲੇ ਗੁਨਾਹਗਾਰ ਹਾਂ। ਗੁਰੂ ਰਾਮਦਾਸ ਜੀ ਕਹਿੰਦੇ ਨੇ ਫਿਰ ਜਨ ਨਾਨਕ ਗੁਰ ਮਿਲੇ ਉਬਰੇ ਮੇਰੀ ਜਿੰਦੜੀਏ। ਉਹ ਗੁਰੂ ਨੂੰ ਮਿਲ ਕੇ ਬਚ ਗਏ। ਪਾਪ ਤਾਂ ਬੜੇ ਕੀਤੇ ਸੀ, ਪਰ ਅੰਮ੍ਰਿਤ ਛਕ ਕੇ ਜਦੋਂ ਪੰਜਾਂ ਪਿਆਰਿਆਂ ਨੇ ਕਿਹਾ ਅੱਜ ਤੋਂ ਪਿਛਲੇ ਸਾਰੇ ਪਾਪ ਤੁਹਾਡੇ ਮਾਫ, ਜਦੋਂ ਇੱਕ ਵਾਰ ਅੰਮ੍ਰਿਤ ਛਕਦਾ ਪਿਛਲੇ ਮਾਫ ਕਰ ਦਿੰਦੇ ਆ। ਇਹ 2-3 ਰਹਿ ਜਾਂਦੇ ਨੇ ਜਿਹਨੇ ਵੀ ਕਤਲ ਕੀਤਾ ਕੋਈ ਜਾਂ ਹੋਰ ਕੋਈ, ਇਹ ਗੁਨਾਹ ਥੋੜੇ ਜਿਹੇ ਵੱਡੇ ਹੋਣ ਕਰਕੇ ਇਹਨਾਂ ਦਾ ਹਿਸਾਬ ਵੀ ਸਤਿਗੁਰੂ ਨਿਬੇੜਦੇ ਆ। ਪਰ ਉਭਰੇ ਕਿਵੇਂ ਮਹਾਰਾਜ, ਉਹ ਬਚਾਏ ਕਿਵੇਂ? ਸਤਿਗੁਰਾਂ ਨੇ ਤਾਂ ਪਾਪ ਬੜੇ ਸੀ, ਕਹਿੰਦੇ ਗੁਰਾਂ ਨੇ ਉਹਨੂੰ ਕੀ ਕੀਤਾ, ਬਚ ਕਿਵੇਂ ਗਏ ਉਹ? ਹਰ ਜਪ ਹਰ ਨਾਮ ਸਮਾਣੇ ਰਾਮ। ਉਹਨਾਂ ਨੇ ਗੁਰੂ ਵਾਲੇ ਬਣ ਕੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਹਰੀ ਦੇ ਜਾਪ ਵਿੱਚ ਲੱਗ ਗਏ। ਕਹਿੰਦੇ ਮੈਂ ਤਾਂ ਹੁਣ ਬਸ ਜਾਪ ਹੀ ਕਰੂੰਗਾ। ਪਾਪ ਤਾਂ ਬਹੁਤ ਕਰ ਲਏ ਪਰ ਜਾਪ ਕੀਤਾ ਹੀ ਨਹੀਂ। ਉਹ ਜਾਪ ਕਰਨ ਦੇ ਨਾਲ ਬਚਾਅ ਹੋ ਗਏ ਬਸ।
जपण लग पे परमेश्वर का नाम। सब जाए मिलहो सतगुरु को मेरी जिंदड़ीए, ये मेरी जिंदे जाओ सारे जने गुरां नूं मिल जाओ। जे बख्शाउणा गुरां दे चरनी लगो, सतगुरु जी दे कोल आ जाओ भाई। सतगुरु जी की करनगे फिर सानू कोल बिठा के, जो हर हर नाम दृढ़ावै राम। फिर नाम दृढ़ कराउणगे संगत बिठा के, नाम नूं पक्का कर देणगे मन च। होर भावें कुछ रहिंदा रह जे, नुकसान हुंदा हो जे, पर नाम धन जिहड़ा ये तो ना मैं टुटां। नाम वाले पासे मैं जुड़िया ही रहा। जो चित्त जुड़दा, संत बाबा गुरबचन सिंह जी खालसा ਸਿੰਘਾਂ ਨੂੰ ਕਹਿੰਦੇ ਜੇ ਕਿਤੇ ਮਨ ਜੁੜਨ ਲੱਗ ਜੇ ਤੇ ਉਧਰੋਂ 100 ਘੜਾ ਘਿਓ ਦਾ ਡੁੱਲ ਜੇ, ਫਿਰ ਉਹ ਘੜੇ ਛੱਡ ਦਿਓ ਬਸ। ਮਨ ਜੇ ਜੁੜ ਗਿਆ ਨਾ ਕਿਤੇ, ਮਨ ਜੇ ਜੁੜ ਗਿਆ ਬਸ, ਫਿਰ ਤਾਂ ਕਰੋੜਾਂ ਘੜੇ ਤੁਹਾਡੇ ਦੁਆਲੇ ਆ ਜਾਣੇ ਆਪੇ ਹੀ। 1000 ਘੜਾ ਡੁੱਲਦਾ ਡੁੱਲਣ ਦਿਓ, ਜੇ ਮਨ ਟਿਕਦਾ ਤਾਂ ਟਿਕਾ ਲਓ, ਕਿਉਂਕਿ ਮਨ ਟਿਕਣਾ ਹੀ ਸਭ ਤੋਂ ਵੱਡੀ ਗੱਲ ਹੈ। ਇਹੀ ਨਹੀਂ ਟਿਕਦਾ ਹੈ। ਮਨ ਨੂੰ ਟਿਕਾਓ, कोशिश करो। बड़ी मेहनत है, बहुत मेहनत है मन के उत्ते। एक चीज़ नूं आपां हत्थ नाल ऐ सैट कर सकते, एक नूं फूक मार के सैट कर सकते हैं, एक नूं होर ढंग नाल सैट कर। मन एक ऐसी चीज़ है जिहड़ा शब्द नाल ही ठीक हुंदा। बस मन बिना शब्द तो सैट ही नहीं आउंदा। शब्द दी पकड़ विच है, क्यों? सूखम नूं सूखम ही फड़दा। शब्द सूखम है, हर जी सूखम अगम है, कित विध मिलिया जाए। सूखम के उत्ते सूखम ही चलता। इस करके महाराज कहते जाओ सारे गुरां नूं मिलो, नाम जपाउणगे। महाराज नाम जप लांगे, किहड़ा हले मर चले हैं, बथेरी उम्र पई है, बूढ़े होकर जप लांगे। बहुत सारे लोग कहेंगे बूढ़े, जिहड़ा जवान है बंदा अज 30 साल का 40 का, उन्होंने की पता है बुढ़ेपे च किन्ने रोग आउंदे ने, किन्नियां मुश्किल आउंदियां। बुढ़ेपे जाए तां गोडे मोढे गिट्टे दर्द करते ने, पेट च बीमारियां, जोड़ां दे दर्द, शुगर BP, सिर घुमदा, अखां चों पानी आउंदा। फिर तू गुटका फड़ेगा, फिर तू माड़ा फड़ेगा जाके। उदों जिहड़ा काम जवानी च हो सकदा, जे वो नहीं तुसीं कहंदे भी चल बूढ़ा होके ब्याह करा लो ना, वो तो भज्जे फिरदे हैं। जे ये नहीं कहंदे चल मैं बूढ़ा होके स्कूल पढ़ लूँ जाके, ना बूढ़ा होके पढ़दा कोई। पढ़ाई की उम्र तो यही है जिहड़ी हुंदी है, एक समा ही हुंदा। भव सागर के तरन को तरना अवस्था आहे, संसार सागर तो तरन लई जवानी होई है बस। जां तां जवानी च स्वाद लै लो, ਜਾਂ ਤਾਂ ਜਵਾਨੀ 'ਚ ਹੋਰ ਕੰਮ ਕਰ ਲਓ ਪੁੱਠੇ ਸਿੱਧੇ, ਜਾਂ ਜਵਾਨੀ 'ਚ ਰੱਬ ਨੂੰ ਮਿਲ ਲਓ। ਇੱਕ ਜਵਾਨੀ ਹੋਈ ਹੈ। ਜੇ ਹੁਣ ਅਸੀਂ ਵੀ ਇਹ ਪ੍ਰੈਕਟੀਕਲ ਕੋਈ ਟਾਈਮ ਸੀ ਮੈਂ 101 ਜਪਜੀ ਸਾਹਿਬ ਕਰਕੇ ਵੀ ਮੇਰਾ ਸਿਰ ਨਹੀਂ ਸੀ ਥੱਕਦਾ, ਤੇ ਮੈਂ ਨਾਲ ਸੁਖਮਨੀ ਸਾਹਿਬ ਵੀ ਕਰ ਲੈਣਾ। ਸ੍ਰੀ ਹਜ਼ੂਰ ਸਾਹਿਬ ਦੀ ਗੱਲ ਹੈ। ਹੁਣ ਜੇ ਮੈਨੂੰ ਕੋਈ ਕਹੇ 5 ਜਪਜੀ ਸਾਹਿਬ ਕਰ ਲਾ, ਹੁਣ ਮੈਂ ਥੱਕ ਜਾਂਦਾ। ਚਲੋ ਉਹ ਵੀ ਕਾਰਨ ਹੁੰਦੇ। ਹੁਣ ਆ ਜਿਹੜੀ ਕਥਾ ਕਰਦੇ ਆਪਾਂ, ਮਹਾਂਪੁਰਖ ਕਹਿੰਦੇ ਹੁੰਦੇ ਸੀ ਵੀ 8 ਘੰਟੇ ਜਿਹੜਾ ਹਲ ਵਾਹੁਣਾ, 1 ਘੰਟਾ ਕਥਾ ਕਰਨੀ ਹੈ। ਇੰਨਾ ਜ਼ੋਰ ਲੱਗਦਾ ਕਥਾ ਕਰਨ ਵਿੱਚ, ਸਰੀਰ ਖਿੱਚਿਆ ਜਾਂਦਾ ਬਹੁਤ, ਦਿਮਾਗ ਐਨ ਸੁੰਨ ਹੋ ਜਾਂਦਾ। ਕਥਾ ਤੋਂ ਬਾਅਦ ਫਿਰ ਦੇਖੋ ਜਾ ਕੇ ਰੈਸਟ ਕਰਨੀ ਪੈਂਦੀ। ਤਾਂਹੀਓ ਇਸੇ ਕਰਕੇ ਨੀਂਦ ਬਾਹਲੀ ਲੈਣੀ ਪੈਂਦੀ ਸਾਨੂੰ, ਤਾਂ ਕਿ ਉਹ ਦਿਮਾਗ ਖਿੱਚਿਆ ਹੀ ਇੰਨਾ ਜਾਂਦਾ, ਸਰੀਰ ਥੱਕ ਜਾਂਦਾ। ਸਰੀਰ ਸਾਡੇ ਭਾਰੇ ਤਾਂ ਹੋ ਜਾਂਦੇ ਨੇ ਕਿਉਂਕਿ ਸਰੀਰ ਤੋਂ ਅਸੀਂ ਕੰਮ ਹੀ ਨਹੀਂ ਲੈਂਦੇ ਬਾਹਲਾ, ਦਿਮਾਗ ਤੋਂ ਹੀ ਕੰਮ ਲੈਂਦੇ ਜ਼ਿਆਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਤੂੰ ਕਹੇ ਮੈਂ ਫੇਰ ਭਗਤੀ ਕਰੂੰਗਾ। आओ चौथे पातशाह सोढ़ी सुल्तान गुरु रामदास महाराज कहते हर जपदियां खिन ढिल ना कीजई मेरी जिंदड़िए मत के जापै साहो आवे के ना आवे राम। मेरी जिंदड़िए हर जपदियां ढिल ना कर, पता नहीं अगला साह आना भी है कि नहीं। हुण तू तो बड़ी लंबी आस ला के बैठा बुढ़ापे की,
ਕਿਸੇ ਨੂੰ ਪਤਾ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਇੰਨੀਆਂ ਲੰਬੀਆਂ ਆਸਾਂ ਨਾ ਲਾਓ ਵੀ ਅਸੀਂ ਤਾਂ ਬਹੁਤ ਲੰਬੀ ਆਸ ਲਾ ਕੇ ਜੀ ਆਪਾਂ ਤਾਂ ਅਗਲੇ ਸਾਲ ਨਾਮ ਜਪਾਂਗੇ, ਅਗਲੇ ਬੁੱਧਵਾਰ, ਅਗਲੇ ਗੁਰਪੁਰਬ 'ਤੇ ਜਾਂ ਬੁੜੇ ਹੋ ਕੇ ਜਪਾਂਗੇ, ਨਿਆਣੇ ਵਿਆਹ ਲਈਏ ਪਹਿਲਾਂ। ਇਹ ਇੱਕ ਬਹੁਤ ਮਾਇਆ ਦਾ ਧੋਖਾ ਹੈ। ਜਿਨ੍ਹਾਂ ਨੇ ਹਲੇ ਆਪਦੇ ਨਿਆਣੇ ਨਹੀਂ ਵਿਆਹੇ ਉਹ ਜੇ ਕਹੀ ਜਾਣਾ ਸੀ ਨਿਆਣੇ ਵਿਆਹ ਲਈਏ, ਉਹਦਾ ਉਦੋਂ ਪੰਗਾ ਵੱਧ ਜਾਣਾ ਨੇ। ਪਹਿਲਾਂ ਤਾਂ ਇਕੱਲੇ ਹੀ ਹੈ, ਫਿਰ ਕੁੜਮਣੀ, ਫਿਰ ਗਾਂ ਉਹਨਾਂ ਦਾ ਟੱਬਰ ਇੱਕ ਟੱਕਰ ਗਿਆ, ਫਿਰ ਕੁੜੀ ਵਿਆਹੀ ਜਿੱਥੇ ਉੱਥੇ ਫਿਰ ਕੁੜਮਣੀ, ਫਿਰ ਹੋਰ ਕੁੜਮਣੀ, 3-4 ਜੇ ਹੋ ਗਏ। ਪਰ ਉਹਨਾਂ ਦੇ ਪੰਗੇ ਫੇਰ ਨਹੀਂ ਮੁੱਕਦੇ। ਫਿਰ ਕੁੜੀ ਨਹੀਂ ਬਸੀ ਹੈ, ਫਿਰ ਉੱਥੇ ਐ ਨਹੀਂ ਹੋਇਆ ਹੈ, ਫਿਰ ਮੁੰਡੇ ਦੀ ਨੂੰਹ ਹੈ, ਮੁੰਡਾ ਗਾਂ ਨੂੰਹ ਤੰਗ ਕਰ, ਖਾਸੇ ਜੰਜਾਲ ਪੈ ਜਾਣੇ। ਇਹ ਦਲਦਲ ਹੈ, ਦਲਦਲ। ਇਹਦੇ ਵਿੱਚ ਤਾਂ ਦਲਦਲ ਵਿੱਚ ਬੰਦਾ ਧੱਸਦਾ ਜਾਵੇ, ਨਿਕਲ ਨਹੀਂ ਸਕਦਾ ਹੈ। ਆਹ ਤਾਂ ਅੱਜ ਜਿਹੜਾ ਦਿਨ ਗੁਜ਼ਰ ਰਿਹਾ ਆਹੀ ਵਧੀਆ ਹੈ, ਆਹੀ ਦਿਨ ਚੰਗਾ ਹੈ। ਕੱਲ੍ਹ ਦਾ ਦਿਨ ਸੁਖੀ ਵਾਲਾ ਨਹੀਂ ਆਉਣਾ ਹੈ। ਕਿਤੇ ਆਖਾਂ ਵੀ ਕੱਲ੍ਹ ਦਾ ਦਿਨ ਸੌਖਾ ਆ ਜਾਊਗਾ ਨਾ, ਕੱਲ੍ਹ ਇਦੋਂ ਵੀ ਔਖਾ, ਪਰਸੋਂ ਉਦੋਂ ਵੀ ਔਖਾ, ਚੌਥੇ ਉਦੋਂ ਵੀ ਔਖਾ। ਇਹਦਾ ਇਲਾਜ ਕੀ ਹੈ? ਇਹਦਾ ਇਲਾਜ ਤਾਂ ਅੱਜ ਹੀ ਕਹਿ ਲਓ, ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਆਹੀ ਜਪਾਈ ਚਲੋ। ਸਾਨੂੰ ਕਹਿੰਦੇ ਐ ਨਾ ਕਿਹੋ ਫੇਰ ਜਪਾਂਗੇ, ਪਤਾ ਨਹੀਂ ਸਾਹ ਆਉਣਾ ਕਿ ਨਹੀਂ ਆਉਣਾ। ਸਾਹ ਵੇਲਾ ਸੋ ਮੂਰਤ, ਸਾਹ ਘੜੀ ਸੋ ਮੋਹਤ, ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚਿਤ ਆਵੈ ਰਾਮ। ਕਹਿੰਦੇ ਬਸ ਜਦੋਂ ਮੇਰਾ ਹਰੀ ਚਿੱਤ 'ਚ ਚੇਤੇ ਆ ਗਏ ਨਾ, ਉਹ ਸ਼ੁਰੂ 'ਚ ਕਿਹਾ ਸੀ ਨਾ, ਜਿਨ ਹਰ ਹਰ ਨਾਮ ਨਾ ਚੇਤਿਓ, ਉਹ ਇੱਥੇ ਬਚਨ ਕਰਦੇ ਨੇ, ਜਦੋਂ ਮੇਰਾ ਹਰੀ ਚਿੱਤ 'ਚ ਚੇਤੇ ਆ ਗਿਆ ਬਸ ਉਹੀ ਸਫਲ ਹੈ। ਉਹੀ ਵੇਲਾ, ਉਹੀ ਮੂਰਤ, ਘੜੀ, ਪਲ, ਚਸਾ, ਮੋਹਤ, ਸਭ ਉਹੀ ਸਫਲ ਹੈ। ਏਕ ਘੜੀ ਆਦੀ ਹੂੰ ਫੁਨ ਆਦ, ਉਹੀ ਸਫਲ ਹੈ। ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀਏ। ਜਿਨ੍ਹਾਂ ਨੇ ਨਾਮ ਜਪਿਆ ਨਾ, ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਫਾਇਦਾ ਕੀ ਹੈ? ਜਮ ਕੰਕਰ ਨੇੜ ਨ ਆਵੈ ਰਾਮ। ਜਿਹੜਾ ਜਮ ਕੰਕਰ ਆ, ਜਮ ਦੂਤ ਦਾ ਕੰਕਰ ਦਾਸ, ਜਿਹੜਾ ਧਰਮ ਰਾਜੇ ਦੇ ਭੇਜੇ ਹੋਏ ਦੂਤ ਨੇ, ਉਹ ਨੇੜੇ ਨਹੀਂ ਆਉਂਦੇ। ਹੁਣ ਕਈ ਕਹਿੰਦੇ ਜਮਦੂਤ ਹੁੰਦੇ ਹੀ ਨਹੀਂ, ਇਹ ਤਾਂ ਧਰਮਰਾਜ ਤਾਂ ਹੈ ਹੀ ਨਹੀਂਗਾ। ਜਮ ਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਏ। ਬੰਦੇ ਤਾਂ ਮੈਂ ਬੜੇ ਮੂਰਖ ਦੇਖੇ ਨੇ। ਰਾਵਣ ਨੂੰ ਮਹਾਰਾਜ ਨੇ ਮੂਰਖ ਲਿਖਿਆ, ਪਰ ਰਾਵਣ ਤਾਂ ਇਹਨਾਂ ਨਾਲੋਂ ਕਿਤੇ ਸਿਆਣਾ ਸੀ। ਠੀਕ ਆ, ਉਹ ਤੋਂ ਗਲਤੀ ਹੋਈ ਹੈ ਇੱਕ। ਰਾਵਣ 4 ਵੇਦਾਂ ਦਾ ਟੀਕਾਕਾਰ ਸੀ, ਗਿਆਨੀ ਸੀ ਉਹ, ਬਹੁਤ ਤਕੜਾ। ਰਾਵਣ ਨੇ ਤਾਂ ਸਾਰੀਆਂ ਚੀਜ਼ਾਂ ਬਸ 'ਚ ਕੀਤੀਆਂ। ਉਹ ਤਾਂ ਚਾਹੇ ਸ਼ਿਵ ਜੀ ਦਾ ਭਗਤ ਸੀ, 10 ਵਾਰੀ ਸਿਰ ਵੱਢ ਕੇ ਸ਼ਿਵ ਜੀ ਨੂੰ ਅਰਪਣ ਕੀਤਾ ਸੀ ਉਹਨੇ। ਤਪੀਆ ਸੀ ਬਹੁਤ ਤਕੜਾ। ਓਏ ਅੱਜ ਕੱਲ੍ਹ ਦਿਆਂ ਤੋਂ ਨਾਲ ਤਾਂ ਉਹ ਸਿਆਣਾ ਸੀ। ਉਹ ਮਰਨ ਵੇਲੇ ਰਾਮਚੰਦਰ ਜੀ ਤੋਂ ਮਾਫੀ ਤਾਂ ਮੰਗ ਗਿਆ, ਕਹਿੰਦਾ ਮਾਫ ਕਰ ਦਿਓ ਮੈਨੂੰ, ਮੈਥੋਂ ਗਲਤੀ ਹੋਈ। ਆਹ ਜਿਹੜੇ ਅੱਜ ਦੇ ਮੂਰਖ ਨੇ ਨਾ, ਇਹਨਾਂ ਨਾਲ ਤਾਂ ਦੇਖ ਕੇ ਹੈਰਾਨ ਕਿ ਉਹ ਤੁਹਾਡੇ ਨਾਲ ਹਰਦਾਸ ਚੰਗਾ ਸੀ, ਤੁਹਾਡੇ ਨਾਲ ਤਾਂ ਪੁਰਾਣੇ ਸਾਰੇ ਪਾਪੀ ਚੰਗੇ ਸੀ, ਪਰ ਤੁਸੀਂ ਇਹੋ ਜਿਹੇ ਪਾਪੀ ਆ ਗਏ ਅੱਜ ਦੇ ਜੰਮੇ ਦੇ ਵਿੱਚ। ਵੀ ਰੱਬ ਹੀ ਰਾਖਾ ਵੀ ਇਹ ਲੋਕ ਜਿਹੜੇ ਅੱਜ ਕੱਲ੍ਹ ਗੱਲਾਂ ਕਰਦੇ ਆ ਨਾ ਪੁੱਠੀਆਂ ਸਿੱਧੀਆਂ, ਸਤਿਗੁਰੂ ਮਹਾਰਾਜ ਕਹਿੰਦੇ ਜਮਦੂਤ ਹੁੰਦੇ ਹੀ ਨਹੀਂ। ਇਹ ਤਾਂ ਸਾਧ ਸੰਗਤ ਮਰਦਿਆਂ ਸਾਰੀ ਪਤਾ ਲੱਗ ਜਾਣਾ, ਖੜ ਜਾਣੇ ਆ ਕੇ। ਉਹ ਤਾਂ ਉਦੋਂ ਇੱਕਦਮ ਨੂੰ ਚੱਕਰ ਘੁੰਮਣਾ ਦਿਮਾਗ ਦਾ, ਅੱਛਾ ਇਹ ਤਾਂ ਹੈਗੇ ਆ, ਮੈਂ ਸੋਚਿਆ ਹੈ ਹੀ ਨਹੀਂ ਗਏ। ਔਰ ਲੱਖਾਂ ਗੱਲਾਂ ਅਖਬਾਰਾਂ ਛਪਦੀਆਂ ਵੀ ਉਹ ਬੰਦਾ ਫਲਾਨਾ ਸੀ, ਉਹਨੂੰ ਲੈ ਕੇ ਸੰਸਕਾਰ ਕਰਨ ਲੱਗੇ, ਉਹ ਜਿਉਂਦਾ ਹੋ ਗਿਆ। ਫਿਰ ਉਹਨੇ ਆ ਕੇ ਸਾਰੀਆਂ ਗੱਲਾਂ ਵੀ ਦੱਸੀਆਂ ਵੀ ਧਰਮਰਾਜ ਸੀ ਉੱਥੇ ਜਮਦੂਤ ਲੈ ਗਏ ਸੀ ਮੈਨੂੰ। ਉਹ ਇੰਨੀਆਂ ਗੱਲਾਂ ਅਖਬਾਰਾਂ 'ਚ ਆਉਂਦੀਆਂ, ਇੰਨਾ ਕੁਛ ਆਉਂਦਾ ਵੀ ਉਹ ਝੂਠ ਬੋਲਦੇ ਲੋਕ। ਜਮ ਕੰਕਰ ਨੇੜ ਨਾ ਆਵੈ ਰਾਮ, ਨਾਮ ਜਪਣ ਵਾਲਿਆਂ ਦੇ ਨੇੜੇ ਜਮਦੂਤ ਆਉਂਦਾ ਹੀ ਨਹੀਂ। ਫਿਰ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਇਹ ਹੁਣ ਵਿਸ਼ਵਾਸ ਹੈ, ਭਾਵਨਾ ਹੈ। ਹਰ ਵੇਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੜੀਏ। ਕਹਿੰਦੇ ਰੋਜ਼ ਵਾਹਿਗੁਰੂ ਜੀ ਸਾਨੂੰ ਵੇਖਦੇ ਐ, ਸਾਡੀਆਂ ਬੋਲੀਆਂ ਹੋਈਆਂ ਗੱਲਾਂ ਵੀ ਸੁਣਦੇ ਐ।
ਉਹਨੇ ਕਿਹੜਾ ਕਿਤੋਂ ਆਉਣਾ, ਉਹ ਤਾਂ ਸਰਬ ਵਿਆਪਕ ਹੈ, ਮੇਰੇ ਅੰਦਰ ਵੀ ਤੁਹਾਡੇ ਅੰਦਰ ਵੀ ਆ। ਮੈਂ ਜੋ ਬੋਲ ਰਿਹਾ ਇਹ ਵੀ ਉਹ ਸੁਣ ਰਹੇ ਨੇ, ਕਥਾ ਵੀ ਤਾਂ ਉਹ ਸੁਣਦੇ ਹੀ ਨੇ, ਉਹ ਤਾਂ ਕੋਲ ਬੈਠੇ ਨੇ, ਇਹਨਾਂ ਦੀ ਇਹ ਕਥਾ ਇਹ। ਮੈਂ ਕਿਹੜਾ ਉਹਦੇ ਘਰੋਂ ਲਿਆਇਆ ਪੰਗਤੀਆਂ, ਇਹ ਧੁਰ ਕੀ ਬਾਣੀ ਦੀਆਂ ਪੰਗਤੀਆਂ ਹੀ ਬੋਲ ਰਹੀਆਂ ਨੇ। ਜਿਹੜੀ ਮੇਰੇ ਅੰਦਰ ਆਤਮਾ ਹੈ ਉਹਦੇ ਰਾਹੀਂ ਨੂੰ ਹੀ ਤਾਂ ਬੋਲ ਰਹੇ ਨੇ। ਬੰਦੇ ਨੂੰ ਤਾਂ ਆਪਾਂ ਊਂ ਬੈਠਾ ਦੇਖਦੇ ਵੀ ਬੰਦਾ ਕਥਾ ਕਰਦਾ, ਉਹੀ ਬੈਠਾ ਅੰਦਰ, ਉਹੀ ਬੁਲਾਉਂਦਾ, ਉਹੀ ਤੁਹਾਨੂੰ ਸੁਣਾਉਂਦਾ, ਉਹੀ ਤੁਹਾਡੇ 'ਚ ਬਹਿ ਕੇ ਸੁਣ ਰਿਹਾ। ਸਤਿਗੁਰੂ ਮਹਾਰਾਜ ਕਹਿੰਦੇ ਹਰ ਵੇਖੈ ਸੁਣੈ ਨਿਤ ਸਭ ਕੁਛ ਮੇਰੀ ਜਿੰਦੜੀਏ, ਸੋ ਡਰੈ ਜਿਨ ਪਾਪ ਕਮਤੇ ਰਾਮ। ਉਹ ਡਰਦਾ ਜਿਹਨੇ ਪਾਪ ਕੀਤੇ ਹੁੰਦੇ, ਕਮਾਏ ਨੇ ਪਾਪ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ। ਜਿਹਨਾਂ ਨਾਮ ਜਪਿਆ ਉਹਨਾਂ ਦੀ ਵੱਖਰੀ ਗੱਲ ਹੈ। ਡਰਦਾ ਕੌਣ ਹੈ? ਜਿਨ੍ਹਾਂ ਨੇ ਪਾਪ ਕਮਾਏ ਨੇ। ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ, ਚੋਰ ਕੀ ਹਾਮਾ ਭਰੇ ਨਾ ਕੋਈ। ਚੋਰ ਜਿਹੜਾ ਚੋਰੀ ਕਰਦਾ ਹੈ, ਜਦ ਪੁਲਿਸ ਫੜਦੀ ਹੈ ਨਾ ਉਹਨੂੰ, ਉਹਦੀ ਕੋਈ ਹਾਮੀ ਨਹੀਂ ਭਰਦਾ। ਉਹ ਕਹਿੰਦਾ ਅਸੀਂ ਤਾਂ ਜਾਣਦੇ ਹੀ ਨਹੀਂ ਕੌਣ ਹੈ, ਭਾਵੇਂ ਜਾਣਦੇ ਹੀ ਹੋਣ। ਮਾੜੇ ਬੰਦੇ ਦੀ ਕੋਈ ਹਾਮੀ ਨਹੀਂ ਭਰਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਪ੍ਰਮਾਤਮਾ ਤਾਂ ਕੋਲ ਹੀ ਨੇ। ਇਹ ਫਰਕ ਕਿਉਂ ਪੈ ਗਿਆ ਮਹਾਰਾਜ? ਇਹ ਸਾਰੇ ਕਿਉਂ ਕਹਿੰਦੇ ਰੱਬ ਦੂਰ ਹੈ, ਪਾਪ ਕਰੀ ਜਾਂਦੇ ਨੇ? ਕਹਿੰਦੇ ਇਹ ਵੀ ਫਰਕ। ਉਹ ਕੀ ਫਰਕ ਹੈ? ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ, ਤਿੰਨ ਜਨ ਸਭ ਡਰ ਸੁੱਟ ਘੱਤੇ ਰਾਮ। ਜਿਨ੍ਹਾਂ ਦਾ ਹਿਰਦਾ ਅੰਦਰੋਂ ਸੁੱਧ ਹੈ, ਬਿਲਕੁਲ ਸਾਫ਼, ਬਿਲਕੁਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਹੋ ਗਿਆ, ਕੋਈ ਲਾਲਚ ਲਿਪਸਾ ਨਹੀਂ, ਜਿਹਨੂੰ ਕੋਈ ਕਿਸੇ ਨਾਲ ਮਤਲਬ ਨਹੀਂ। ਜਿਨ੍ਹਾਂ ਨੂੰ ਸੁੱਧ ਹਿਰਦੇ ਵਾਲਿਆਂ ਨੂੰ ਕਿਰਪਾ ਹੁੰਦੀ ਹੈ ਮੇਰੀ ਜਿੰਦੇ, ਉਹਨਾਂ ਨੇ ਸਾਰੇ ਡਰ ਹੀ ਸਿਰ ਤੇ ਚੱਕ ਕੇ। ਸਾਨੂੰ ਕਾਹਦਾ ਡਰ ਹੈ? ਸੋ ਉਹ ਬੰਦਾ ਡਰਦਾ ਹੈ ਜਿਹੜਾ ਪਾਪ ਕਰਦਾ ਹੈ। ਜਿਹੜਾ ਬੰਦਾ ਪਾਪ ਹੀ ਨਹੀਂ ਕਰਦਾ ਉਹਨੇ ਕੀ ਡਰਨਾ? ਉਹ ਤਾਂ ਆਪਾਂ ਦੇਖ ਲੈਂਦੇ ਹਾਂ, ਐ ਦੇਖਦੇ ਹੀ ਪਤਾ ਲੱਗ ਜਾਂਦਾ ਬਈ ਇਹ ਬੰਦੇ ਨੇ ਪਾਪ ਕੀਤਾ ਕਿ ਨਹੀਂ ਕੀਤਾ। ਤਾਂ ਸਤਿਗੁਰੂ ਕਹਿੰਦੇ ਜਿਹੜੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸ਼ੁੱਧ ਮਨ ਵਾਲੇ ਨੇ, ਜਦ ਪਾਪ ਨਹੀਂ ਕੀਤਾ ਆਪਾਂ ਨੂੰ ਕਹਿੰਦਾ। ਜਿਹਦੇ ਬੰਦੇ ਵਿੱਚ ਫਾਲਟ ਹੁੰਦਾ ਉਹੀ ਡਰਦਾ ਹਮੇਸ਼ਾ, ਦੁਨਿਆਵੀ ਤੌਰ ਤੇ ਵੀ ਦੇਖ। ਸਤਿਗੁਰੂ ਮਹਾਰਾਜ ਕੀ ਕਹਿੰਦੇ? ਹਰ ਨਿਰਭਉ ਨਾਮ ਭਤੀਜਿਆ ਮੇਰੀ ਜਿੰਦੜੀਏ। ਹਰੀ ਪਰਮੇਸ਼ਰ ਨਿਰਭਉ ਨਾਮ ਦੁਆਰਾ ਹੀ ਭਤੀਜਿਆ, ਖੁਸ਼ ਹੋਇਆ। ਨਾਮ ਜਿਨ੍ਹਾਂ ਨੇ ਜਪਿਆ ਸਭ ਝੱਖ ਮਾਰਨ ਦੁਸ਼ਟ ਕੁਪੱਤੇ ਰਾਮ। ਉਹ ਕੁਪੱਤੇ ਲੋਕ ਦੁਸ਼ਟ ਹੋਵੇ ਝੱਖਾਂ ਮਾਰੀ ਜਾਂਦੇ ਨੇ। ਇਹ ਜਿਹੜੇ ਅੱਜ ਕੱਲ੍ਹ ਲੋਕ ਬੋਲਦੇ ਆ ਪੁੱਠਾ ਸਿੱਧਾ ਅਵਸਥਾਵਾਂ ਨੂੰ, ਬਾਣੀ ਨੂੰ, ਹੋਰ ਕੁਛ ਕਈ ਕੁਛ ਬੋਲੀ ਜਾਂਦੇ ਆ, ਇਹ ਉਹਨਾਂ ਦੀ ਅਵਸਥਾ ਹੈ। ਸਭ ਝੱਖ ਮਾਰਨ ਦੁਸ਼ਟ ਕੁਪੱਤੇ ਰਾਮ। ਇਹ ਕੁਪੱਤੇ ਲੋਕ ਨੇ, ਐਵੇਂ ਝੱਖਾਂ ਮਾਰਦੇ ਨੇ। ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ, ਜਿਨ ਪੈ ਰਹੀ ਆਣ ਸਭ ਘੱਤੇ ਰਾਮ। ਜਿਨ੍ਹਾਂ ਨੇ ਲਿਆ ਕੇ ਸਾਰੇ ਚਰਨੀ ਪਾਤੇ ਨਿਰੰਕਾਰ ਜੀ ਨੇ, ਉਹਨਾਂ ਨੇ ਗੁਰੂ ਦੀ ਸੇਵਾ ਕੀਤੀ। ਜਿਹਨੂੰ ਇਹ ਪਤਾ ਲੱਗ ਜੇ ਨਾ ਚੌਰ ਸਾਫ਼ ਕਰਨ ਦਾ ਕੀ ਫਾਇਦਾ ਹੈ, ਵੀ ਰਮਾਲੇ ਧੋਣ ਦਾ ਕੀ ਫਾਇਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦਾ ਪਤਾ ਲੱਗ ਜੇ, ਜਿਹਨੂੰ ਇਹ ਪਤਾ ਲੱਗ ਜੇ ਵੀ ਇੱਕ ਵਾਰੀ ਸਰੂਪ ਸਿਰ ਤੇ ਲੈ ਲਈਏ ਨਾ, ਇੱਕ ਵਾਰੀ ਸਿਰਫ ਕੇਸੀ ਨਾਤਾ ਹੋਵੇ। ਗ੍ਰਸਤੀ ਇਹ ਗੱਲ ਧਿਆਨ ਦਿਓ, ਜਿੱਦਣ ਸਰੂਪ ਸਿਰ ਤੇ ਲੈਣਾ ਉਦੋਂ ਕੇਸੀ ਨਾਤੇ ਹੋਣੇ ਚਾਹੀਦੇ, ਦਸਤਾਰ ਸੁੱਚੀ ਹੋਣੀ ਚਾਹੀਦੀ। ਐਵੇਂ ਨਹੀਂ ਵੀ ਆ ਕੇ ਸਿਰ ਤੇ ਸਰੂਪ ਰੱਖ। ਜੇ ਇੱਕ ਵਾਰੀ ਸਰੂਪ ਸਿਰ ਤੇ ਲੈ ਲਿਆ, ਚਾਹੇ ਉਹ ਕੈਸਾ ਵੀ ਹੈ, ਇੱਕ ਵਾਰ ਸਵਰਗਾਂ ਵਿੱਚ ਥਾਂ ਜ਼ਰੂਰ ਮਿਲਦਾ ਉਹਨੂੰ। ਕਿਉਂ? ਬਹੁਤ ਵੱਡਾ ਪੁੰਨ ਹੈ। ਆਪਾਂ ਕਿਸੇ ਮਹਾਤਮਾ ਨੂੰ ਕਹਿੰਦੇ ਸਿਰ ਤੇ ਹੱਥ ਰੱਖ ਦਿਓ, ਸਤਿਗੁਰੂ ਜੀ ਤੀਰ ਰੱਖਣ ਦੇ ਸਿਰ ਤੇ, ਬਹੁਤ ਕਿਰਪਾ ਹੁੰਦੀ ਹੈ। ਜਿਹਦੇ ਸਿਰ ਤੇ, ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਤਾ, ਬਹੁਤ ਵੱਡਾ ਪੁੰਨ ਹੈ। ਸੋ ਐਸਾ ਹਰ ਨਿਤ ਸੇਵੀਐ ਮੇਰੀ ਜਿੰਦੜੀਏ, ਜੋ ਸਬਦੂ ਸਾਹਿਬ ਵੱਡਾ ਰਾਮ।
ਸਾਰਿਆਂ ਨਾਲੋਂ ਵੱਡਾ ਸਾਹਿਬ ਅਕਾਲ ਪੁਰਖ ਵਾਹਿਗੁਰੂ ਰਾਮ ਪਰਮੇਸ਼ਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਐਸਾ ਸਾਹਿਬ ਦਾ ਨਿਤ ਨਿਤ ਸੇਵੋ, ਨਿਤ ਨਿਤ ਸੇਵੋ। ਨਾਮ ਬਾਣੀ ਸਰੀਰ ਸੇਵਾ ਕਿਵੇਂ? ਸੰਤ ਕੀ ਸੇਵਾ ਨਾਮ ਤੇ ਆਈ ਹੈ, ਗੁਰ ਕੀ ਸੇਵਾ ਨਾਮ ਤੇ ਆਈ ਹੈ। ਇਹੀ ਸੇਵਾ ਹੁੰਦੀ। ਨਾਮ ਜਪਣਾ ਵੀ ਇੱਕ ਸੇਵਾ ਹੈ। ਕੋਈ ਨਾਮ ਜਪਦਾ? ਕਈ ਬੰਦੇ ਤਾਂ ਕਈ ਇੱਕ ਸਾਲ ਤੱਕ ਵਾਹਿਗੁਰੂ ਨਹੀਂ ਕਹਿੰਦੇ। ਐਡੇ ਵੀ ਨਾਸਤਿਕ ਲੋਕ ਬੈਠੇ ਨੇ। ਜਿਹੜਾ ਸੰਗਤ ਵਿੱਚ ਆਪਾਂ ਆ ਜਾਂਦੇ ਆ ਨਾ, ਕਹਿੰਦੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਗੁਰਦੁਆਰੇ ਜਿਹੜੀ ਸੰਗਤ ਹੈ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਮਾਤਰ ਹੀ ਮੂੰਹ ਚੋਂ ਬੈਠੀ ਆਪਣੇ। ਤੁਸੀਂ ਇੱਕ ਗੱਲ ਦੇਖੋ, ਆਪਾਂ ਬਾਜ਼ਾਰ ਨੂੰ ਚੱਲੇ ਆ, ਕਿ ਉਹ ਪੈਸੇ ਲੈ ਲਏ, ਉਹ ਲਿਸਟ ਲੈ ਲਈ, ਨਾਲ ਉਹੀ ਗੱਲਾਂ ਚੱਲਦੀਆਂ। ਉਹ ਕੀ ਕੀ ਲਿਆਉਣਾ ਆਪਾਂ ਨੇ। ਜਦ ਆਪਾਂ ਘਰੋਂ ਸੋਚਿਆ ਗੁਰਦੁਆਰੇ ਹੀ ਜਾਈਏ, ਜਦ ਕੱਪੜੇ ਪਾ ਕੇ ਐ ਨੂੰ ਤੁਰਦੇ ਆ, ਘਰੋਂ ਹੀ ਸ਼ੁਰੂ ਹੋ ਜਾਂਦਾ ਸਤਨਾਮ ਸ੍ਰੀ ਵਾਹਿਗੁਰੂ। ਗੁਰਦੁਆਰੇ ਜਾਣਾ ਭਾਈ, ਸਤਨਾਮ ਸ੍ਰੀ। ਗੁਰਦੁਆਰੇ ਆਉਣ ਵਾਲਾ ਵੀ ਮੂਹਰੋਂ ਮਿਲਦਾ, ਉਹਨੂੰ ਫਤਿਹ ਬੁਲਾਉਣੇ, ਉਹ ਵੀ ਸਤਨਾਮ ਵਾਹਿਗੁਰੂ ਕਰਦਾ। ਮੈਂ ਤਾਂ ਕਹਿੰਦਾ ਇਹੀ ਨਹੀਂ, ਉਹ ਸਹੀ ਪਿਆਰੇ ਇਹੀ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਕੇ ਹੀ ਨਾਮ ਚਿੱਤ ਆ ਜਾਂਦਾ ਹੈ। ਵੱਡਾ ਸਾਹਿਬ ਹੈ। ਫਿਰ ਮਹਾਰਾਜ ਜੀ ਜਪਣਾ ਕਿਵੇਂ ਹੈ? ਜਿਨੀ ਇੱਕ ਮਨ ਇੱਕ ਅਰਾਧਿਆ ਮੇਰੀ ਜਿੰਦੜੀਏ। ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਅਰਾਧਨਾ ਕੀਤੀ ਹੈ, ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਪਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਦੇਖੋ ਇੱਕ ਮਨ ਇੱਕ ਚਿੱਤ ਇਉਂ ਹੁੰਦਾ, ਇੱਧਰ ਦਾ ਨਾਮ ਜਪਦੇ ਆ, ਉਦੋਂ ਧਿਆਨ ਖੇਤਾਂ ਚਲਾ ਗਿਆ, ਬਾਜ਼ਾਰ ਚਲਾ ਗਿਆ, ਦਫ਼ਤਰ ਚਲਾ ਗਿਆ, ਕਈ ਥਾਈਂ ਚਲਾ ਗਿਆ। ਇਹ ਇੱਕ ਮਨ ਇੱਕ ਚਿੱਤ ਨਹੀਂ ਹੈਗਾ। ਜਪਜੀ ਸਾਹਿਬ ਕੀਤਾ, ਮਨ ਕਿਤੇ ਸੀ, ਪਾਠ ਹੋ ਰਿਹਾ, ਉਹ ਇੱਕ ਮਨ ਇੱਕ ਚਿੱਤ। ਜਿੱਦਣ ਇੱਕ ਮਨ ਇੱਕ ਚਿੱਤ ਹੋ ਕੇ ਤੁਸੀਂ ਇੱਕ ਵਾਰੀ ਵੀ ਮੂਲ ਮੰਤਰ ਕਰਤਾ, ਇੱਕ ਮਨ ਇੱਕ ਚਿੱਤ ਹੋ ਕੇ ਇੱਕ ਵਾਰੀ ਵੀ ਕਹਿਤਾ ਵਾਹਿਗੁਰੂ, ਤਾਂ ਵੀ ਕਿਰਪਾ ਹੋ ਜਾਣੀ ਹੈ। ਇੱਕ ਮਨ ਇੱਕ ਚਿੱਤ ਹੋ ਕੇ ਹੀ ਕਿਰਪਾ ਹੁੰਦੀ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਤਿਨਾ ਨਾਹੀ ਕਿਸੇ ਦੀ ਕਿਛ ਚੱਡਾ ਰਾਮ। ਉਹਨਾਂ ਨੂੰ ਕਿਸੇ ਦੀ ਕੋਈ ਮੁਤਾਜਗੀ ਨਹੀਂ ਹੈ, ਕਿਸੇ ਦਾ ਡਰ ਹੀ ਨਹੀਂ ਹੈ। ਉਹਨਾਂ ਨੂੰ ਕੀ ਫਰਕ ਹੈ? ਉਹ ਕਹਿੰਦੇ ਇੱਕ ਮਨ ਇੱਕ ਚਿੱਤ ਹੋ ਕੇ ਜਾਂ ਜੁੜ ਗਏ, ਹੋਰ ਕਿਸੇ ਮੂਹਰੇ ਕੀ ਹੱਥ ਅੱਡਣਾ ਹੁਣ। ਆਪਾਂ ਰੱਬ ਨੂੰ ਖੁਸ਼ ਨਹੀਂ ਕਰ ਸਕੇ ਅੱਜ ਤੱਕ ਸਾਰੇ ਜਣੇ। ਜੋ ਉਹ ਕਹਿੰਦੇ ਨੇ ਆਪਾਂ ਉਹ ਨਹੀਂ ਕੀਤਾ। ਇੱਕ ਮਨ ਇੱਕ ਚਿੱਤ ਹੋਏ ਹੀ ਨਹੀਂ ਹੈ। ਕਿਉਂ? ਬਸ ਇਹੀ ਹੁੰਦਾ, ਉਹਦਾ ਨੁਕਸਾਨ ਕਿਵੇਂ ਕਰਾਂ, ਉਹਦਾ ਬੁਰਾ ਕਿਵੇਂ ਕਰਾਂ, ਉਹਦੀ ਨਿੰਦਾ ਕਿਵੇਂ ਕਰਾਂ। ਤੁਸੀਂ ਕੀ ਲੈਣਾ? ਤੁਸੀਂ ਇਸ ਕੰਮ ਨੂੰ ਜਨਮ ਲਿਆ ਹੋਇਆ ਵੀ ਤੁਸੀਂ ਦੂਜਿਆਂ ਨਾਲ ਨਫ਼ਰਤ ਕਰੋ, ਨਿੰਦਾ ਕਰੋ। ਉਹ ਆਪਣੇ ਕੋਲ ਟਾਈਮ ਕਿੱਥੇ ਹੈ? ਇੰਨਾ ਟਾਈਮ ਨਹੀਂ ਹੈਗਾ ਸਾਡੇ ਕੋਲ। ਸਾਡੇ ਕੋਲ ਤਾਂ ਨਿੰਦਾ ਚੁਗਲੀ ਦਾ ਟਾਈਮ ਹੀ ਨਹੀਂ। ਇੰਨੇ ਤੁਰੇ ਫਿਰਦੇ ਲੰਗੌੜ ਜੀ ਜਿਹੜੇ ਕਪੱਤੇ ਲੋਕ, ਦੁਸ਼ਟ, ਇੰਨੇ ਮੇਰੇ ਵਿਰੁੱਧ ਬੋਲਦੇ ਆ। ਮੈਂ ਕਹਿੰਦਾ ਵੀ ਇੰਨਾ ਟਾਈਮ ਪਤਾ ਨਹੀਂ ਇਹਨਾਂ ਨੂੰ ਕਿਵੇਂ ਲੱਗ ਜਾਂਦਾ। ਮੈਂ ਕਦੇ ਬੋਲਿਆ ਹੀ ਨਹੀਂ। ਮੈਂ ਕਦੇ ਕਿਸੇ ਨੂੰ ਕਿਹਾ ਉਹ ਮਾੜਾ, ਕਿਸੇ ਨੂੰ ਮੈਂ ਕਹਿੰਦਾ ਕਿਉਂ? ਮੇਰੇ ਅੰਦਰ ਵੈਰ ਨਹੀਂ ਹੈ ਉਹਨਾਂ ਨਾਲ। ਮੈਂ ਨਹੀਂ ਕਹਿੰਦਾ ਉਹ, ਮੈਂ ਕਹਿੰਦਾ ਚੱਲ ਕੋਈ ਨਹੀਂ, ਮਹਾਰਾਜ ਨੇ ਇਹ ਵੀ ਬਣਾਏ ਭਾਈ, ਇਹ ਆਪਣੀ ਡਿਊਟੀ ਕਰਦੇ ਆਪਣੇ ਅੰਦਰ। ਸਾਡੇ ਕੋਲ ਨਹੀਂ ਨਾ ਟਾਈਮ ਕਿਸੇ ਬਾਰੇ ਸੋਚਣ ਬਾਰੇ। ਅਸੀਂ ਤਾਂ ਕਹਿੰਦੇ ਵੀ ਸਾਡੇ ਨਿਤਨੇਮ ਹੋ ਜੇ ਪੂਰਾ, ਮਾਲਾ ਹੋ ਜਾਣ ਪੂਰੀਆਂ, ਆਪਾਂ ਕੀ ਲੈਣਾ? ਆਪਾਂ ਕਿਸੇ ਵੱਲ ਨਹੀਂ ਦੇਖਣਾ। ਨਫ਼ਰਤ, ਨਿੰਦਾ, ਚੁਗਲੀ, ਬਦੀ, ਵਖੀਲੀ, ਇਹਨਾਂ ਗੱਲਾਂ ਤੋਂ ਪਰੇ ਹੋ ਕੇ ਜਿੰਨਾ ਰੱਬ ਟਾਈਮ ਦੇਵੇ ਵੱਧ ਤੋਂ ਵੱਧ ਨਾਮ ਜਪੋ। ਮਾੜਾ ਜਿਹਾ ਟਾਈਮ ਮਿਲ ਜੇ ਨਾ ਮੈਨੂੰ, ਦੇਖਾਂ ਵੀ ਠੀਕ ਆ, ਵਿਹਲੇ 'ਚ ਬੈਠੇ ਆ, ਫਟਾਫਟ ਚੌਪੀ ਸਾਹਿਬ ਕਰ ਲਈ ਦੀ ਇੱਕ। ਜੇ ਹੋਰ ਵੱਧ ਵੀ ਹੁਣ ਘੰਟਾ ਕਹੇਗਾ, ਫਿਰ ਇੱਕ ਜਪਜੀ ਸਾਹਿਬ ਹੌਲੀ ਹੌਲੀ ਕਰ ਲਈਦਾ। ਜੇ ਹੋਰ ਜ਼ਿਆਦਾ ਆ ਮੋਬਾਈਲ ਦੇ ਵਿੱਚ ਮੈਂ ਇੰਨੀਆਂ ਬਾਣੀਆਂ ਪਾਈਆਂ, ਬਚਿੱਤਰ ਨਾਟਕਾ, ਕਾਲ ਉਸਤਤਾ, ਚੰਡੀ ਦੀ ਵਾਰ, ਕਈ ਕੁਛ ਉਹੀ ਲਾ ਲਈਦਾ, ਆਰਾਮ ਨਾਲ ਲਾ ਕੇ ਬੈਠੇ। ਸਭ ਕਾ ਅਸੀਂ ਤਾਂ ਕਹਿੰਦੇ ਰੱਬ ਮੈਨੂੰ ਟਾਈਮ ਦੇਵੇ। ਕਿਉਂ? ਮਿਲਣ ਵਾਲੇ, ਫੋਨਾਂ ਵਾਲੇ ਕਿ ਨਹੀਂ ਆਈ ਜਾਂਦੇ ਆ,
ਜਦੋਂ ਵੀ ਟਾਈਮ ਲੱਗ ਗਿਆ ਸ਼ੁਕਰ ਮਨਾਈਦਾ ਵੀ ਚੱਲ ਸ਼ੁਕਰ ਆ ਵੀ ਇੱਕ ਜਪਜੀ ਸਾਹਿਬ ਨੂੰ ਟਾਈਮ ਮਿਲ ਗਿਆ, ਇੱਕ ਚੌਪੀ ਸਾਹਿਬ ਨੂੰ ਟਾਈਮ ਮਿਲ ਗਿਆ। ਆਹ ਲਾਹਾ ਹੁੰਦਾ ਵੱਡਾ, ਨਾ ਕਿ ਆਪ ਬਹਿ ਜਾ ਬਈ ਉਹ ਫਲਾਨਾ ਆ ਢਿਮਕਾ ਉਹ ਕਰਦੇ 4 ਘੰਟੇ ਜਿਉਂ ਨਿੰਦਾ ਕਰਨ ਲੱਗੇ। ਉਹ ਬੇੜਾ ਬਿਠਾ ਲੈਣਾ ਆਪਾਂ, ਆਪਣਾ ਹੀ ਬੇੜਾ ਬਹਿ ਜਾਣਾ। ਉਹ ਜਿਹਦੀ ਨਿੰਦਾ ਕਰਦੇ ਉਹ ਤਰ ਜੂਗਾ ਉਲਟਾ। ਕਿਉਂ? ਉਹਦਾ ਸਾਰਾ ਗੰਦ ਤਾਂ ਆਪਾਂ ਖਾ ਲਿਆ। ਨਿੰਦਾ ਨਹੀਂ ਕਰੀਦੀ, ਨਿੰਦਾ ਕਰਨ ਨਾਲ ਨੁਕਸਾਨ ਬਹੁਤ ਹੁੰਦਾ। ਆਪਣਾ ਸਾਰਾ ਨਿਤਨੇਮ ਤਾਂ ਉਹਨੂੰ ਦੇ ਦਿੰਦੇ ਆਪਾਂ ਖਾਲੀ ਹੋ ਜਾਂਦੇ ਆ। ਮਹਾਤਮਾ ਇਸੇ ਕਰਕੇ ਮੂੰਹ ਬੰਦ ਰੱਖਦੇ ਵੀ ਨਿੰਦਾ ਨਹੀਂ ਕਰਨਗੇ ਕਦੇ ਕਿਸੇ ਦੀ। ਕਹਿੰਦੇ ਨਾ ਭਾਈ, ਨੁਕਸਾਨ ਵਾਲੀ ਗੱਲ ਹੈ, ਨਿੰਦਾ ਨਹੀਂ ਕਰੀਦੀ। ਗੁਰ ਸੇਵਿਆ ਹਰ ਮਹਿਲ ਪਾਇਆ ਮੇਰੀ ਜਿੰਦੜੀਏ। ਗੁਰੂ ਦੀ ਸੇਵਾ ਕਰਕੇ ਹਰੀ ਦਾ ਮਹਿਲ ਸੱਚਖੰਡ। ਕਈ ਕਹਿੰਦੇ ਸੱਚਖੰਡ ਇਹ ਨਹੀਂ ਹੈਗਾ। ਪਿਛਲਾ ਸਾਰਾ ਇਤਿਹਾਸ ਸੁਣਿਆ ਕਰੋ, ਸੱਚਖੰਡ ਹੈਗਾ। और वो प्रीतम के देश कैसे बातन से जाइए। मैं कह रहा ना हैगा, बस तुसी कहो हैगा। जे तुसी कहो सचखंड ਤਾਂ नहीं, वो फलाना कहता सी ਉਹ ਕਪੱਤਾ ਆਦਮੀ ਹੈ, ਉਹ ਦੁਸ਼ਟ ਕਪੱਤੇ ਨੇ ਤਾਂ ਜਾਣਾ ਹੀ ਨਰਕਾਂ ਨੂੰ ਆ। ਉਹਨੂੰ ਕਾਹਨੂੰ ਮੰਨਣਾ ਆਪਾਂ ਕਿਸੇ। ਹੁਣ ਵੀ ਸਿੰਘ ਹੈਗੇ ਨੇ ਮੇਰੇ ਨਾਲ, ਇੰਨੇ ਸਿੰਘਾਂ ਦੇ ਲਿੰਕ ਨੇ। ਉਹ ਕਈ ਕਹਿੰਦੇ ਤੈਨੂੰ ਹੀ ਮਿਲਦੇ। ਮੈਂ ਕਿਹਾ ਉਹ ਤੁਹਾਨੂੰ ਮਿਲਣਾ ਨਾ, ਤੁਹਾਨੂੰ ਨਿੰਦਾ ਕਰਨ ਨਾਲ ਮਿਲਣਾ, ਪਾਪੀਆਂ ਨੂੰ ਮਿਲਣਾ। ਉਹ ਹੈਗੇ ਆ, ਸੱਚਖੰਡ ਜਾ ਕੇ ਆ ਜਾਂਦੇ ਵਾਪਸ। ਮਹਾਂਪੁਰਖ ਵੀ ਜਾਂਦੇ ਹੁੰਦੇ ਸੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਬਾਰੇ ਤੁਸੀਂ ਕੀ ਨਿਆਣਿਆਂ ਨੇ ਜਾਣਨਾ ਵੀ ਉਹ ਕੌਣ ਸੀਗੇ? ਤੁਸੀਂ ਨਹੀਂ ਜਾਣ ਸਕਦੇ ਉਹਨਾਂ ਬਾਰੇ। ਭਾਈ ਮੈਂ ਨਹੀਂ ਦੇਖਿਆ ਇੰਨਾ ਸਤਿਕਾਰ, ਇੰਨਾ ਸਤਿਕਾਰ ਹੈ ਨਾ ਉਹਨਾਂ ਦਾ ਸੱਚਖੰਡ 'ਚ। ਇੱਥੇ ਵੀ ਰੱਬ ਹੀ ਜਾਣਦਾ, ਕੋਈ ਨਹੀਂ ਬੋਲਦਾ। ਐਡੇ ਐਡੇ ਸ਼ਹੀਦ ਫੌਜਾਂ ਬੈਠੀਆਂ, ਮਹਾਂਪੁਰਖ ਇੱਕ ਵਾਰ ਸਾਹਮਣੇ ਆ ਜਾਣ ਸਾਰੇ ਹੀ ਝੁਕ ਜਾਂਦੇ। ਐਡੀ ਵੱਡੀ ਅਵਸਥਾ ਦੇ ਮਾਲਕ ਸਾਡੀ ਕੌਮ ਹੈ। ਇਹਨਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪਛਾਣਿਆ ਬਈ, ਇਹ ਤਾਂ ਗੁਰੂ ਨਾਨਕ ਸਾਹਿਬ ਨੂੰ ਨਹੀਂ ਪਛਾਣਿਆ। 10 ਗੁਰਾਂ ਦੀ ਕੁਰਬਾਨੀ ਨਹੀਂ ਸਮਝ ਸਕੇ। ਇਹ ਤਾਂ ਭਾਈ ਮਨੀ ਸਿੰਘ ਦੀ 70 ਜੀ ਸ਼ਹੀਦ ਹੋਏ, ਉਹਨਾਂ ਨੂੰ ਨਹੀਂ ਸਮਝ ਸਕੇ। ਇਹਨਾਂ ਨੇ ਕਿਸੇ ਮਹਾਂਪੁਰਖ ਨੂੰ ਕੀ ਜਾਣ ਲੈਣਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰ ਸੇਵਿਆ ਹਰ ਮਹਿਲ ਪਾਇਆ। ਗੁਰੂ ਦੀ ਸੇਵਾ ਕਰਨ ਨਾਲ ਅੰਦਰਲਾ ਵੀ ਇੱਕ ਮਹਿਲ ਹੈ, ਇੱਥੇ ਵੀ ਇੱਕ ਮਹਿਲ ਹੈ। ਅੰਦਰ ਤਾਂ ਤੁਸੀਂ ਕਦੇ ਵੜੇ ਹੀ ਨਹੀਂ, ਤੁਸੀਂ ਤਾਂ ਬਾਹਰਲੇ ਮਹਿਲਾਂ 'ਚ ਉਲਝੇ ਫਿਰਦੇ ਹੋ। ਅੰਦਰ ਹੈ ਮਹਿਲ ਆਪਣੇ, ਸੱਚਖੰਡ ਅੰਦਰ ਵੀ ਹੈ, ਉੱਪਰ ਵੀ ਹੈ। ਸਾਧ ਸੰਗਤ ਵੀ ਸੱਚਖੰਡ ਹੈ। ਜਿਨ੍ਹਾਂ ਨੇ ਪਾਇਆ ਮਹਿਲ ਮੇਰੀ ਜਿੰਦੜੀਏ, ਉਹ ਜਿੰਦ ਮੇਰੀ ਹੈ, ਉਹਨਾਂ ਨੇ ਮਹਿਲ ਪਾ ਲਿਆ ਸੇਵਾ ਕਰਕੇ। ਤੇ ਮਹਾਰਾਜ ਜੀ ਜਿਹੜੇ ਕਹਿੰਦੇ ਸੱਚਖੰਡ ਨਹੀਂ ਹੈਗਾ, ਜਿਹੜੇ ਕਹਿੰਦੇ ਜਮਦੂਤ ਨਰਕ ਸਵਰਗ ਹੁੰਦੇ ਹੀ ਨਹੀਂ ਗੇ, ਜਿਹੜੇ ਇੰਨੀਆਂ ਗੱਲਾਂ ਕਰਦੇ ਸੱਚੇ ਪਾਤਸ਼ਾਹ ਉਲਟ ਬੋਲਦੇ ਗੁਰਬਾਣੀ ਦੇ, ਉਹ ਗੁਰੂ ਰਾਮਦਾਸ ਜੀ ਕੀ ਕਹਿੰਦੇ ਨੇ? ਉਹ ਝੱਖ ਮਾਰਨ ਸਭ ਨਿੰਦਕ ਘੰਡਾ ਰਾਮ। ਕਹਿੰਦੇ ਮਹਾ ਮੂਰਖ ਆਦਮੀ ਨੇ ਇਹ, ਝੱਖਾਂ ਮਾਰਦੇ ਇਉਂ ਜਾਣਦੇ ਨਾ। ਇਹ ਸਭ ਝੱਖੀਏ ਲੋਕ, ਐਵੇਂ ਖਾਮ ਖਾਂਦੇ ਬਕਵਾਸ ਮਾਰਨ ਵਾਲੀ ਦੁਨੀਆ ਇਹ। ਇਹਨਾਂ ਲੋਕਾਂ ਦੇ ਮਗਰ ਆਪਾਂ ਨਹੀਂ ਲੱਗਣਾ। ਕਲਗੀਧਰ ਮਹਾਰਾਜ ਆਪ ਲਿਖਦੇ ਨੇ ਵੀ ਮੈਂ ਜਦੋਂ ਪਰਮਾਤਮਾ ਦੀ ਬੰਦਗੀ ਕਰਦਾ ਸੀ, ਦਵੈ ਤੇ ਏਕ ਰੂਪ ਹਵੈ ਗਇਓ, ਤਾਂ ਸੱਚਖੰਡ 'ਚੋਂ ਬਮਾਨ ਆਇਆ। ਭਾਈ ਵੀਰ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਨੇ, ਜਿਨ੍ਹਾਂ ਨੇ ਕਲਗੀਧਰ ਚਮਤਕਾਰ ਲਿਖਿਆ, ਗੁਰੂ ਨਾਨਕ ਚਮਤਕਾਰ ਲਿਖਿਆ। ਉਹ ਪੜ੍ਹ ਕੇ ਦੇਖਿਓ, ਬਮਾਨ ਆਇਆ ਔਰ ਮਹਾਰਾਜ ਜੀ ਨੇ। ਔਰ ਇਹਦੋਂ ਉੱਤੇ ਉਦਾਹਰਨ ਕੀ ਹੋ ਸਕਦੀ ਹੈ? ਸਰਿਹਾਲੀ ਨਗਰ ਪੈਂਦਾ ਤਰਨ ਤਾਰਨ ਦੇ ਕੋਲੇ, ਉੱਥੇ ਸੰਤ ਗੁਰਬਚਨ ਸਿੰਘ ਜੀ ਖਾਲਸਾ ਬਾਬਾ ਤਾਰਾ ਸਿੰਘ ਜੀ ਦੇ ਉੱਥੇ ਸਥਾਨ ਹੈ, ਕਿਲਾ ਜਿਹਾ ਬਣਿਆ, ਉਹਦੇ 'ਚ ਆਸਣ ਉੱਪਰ ਚਬਾਰੇ 'ਚ ਸੰਤ ਕਰਤਾਰ ਸਿੰਘ ਜੀ ਖਾਲਸਾ ਰਹਿ ਰਾਸ ਸੁਣਾ ਰਹੇ ਉੱਚੇ ਬਹਿ ਕੇ। ਸ਼ਾਮ ਦਾ ਟਾਈਮ ਹੈ, ਸੰਤ ਮੈਨੂੰ ਆਪ ਸੁਣਾ ਕੇ ਗਏ ਸਾਰੀ ਚੀਜ਼ਾਂ। ਸੰਤ ਕਹਿੰਦੇ ਜੀ ਮੈਂ ਰਹਿ ਰਾਸ ਪੜ੍ਹਾਂ, ਸਾਡਾ ਕਮਰਾ ਪੀਲਾ ਹੋ ਗਿਆ ਸਾਰਾ, ਐ ਪੀਲੇ ਰੰਗ ਦਾ ਪ੍ਰਕਾਸ਼ ਹੋ ਗਿਆ। ਕਹਿੰਦੇ ਮੈਂ ਭੋਗ ਪਾ ਕੇ ਅਰਦਾਸ ਕਰਤੀ। ਸੰਤ ਕਹਿੰਦੇ ਕਰਤਾਰ ਸਿਆਂ, ਤੇਰੇ ਪਿਤਾ ਜੀ ਭਾਈ ਚੜ੍ਹਾਈ ਕਰ ਗਏ, ਕਹਿੰਦੇ ਉਹ ਸੱਚਖੰਡ ਨੂੰ ਜਾ ਰਹੇ ਨੇ ਔਰ ਬਵਾਨ 'ਚ ਬੈਠੇ, ਆ ਜਾ ਬਾਹਰ ਆ ਜਾ, ਤੈਨੂੰ ਦਿਖਾ ਵੀ ਦਿੰਦੇ ਆ, ਨਾਲੇ ਫਤਿਹ ਬੁਲਾ ਲਾ ਪਿਤਾ ਜੀ। ਕਹਿੰਦੇ ਅਸਮਾਨ ਵੀ ਸਾਰਾ ਪਿਘਲਾ ਹੋ ਗਿਆ,
ਕਹਿੰਦੇ ਜਦ ਇਹ ਬਵਾਨ 'ਚ ਪਿਤਾ ਜੀ ਸਾਹਮਣੇ ਆਏ, ਐਂ ਬੈਠੇ, ਕਹਿੰਦੇ ਮੈਨੂੰ ਫਤਿਹ ਬੁਲਾਈ ਗੱਜ ਕੇ, ਕਰਤਾਰ ਖਾਂ ਮੈਂ ਸੱਚਖੰਡ ਚੱਲਿਆ ਜੇ, ਤੂੰ ਵੀ ਆ ਜੀ ਬਾਅਦ 'ਚ। ਕਹਿ ਕੇ ਗਏ ਨੇ। ਹੁਣ ਝੂਠ ਹੈ? ਇੱਕ ਮਹਾਂਪੁਰਖ ਨੇ ਮੈਨੂੰ ਗੱਲ ਸੁਣਾਈ ਤੇ ਉਹ ਝੂਠ ਹੋ ਗਈ? ਨਹੀਂ। ਆਪਾਂ ਸ਼ੁਰੂ ਤੋਂ ਦੇਖੀ ਵੀ ਕਿੱਥੇ ਉਹ ਸੱਚਖੰਡ ਵਸੈ ਨਿਰੰਕਾਰ। ਕਹਿੰਦੇ ਇਹ ਤਾਂ ਮਾਨਸਿਕ ਅਵਸਥਾ ਹੈ। ਐਡੇ ਉਹ ਲੋਕ ਛੱਡੇ ਹੋਏ ਨੇ ਸਾਡੇ ਤੇ ਪੈਸੇ ਦੇ ਦੇ ਕੇ। ਸਿੱਖ ਕੌਮ ਦੀ ਕਿਹੜੀ ਚੀਜ਼ ਖਤਮ ਕਰਨੀ ਹੈ ਉਹਨਾਂ ਨੇ? ਭਾਵਨਾ ਤੁਹਾਡੀ ਮੁਕਾ ਲੈਣੀ। ਰੀਠਾ ਮਿੱਠਾ ਹੀ ਨਹੀਂ ਕੀਤਾ, ਪੱਥਰ ਨੂੰ ਪੰਜਾ ਲਾਇਆ ਹੀ ਨਹੀਂ। ਇਹ ਕੀ ਆ? ਭਾਵਨਾ ਨੂੰ ਖਤਮ ਕਰਨਾ। ਹਰੇਕ ਗੱਲ ਵਿੱਚ ਭਾਵਨਾ ਹੀ ਖਤਮ ਕੀਤੀ ਜਾ ਰਹੀ ਆ। ਔਰ ਤੁਸੀਂ ਉਹ ਔਲੇ ਬੋਲੇ ਜੇ ਫਿਰ ਬਣ ਜਾਣਾ, ਤੁਹਾਡੀ ਭਾਵਨਾ ਨਹੀਂ ਰਹਿਣੀ ਮੁੜ ਕੇ। ਭਾਵਨਾ ਤੋਂ ਬਿਨਾਂ ਭਗਤੀ ਨਹੀਂ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਗੁਰ ਸੇਵਿਆ ਹਰ ਮਹਿਲ ਪਾਇਆ, ਮੇਰੀ ਜਿੰਦੜੀਏ ਝੱਖ ਮਾਰਨ ਸਭ ਨਿੰਦਕ ਘੰਡਾ ਰਾਮ। ਉਹ ਮਹਾ ਮੂਰਖ ਲੋਕ ਨੇ, ਝੱਖਾਂ ਮਾਰਦੇ ਨੇ। ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਰਿਜੈਕਟ ਕਰਦੇ ਸਾਰੇ। ਆ ਕਰਤੇ ਅੱਜ 2 ਵਾਰ ਕਹਿਤਾ, ਸਭ ਝੱਖ ਮਾਰਨ ਦੁਸ਼ਟ ਕੁਪੱਤੇ ਰਾਮ। ਹੁਣ ਇਹਦੇ ਉੱਤੇ ਮਹਾਰਾਜ ਕੀ ਕਹਿਣ ਉਹਨਾਂ ਨੂੰ? ਇੱਥੇ ਵੀ ਕਹਿਤਾ, ਆਹ ਪੰਕਤੀ 'ਚ ਕਹਿਤਾ ਝੱਖ ਮਾਰਨ ਸਭ ਨਿੰਦਕ ਘੰਡਾ ਰਾਮ। ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀਏ, ਧੁਰ ਮਸਤਕ ਹਰ ਲਿਖ ਛੱਡਾ ਰਾਮ। ਜਿਨ੍ਹਾਂ ਦੇ ਧੁਰੋਂ ਹੀ ਮਸਤਕ ਤੇ ਲਿਖ ਛੱਡਿਆ ਵੀ ਇਹ ਬੰਦਾ ਦੁਨੀਆ ਜਾ ਕੇ ਨਾਮ ਜਪੂਗਾ, ਉਹੀ ਨਾਮ ਜਪ ਸਕਦਾ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹ ਸੁਖ ਹੋਆ। ਉਸ ਹਿਰਦੇ 'ਚ ਤਿਤ ਘਰ, ਉਹ ਹਿਰਦੇ ਰੂਪ ਘਰ ਦੇ 'ਚ ਅਨਹਦ ਬਾਜੇ। ਅਨਹਦ ਹੱਦ ਤੋਂ ਰਹਿਤ ਇੱਕ ਰਸ ਸ਼ਬਦ ਵੱਜੇ। ਹੁਣ ਤੁਸੀਂ ਸੁਣੇ ਕਦੇ ਅਨਹਦ ਸ਼ਬਦ ਕੀ ਹੁੰਦਾ? ਲੋਕੀ ਬਥੇਰੀਆਂ ਗੱਲਾਂ ਮਾਰਦੇ ਆ, ਇਹ ਆਪਣੀ ਬੁੱਧੀ ਨਾਲ ਹੀ ਬਸ ਉਹ ਐ ਹੁੰਦਾ ਨਹੀਂ, ਤੁਸੀਂ ਕਦੇ ਸੁਣਿਆ ਹੀ ਨਹੀਂ। ਉਹਨਾਂ ਦਾ ਸ਼ਬਦ ਤਾਂ ਕਿਸੇ ਗ੍ਰੰਥ ਵਿੱਚ ਕਿਸੇ ਜ਼ਿਕਰ 'ਚ ਆਇਆ ਹੀ ਨਹੀਂ। ਪਰ ਸਤਿਗੁਰੂ ਕਹਿੰਦੇ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ। ਉਹ ਅੰਦਰ ਵੱਜਦੇ ਨੇ। ਜਿਨ੍ਹਾਂ ਨੇ ਸੁਣੇ ਨੇ ਉਹਨਾਂ ਨੂੰ ਪਤਾ ਉਹ ਕਿੰਨਾ ਆਨੰਦਮਈ ਸ਼ਬਦ ਹੁੰਦਾ। ਉਹਦੇ ਨਾਲ ਫਿਰ ਸਿਮਰਨ ਹੁੰਦਾ। ਕੱਲਾ ਸ਼ਬਦ, ਇਹ ਵੀ 2 ਤਰ੍ਹਾਂ ਦਾ ਸ਼ਬਦ ਹੈ। ਜੋਗੀਆਂ ਨੂੰ ਕੱਲਾ ਸ਼ਬਦ ਹੀ ਸੁਣਦਾ। ਜਿਵੇਂ ਕਹਿੰਦੇ ਕੱਲੀ ਟਿਊਨ ਹੀ ਵਜਾਤੀ, ਮਿਊਜ਼ਿਕ ਚੱਲ ਰਿਹਾ ਕੱਲਾ। ਇੱਕ ਉਹ ਹੈ, ਇੱਕ ਬਾਜੇ ਨਾਲ ਬੈਠ ਕੇ ਜੋੜੀ ਬਾਜਾ, ਚਿਮਟੇ ਢੋਲਕੇ ਲੱਗਣੇ ਵਾਹਿਗੁਰੂ 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 ਵਾਹਿਗੁਰੂ। ਇੱਕ ਇਹ ਆ, ਇਹ ਨਾਮ ਦੇ ਨਾਲ ਅਨਹਦ ਤਾਰਦਾ ਹੈ। ਤੇ ਕੱਲਾ ਅਨਹਦ ਓਨਲੀ ਮਿਊਜ਼ਿਕ ਹੈ, ਬਸ ਇੱਕ ਇੰਟਰਟੇਨਮੈਂਟ ਹੋ ਜਾਂਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀਏ, ਧੁਰ ਮਸਤਕ ਹਰ ਲਿਖ ਛੱਡਾ ਰਾਮ। ਜਿਨ੍ਹਾਂ ਦੇ ਮਸਤਕ ਤੇ ਧੁਰੋਂ ਹੀ ਲਿਖਿਆ ਉਹ ਗੱਜ ਵੱਜ ਕੇ ਨਾਮ ਜਪਦੇ ਨੇ, ਉਹ ਬਾਣੀ ਪੜ੍ਹਦੇ ਨੇ। ਜਿਨ੍ਹਾਂ ਦੇ ਮੱਥੇ ਤੇ ਲਿਖਿਆ ਨਹੀਂ ਉਹ ਪਰੇ ਬੈਠੇ ਕੁੜੀ ਜਾਂਦੇ ਨੇ, ਔਖੇ ਹੋਈ ਜਾਂਦੇ ਨੇ। ਉਹ ਸਾਨੂੰ ਕਹੀ ਜਾਂਦੇ ਐਵੇਂ ਬੁੜ ਕਰਦਾ ਸਾਰਾ ਦਿਨ, ਇਹਨੇ ਬੜਾ ਕਿਤੇ ਕਰਨਾ। ਉਹਦੇ ਪੱਲੇ ਹੀ ਇਹ ਕੁਛ ਆ ਬਸ। ਉਹ ਦੇਖੋ ਤਰ ਤਾਂ ਉਹ ਵੀ ਸਕਦਾ ਜਿਹੜਾ ਨਾਮ ਜਪਣ ਵਾਲਾ ਹੈ। ਤੁਸੀਂ ਉਹਨੂੰ ਘੱਟੋ ਘੱਟ ਨਿੰਦਾ ਤਾਂ ਨਾ ਕਰੋ, ਫਿਰ ਵੀ ਤਰ ਜਾਂਦਾ ਬੰਦਾ। ਇਹ ਨਿੰਦਾ ਕਰ ਕਰਕੇ ਉਹ ਨਾਮ ਜਪਣ ਵਾਲੇ ਦੇ ਸਾਰੀ ਗੰਦਗੀ ਆਪ ਹੀ ਖਾ ਲੈਂਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਅੱਜ ਇਹ ਸ੍ਰੀ ਮੁਖ ਵਾਕ ਦੇ ਰਾਹੀਂ ਆਪਾਂ ਨੂੰ ਇਹ ਹੁਣ ਧੁਰਕੀ ਬਾਣੀ ਦੀ ਵਿਚਾਰ ਹੋਈ ਹੈ। ਇੰਨੀ ਸੱਚੀ ਸੁੱਚੀ ਵਿਚਾਰ ਹੈ, ਇੰਨੀ ਕਿਰਪਾ ਹੈ, ਇਹ ਤੁਸੀਂ ਸਾਂਭਣੀ ਹੈ। ਤੁਹਾਡੀ ਝੋਲੀ 'ਚ ਮਹਾਰਾਜ ਨੇ ਪਾਈ, ਭਾਵਨਾ ਨਾਲ ਮੰਨਣੀ ਹੈ ਵੀ ਅੱਜ ਗੁਰੂ ਰਾਮਦਾਸ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਜਿਹੜਾ ਇਹ ਕਮਾਵੇਗਾ ਉਹਦਾ ਹੀ ਉਧਾਰ ਹੋਵੇਗਾ। ਆਓ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀਏ, ਧੁਰ ਮਸਤਕ ਹਰ ਲਿਖ ਛੱਡਾ ਰਾਮ। ਜਿਨ੍ਹਾਂ ਦੇ ਮੱਥੇ ਤੇ ਲਿਖਿਆ ਉਹੀ ਜਪਦੇ ਨੇ। ਆਓ ਹੁਣ 2 ਮਿੰਟ ਸਾਰੀ ਸੰਗਤ ਬੈਠ ਕੇ ਆਪਾਂ ਵੀ ਨਾਮ ਜਪ ਲਈਏ। ਵਾਹਿਗੁਰੂ ਵਾਹਿਗੁਰੂ
जब हम होते तब तू नाही, अब तू ही मैं नाही। जब हम होते तब तू नाही, अब तू ही मैं नाही। तू ही 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 तू ही। वाहेगुरु 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 धन वाहेगुरु। तेरा कीता जत नाही, मैनो जोग कीतोय। मैं निर्गुण को गुण नाही, आपे तरस पयोय। तरस पया मेरा मत होई, सतगुर सजन मिलिया। नानक नाम मिलह तां जीवा, तन मन थीवै हरिया। तरस पया मेरा मत, सतगुर सजन मिलिया। नानक नाम मिलै तां जीवा, तन मन। श्लोक गुरुदेव माता, गुरुदेव पिता, गुरुदेव स्वामी परमेश्वरा, गुरुदेव सखा अज्ञान भंजन, गुरुदेव बंधु सहोदरा, गुरुदेव दाता हर नाम उपदेसै, गुरुदेव मंत्र निरोधरा, गुरुदेव शांत सतबुद्ध मूर्त, गुरुदेव पारस परस्परा, गुरुदेव तीर्थ अमृत सरोवर, गुरु ज्ञान मंजन परंपरा, गुरुदेव करता सपा भरता, गुरुदेव पदत वृत करा, गुरुदेव आजुगा जुग जुग, गुरुदेव मंत हर जपुदरा, गुरुदेव संगत प्रभ मेल कर कृपा। हाँ मूढ़ पापी जित लग तरा, गुरुदेव सतगुर पार ब्रह्म परमेश्वर, गुरुदेव नानक हर नमस्करा, गुरुदेव नानक हर नमस्करा। ਇਹੋ ਸ਼ਲੋਕ ਆਦਿ ਅੰਤ ਪੜ੍ਹਨਾ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਆਨੰਦ ਸਾਹਿਬ ਪੜ੍ਹੋ। ਆਓ ਸਾਧ ਸੰਗਤ, ਹੁਣ ਇਹ ਨਹੀਂ ਕਹਿਣਾ ਕਿ ਆਨੰਦ ਸਾਹਿਬ ਹੈ ਚੱਲ ਪੜ੍ਹੀ ਜਾਓ, ਇੱਧਰ ਉੱਧਰ ਧਿਆਨ ਖੰਡਾ ਲਓ ਆਪਣਾ। ਇਹ ਜਿਹੜਾ ਆਨੰਦ ਸਾਹਿਬ ਦਾ ਪਾਠ ਹੈ ਨਾ, ਇਹ ਜੀਵਨ ਮੁਕਤੀ ਬਖਸ਼ਿਸ਼ ਕਰਦਾ, ਬਹੁਤ ਵੱਡੀ ਦਾਤ ਹੈ। ਐਵੇਂ ਨਹੀਂ ਇਹ ਪੰਜਾਂ ਬਾਣੀਆਂ 'ਚ ਸ਼ਾਮਲ, 10ਵੇਂ ਪਾਤਸ਼ਾਹ ਨੇ ਬਾਣੀ ਕੀਤੀ, ਇਹ ਬਹੁਤ ਕਿਰਪਾ ਵਾਲੀ ਬਾਣੀ ਹੈ। ਐਂ ਟਿਕਾ ਵਿੱਚ ਅੱਖਾਂ ਬੰਦ ਕਰਕੇ ਜਾਂ ਗੁਰਾਂ ਨੂੰ ਧਿਆਨ ਕਰਕੇ ਆਨੰਦ ਸਾਹਿਬ ਦਾ ਪਾਠ ਹੌਲੀ ਹੌਲੀ ਬੋਲੋ, ਉਹਦੇ ਬੋਲੇ ਹੋਏ ਸ਼ਬਦ ਦੀ ਵਿਚਾਰ ਕਰੋ। ਆ ਦੇਖੋ ਕੀ ਕਹਿੰਦੇ ਬਚਨ ਮਹਾਰਾਜ, ਉਸੇ 'ਚ ਕਿਰਪਾ ਹੋ ਜਾਣੀ ਸਾਰੀ। ਆਪਾਂ ਬਾਣੀ ਦੀ ਕਦਰ ਕਰੋ। ਜੇ ਕਿਸੇ ਨੂੰ ਪਹਿਲਾਂ ਟਾਈਮਾਂ 'ਚ ਹੁੰਦਾ ਸੀ, ਪੁਰਾਣੇ ਲੱਖਾਂ ਸਾਲ ਪਹਿਲਾਂ ਕਿਸੇ ਨੇ ਸੇਵਾ ਕਰਨੀ, ਕਿਸੇ ਰਿਸ਼ੀ ਮੁਨੀ ਦੀ, ਲੱਖਾਂ ਸਾਲ ਉਹਨੇ ਇੱਕ ਮੰਤਰ ਦੇਣਾ, ਉਹਨੇ ਇੰਨੀ ਕਦਰ ਕਰਨੀ ਵੀ ਮੈਂ ਇੰਨੇ ਸਾਲ ਸੇਵਾ ਕਰਕੇ ਮੰਤਰ ਲਿਆ ਇਹ ਵੀ ਬੜਾ ਵੱਡਾ ਮੰਤਰ। ਆ ਜਿਹੜਾ ਆਨੰਦ ਸਾਹਿਬ, ਜਪਜੀ ਸਾਹਿਬ, ਇੰਨੀ ਵੱਡੀਆਂ ਬਖਸ਼ਿਸ਼ਾਂ ਨੇ, ਕੋਈ ਸੇਵਾ ਨਹੀਂ, ਕੁਛ ਨਹੀਂ, ਲੈਣ ਦੇਣ ਨਹੀਂ, ਮਿਲ ਤਾਂ ਗਈਆਂ, ਤਾਂ ਹੀ ਕਦਰ ਨਹੀਂ ਕਰਦੇ ਆਪਾਂ ਵੀ ਆਨੰਦ ਸਾਹਿਬ ਨੂੰ ਹੀ ਸਮਝਦੇ ਆ। ਜਦ ਰਾਮਕਲੀ ਸ਼ਹਿਰਾਂ 'ਚ ਦੇਖਿਆ, ਰਾਮਕਲੀ ਰਾਗੀ ਕਹਿੰਦਾ, ਰਾਮਕਲੀ ਹੀ ਕਹਿੰਦਾ, ਅੱਧਾ ਹਾਲ ਖਾਲੀ ਹੋ ਜਾਂਦਾ, ਭੱਜ ਜਾਂਦੇ ਲੋਕ, ਆਨੰਦ ਸਾਹਿਬ 'ਚ ਨਹੀਂ ਮੈਂ ਸੁਣਨਾ, ਇਹ ਤਾਂ ਆਉਂਦਾ ਹੀ, ਚੱਲ ਇਹ ਤਾਂ ਪਤਾ ਹੀ ਹੈ ਜਿਹੜਾ ਹੈਗਾ ਆਨੰਦ ਸਾਹਿਬ। ਇਹੀ ਤਾਂ ਉਹ ਜਦ ਕਹਿੰਦੇ ਦੇਣ ਲੱਗੇ, ਜਦ ਹੱਥ ਪਰੇ ਕਰ ਲਿਆ, ਜਦ ਆਨੰਦ ਸਾਹਿਬ 'ਚ ਦਾਤ ਮਿਲਣ ਲੱਗੀ ਉਹ ਭੱਜ ਗਏ। ਇਸ ਕਰਕੇ ਆਨੰਦ ਸਾਹਿਬ ਨੂੰ ਸਤਿਕਾਰਤ ਬਾਣੀ ਹੈ, ਪਿਆਰ ਨਾਲ ਪੜ੍ਹੋ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆ, ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਣ ਆਇਆ, ਸ਼ਬਦੋ ਤਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸਦਾ ਸਿਫਤ ਸਲਾਹ ਤੇ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਜਿਸ ਦੀ ਆਏ ਵਡਿਆਈਆ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਕਲਾ ਜਿਤ ਘਰ ਧਾਰਿਆ, ਪੰਜ ਦੂਤ ਤੁਧ ਵਸ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ, ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋ, ਤਿਤ ਕਰ ਅਨਾਦ ਬਾਜੇ, ਆਨੰਦ ਸੁਣੋ ਵਡ ਭਾਗੀ, ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ,
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੇ ਬਾਣੀ। ਸੰਤ ਸਾਜਨ ਭਏ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ ਬਿਨਵੰਤ ਨਾਨਕ ਗੁਰ ਚਰਨ ਲਾਗੇ। ਬਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਦਿਵਸ ਰਾਤ ਦੁਇ ਦਾਈ ਦਾਇਆ। ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੇਤੀ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੇਤੀ ਛੁਟੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ 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 ਠਾਕੁਰ